ਸਵਾਗਤ ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਪ੍ਰੋਗਰਾਮ ਦਾ ਨਾਮ ਪ੍ਰਾਈਮ ਫੋਕਸ। ਅੱਜ ਇੱਕ ਵਾਰ ਫਿਰ ਤੋਂ ਉਸੇ ਸਟੂਡੀਓ 'ਚ ਜਿਹੜੇ 'ਚ ਅਸੀਂ ਆਮ ਤੌਰ 'ਤੇ ਨਹੀਂ ਹੁੰਦੇ ਤੇ ਇੱਕ ਐਸੀ ਵੇਸ ਭੂਸ਼ਾ ਦੇ ਵਿੱਚ ਜਿਹਦੇ 'ਚ ਮੈਂ ਆਮ ਤੌਰ 'ਤੇ ਨਹੀਂ ਹੁੰਦਾ, ਪਰ ਹਾਂ ਆਮ ਤੌਰ 'ਤੇ ਜਿਹੋ ਜਿਹੀਆਂ ਜਿਵੇਂ ਦੀਆਂ ਆਪਾਂ ਗੱਲਾਂ ਬਾਤਾਂ ਕਰੀਦੀਆਂ ਪ੍ਰੋਗਰਾਮ 'ਚ ਉਹ ਉੱਦਾਂ ਹੀ ਹੋਣਗੀਆਂ। ਨਾਲ ਵਾਲਾ ਬੰਦਾ ਵੀ ਸੇਮ ਆ। ਹੋਰ WhatsApp ਕਿੱਦਾਂ? ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਕਿੱਦਾਂ ਮਹਿਸੂਸ ਕਰ ਰਹੇ ਤੁਸੀਂ? ਠੀਕ ਦੇਖੋ, ਨਿਆਣੇ ਨੂੰ ਨਾ ਦੂਜੇ ਦੇ ਖਿਡੌਣੇ ਨਾਲ ਖੇਡ ਕੇ ਸਵਾਦ ਬੜਾ ਆਉਂਦਾ ਹੁੰਦਾ, ਇੱਦਾਂ ਆਪਾਂ ਨੂੰ ਦੂਜਿਆਂ ਦੇ ਕੋਟ ਪਾ ਕੇ ਸਵਾਦ ਬੜਾ। ਹਾਂ, ਇਹ ਜਦੋਂ ਅਸੀਂ ਕੈਲਗਰੀ ਜਾਈਦਾ ਉਦੋਂ ਵੀ ਸਾਡੇ ਉੱਥੋਂ ਵਾਲੇ ਸੱਜਣ ਦਾਨ ਕਰ ਦਿੰਦੇ ਨੇ ਚੰਦ ਘੰਟਿਆਂ ਲਈ। ਇੱਥੇ ਆਏ ਆ ਤੇ ਇੱਥੇ ਵੀ ਸਾਡੇ ਨਿਤਨ ਚੋਪੜਾ ਜੀ ਹੋਰਾਂ ਨੇ ਕੋਟਾਂ ਦੀ ਸੇਵਾ ਕੀਤੀ ਹੈ। ਹਾਂ, ਉਹ ਕਹਿੰਦੇ ਜੀ ਕੋਟ ਪਾ ਲਓ ਤਾਂ ਲਾ ਕੇ ਜਾਇਓ ਜਾਣ ਲੱਗੇ। ਸੋ ਉਹਨਾਂ ਵੱਲੋਂ ਚੰਦ ਘੜੀਆਂ ਦੇ ਲਈ ਇਹ ਜਿਹੜੀ ਮਤਲਬ ਸੇਵਾ ਕਰਾਈ ਗਈ ਹੈ ਉਹਦੇ ਲਈ ਅਸੀਂ ਧੰਨਵਾਦੀ ਹਾਂ। ਤੇ ਬਾਕੀ ਗੱਲ ਇਹ ਆ WhatsApp ਵੀ ਵਾਹਵਾ ਯਾਰ ਹੁਣ ਮੈਨੂੰ ਇੱਕ ਹੋਰ ਲੱਗਦਾ। ਹਾਂਜੀ ਕਈ ਵਾਰ ਇਹ ਵੀ ਹੁੰਦਾ ਕਿਉਂਕਿ ਅਜੇ ਹੁਣ ਪਹਿਲੀ ਵਾਰੀ ਉੱਦਾਂ ਤਾਂ ਦੂਜੀ ਵਾਰੀ ਕੰਮ ਹੋਇਆ, ਕਿਤੇ ਇਹ ਨਾ ਕਹਿਣ ਹੁਣ ਡਰਾਈ ਕਲੀਨ ਕਰਾ ਕੇ ਦਿਓ, ਕਰਾਉਣ ਵਾਲੇ ਪਹਿਲਾਂ ਹੀ ਹੋਣੇ ਆ। ਗੈਰ ਫਾਇਦਾ ਵੀ ਲੈਂਦੇ ਹੁੰਦੇ ਬੰਦੇ। ਕੋਈ ਨਹੀਂ ਆ ਵੀ ਅਸੀਂ ਫਿਰ ਲੈ ਚੱਲਦੇ ਆ ਤੇ ਕਰਾ ਕੇ ਇਹ ਤੇ ਮਸਲਾ ਹੱਲ ਹੋ ਜਾਣਾ ਨਾ ਆਪਣਾ, ਹੈ ਨਾ। ਤੇ ਅਗਲੀ ਵਾਰ ਨਾਲ ਭਾਈ ਦੀ ਦੁਕਾਨ ਨਹੀਂ ਖੁੱਲਣੀ ਜਦੋਂ ਅਸੀਂ ਆਉਣਾ, ਫਿਰ ਉਦੋਂ ਵੇਲੇ ਆ ਗਿਆ ਉਹ ਯਾਰ ਚੇਤਾ ਭੁੱਲ ਗਿਆ, ਹੋਇਆ ਪਿਆ ਇਹ ਕੰਮ ਜੀ। ਤੇ 3-4 ਵਾਰ ਗੇੜਿਆਂ ਤੋਂ ਬਾਅਦ ਫਿਰ ਅਗਲੇ ਨੂੰ ਚੇਤਾ ਭੁੱਲ ਜਾਣਾ। ਦੇਖੋ ਜੇ ਆਪਣਾ ਹੋਵੇ ਤਾਂ ਫਿਰ ਬੰਦਾ 20 ਵਾਰੀ ਐਂ ਘੁੰਮ ਕੇ ਦੇਖਦਾ ਯਾਰ ਕੋਟ ਠੀਕ ਹੈਗਾ। ਜਦੋਂ ਕਿਸੇ ਦਾ ਹੋਵੇ ਕਹਿੰਦਾ ਐਨ ਫਿੱਟ ਆ ਜੀ, ਗੱਲ ਹੀ ਕੋਈ ਨਹੀਂ, ਭਾਵੇਂ ਬਾਂਹ ਤਾਂ ਚੜੀ ਆ, ਖੁੱਲਾ ਪਿਆ, ਐਨ ਫਿੱਟ ਆ ਗਿਆ ਜੀ, ਵਧੀਆ। ਇੱਦਾਂ ਦਾ ਨਹੀਂ ਆਇਆ ਕਦੀ। ਅੱਛਾ, ਗੱਲ ਇਹ ਆ, ਮੈਂ ਸੋਚਦਾ ਸੀ ਵੀ ਵਾਹਵਾ ਆ ਕਰੋਨੇ ਜਿਹਨੇ ਖੜਾ ਛੱਡਿਆ ਸੀਗਾ, ਹੁਣ ਤੇ ਹੌਲੀ ਹੌਲੀ ਇਹ ਵੀ ਸੀ US ਵਾਲੇ ਵੀ ਕਹਿਣ ਲੱਗ ਗਏ ਵੀ ਕੋਈ ਗੱਲ ਨਹੀਂ ਯਾਰ, ਛੱਡੋ ਖੜਾ, ਟੈਸਟ ਉਸ ਦੀ ਲੋੜ ਨਹੀਂ, ਆ ਜਾਓ, ਕੋਈ ਗੱਲ ਨਹੀਂ, ਹੈ ਨਾ। ਪਰ ਉਧਰ ਜਿਹਨੂੰ ਕਹਿੰਦੇ ਵੀ ਸਭ ਤੋਂ ਬਿਊਟੀਫੁਲ ਸ਼ਹਿਰ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਉੱਥੋਂ ਵਾਲੇ ਪ੍ਰਸ਼ਾਸਨ ਵਾਲਿਆਂ ਫੇਰ ਉਹ ਕਰਾਕਾਂ ਲਾ ਦਿੱਤੀਆਂ, ਕਹਿੰਦੇ ਨਾ ਬਈ ਕਰੋਨਾ ਫੇਰ ਆ ਸਕਦਾ, ਇਸ ਕਰਕੇ ਤੁਸੀਂ ਮਾਸਕ ਪਾ ਕੇ ਰੱਖੋ, ਹੱਥ ਆਪਣੇ ਸਾਫ਼ ਰੱਖੋ, ਛਿੱਕਣ ਤੋਂ ਤੁਸੀਂ ਬਚਾਅ ਰੱਖੋ, ਘੁੱਟਵੀਆਂ ਥਾਵਾਂ 'ਤੇ ਨਾ ਜਾਓ, ਹੋਰ ਕਈ ਚੀਜ਼ਾਂ ਐਡਵਾਈਜ਼ਰੀ 'ਚ ਲਿਖੀਆਂ ਉਹਨਾਂ ਨੇ। ਇਹਦਾ ਮਤਲਬ ਲੋਕ ਫਿਰ ਸਹਿਮੇ ਹੋਣਗੇ। ਫਰਕ ਤਾਂ ਪੈਣਾ ਹੀ ਆ। ਦੇਖੋ, ਭਾਰਤ ਦੇ ਵਿੱਚ ਸ਼ਾਇਦ ਇਹ ਪਹਿਲਾ ਹੀ ਸ਼ਹਿਰ ਹੈ ਜਿੱਥੇ ਇਦਾਂ ਕੀਤੀ ਹੈ ਨਾ ਕਿ ਤੁਸੀਂ ਮਾਸਕ ਲਾ ਕੇ ਰੱਖਣਾ। ਖਾਸ ਤੌਰ ਤੇ ਬਿਲਕੁਲ ਪੰਜਾਬ ਦੇ ਗੁਆਂਢ 'ਚ, ਪੰਜਾਬ ਦਾ ਹੀ ਆ, ਬਹੁਤੇ ਲੀਡਰ ਤਾਂ ਮੰਗ ਇਹੀ ਕਰਦੇ ਆ। ਮਾਸਕ ਮਸੀਓਂ ਲਿੱਥਾ ਸੀ, ਲੋਕ ਕਹਿੰਦੇ ਸੀ ਸਾਹ ਆਇਆ ਵੀ ਮਾੜਾ ਜਿਹਾ, ਮਾਸਕਾਂ ਨਾਲ ਘੁੱਟੇ ਹੀ ਰਿਹਾ, ਇੱਕ ਦੂਜੇ ਦਾ ਪਤਾ ਹੀ ਨਹੀਂ ਸੀ ਲੱਗਦਾ ਕੌਣ ਹੈ ਕੌਣ, ਨੇੜਿਓਂ ਲੰਘ ਗਿਆ, ਕੌਣ ਦੂਰੋਂ ਹੋ ਕੇ ਲੰਘ ਗਿਆ, ਅਗਲਾ ਹਾਕ ਮਾਰੇ ਨਾਲੇ ਪਛਾਣਿਆ ਨਹੀਂ, ਉਹ ਕਹਿੰਦੇ ਮਾਸਕ ਲਾ ਯਾਰ ਫੇਰ ਹੀ ਪਛਾਣੂਗਾ। ਹੁਣ ਚੰਡੀਗੜ੍ਹ ਵਾਲੇ ਫੇਰ ਇੱਕ ਦੂਜੇ ਨੂੰ ਐਂ ਕਰਕੇ ਅੱਖਾਂ ਤੋਂ ਹੀ ਪਛਾਣਨਗੇ, ਤਾਂ ਔਖਾ ਤਾਂ ਲੱਗਦਾ ਹੀ ਆ। ਤੇ ਪਹਿਲਾਂ ਵੀ ਜਦੋਂ ਪਾਬੰਦੀਆਂ ਲੱਗੀਆਂ ਸੀ ਦਿੱਲੀ 'ਚ, ਦਿੱਲੀੋਂ ਚੰਡੀਗੜ੍ਹ, ਚੰਡੀਗੜ੍ਹੋਂ ਪੰਜਾਬ, ਤੇ ਪੰਜਾਬ ਵਾਲੇ ਹੁਣ ਇੱਕ ਵਾਰੀ ਫੇਰ ਦੇਖਦੇ ਹੋਣੇ ਆ ਕਿ ਭਾਈ ਕਿਤੇ ਚੰਡੀਗੜ੍ਹੋਂ ਸੇਕਾ ਸਾਡੇ ਵਾਲੇ ਪਾਸੇ ਨਾ ਆ ਜਾਏ। ਨਹੀਂ, ਇੱਕ ਗੱਲ ਤਾਂ ਹੈਗੀ ਆ ਵੀ ਚਲੋ ਚੰਡੀਗੜ੍ਹ 'ਚ ਐਡਵਾਈਜ਼ਰੀ ਜਾ ਰਹੀ ਆ, ਚੰਡੀਗੜ੍ਹ ਵਾਲੇ ਵੀ ਚਲੋ ਪੜ੍ਹੇ ਲਿਖੇ ਬੰਦੇ ਉਹ ਤੇ ਕਰ ਲੈਣਗੇ। ਹੁਣ ਸੁੱਖ ਨਾਲ ਆਪਣੇ ਪੰਜਾਬੋਂ ਵੀ ਬਥੇਰੇ ਬੰਦੇ ਨੂੰ ਚੰਡੀਗੜ੍ਹ ਕਈ ਕੰਮੀ ਜਾਣਾ ਪੈਂਦਾ, ਤੇ ਹੁਣ ਜਦ ਤੱਕ ਤੇ ਆਪਾਂ ਪੰਜਾਬ ਰੋਡਵੇਜ਼ ਜਿਹੜੀ ਵੀ ABC ਡੀਪੂ ਦੀ ਉਹਦੇ 'ਚ ਬੈਠੇ ਜਾਂਦੇ ਆ, ਉਨੀ ਦੇਰ ਤੱਕ ਤੇ ਜਜਾਰੇ ਆ। ਤੇ ਜਦੋਂ ਮੋਹਾਲੀਓਂ ਚੰਡੀਗੜ੍ਹ ਐਂਟਰੀ ਕਰ ਲਈ ਤੇ ਉਦੋਂ ਅਚਾਨਕ ਉਤਰ ਕੇ ਵੇਖਣਾ ਵੀ ਇੱਥੇ ਲੋਕਾਂ ਨੂੰ ਹੋਇਆ ਕਿ ਇਹ ਫੇਰ ਮਾਸਕ ਜਿਹਾ ਲਾਈ ਫਿਰਦੇ ਆ, ਹੈ ਨਾ। ਹੁਣ ਚਲੋ ਜੇ ਕੋਈ ਬੰਦਾ ਪਿੰਡੋਂ ਆਇਆ ਜਾਣਾ ਵੀ ਚੱਲ ਹੋਰ ਕੁਛ ਨਹੀਂ, ਕੋਈ ਇੱਥੇ ਆਖੇ ਕੁਛ ਨਾ, ਡੱਬੀਆਂ ਵਾਲਾ ਪਰਨਾ ਮੂੰਹ ਅੱਗੇ ਕਰ ਲੈਂਦੇ ਆ, ਤੇ ਮਾਈ ਨੇ ਆਖਣਾ ਵੀ ਮੈਂ ਫਿਰ ਥੋੜ੍ਹਾ ਜਿਹਾ ਹੁਣ ਚੁੰਨੀ ਦਾ ਪਰਲਾ ਕਰ ਲੈਂਦੇ, ਹੁਣ ਫਿਰ ਕਰੀਏ ਕੀ, ਇਹਨਾਂ ਦੇ ਕੀ ਪਤਾ ਵਾਹਵਾ ਖਹਿੜਾ ਛੋਟਾ ਸੀ, ਫੇਰ ਉਹ ਸਿਆਪਾ ਪਾ ਤਾ ਹੀ ਗੱਲ। 3 ਕੰਮਾਂ ਵਾਲੇ ਲੋਕ ਚੇਤੇ ਰੱਖਣ, ਜਾਂ ਤਾਂ ਆਪਾਂ ਚੰਡੀਗੜ੍ਹ ਕੋਚਿੰਗ ਲੈਣ ਜਾਂਦੇ ਹਾਂ, ਜਾਂ ਬਹੁਤਾ ਕਰਕੇ ਟਰੈਵਲ ਏਜੰਟ ਦੇ ਦਫ਼ਤਰ ਜਾਂਦੇ ਹਾਂ, ਜਾਂ ਹਾਈ ਕੋਰਟ ਜਾਂਦੇ ਹਾਂ। ਤੇ ਜਿਨ੍ਹਾਂ ਨੇ ਇਹਨਾਂ 3 ਕੰਮਾਂ ਨੂੰ ਜਾਣਾ, ਜੇਬ ਦੇ ਵਿੱਚ ਮਾਸਕ ਜ਼ਰੂਰ ਪਾ ਲੈਣ। ਪੁਰਾਣਾ ਕਿਤੇ ਨਾ ਕਿਤੇ ਪਿਆ ਹੋਣਾ ਕਿਸੇ ਪੈਂਟ 'ਚ, ਕਿਸੇ ਕੋਟ ਦੀ ਜੇਬ ਦੇ ਵਿੱਚ, ਸਾਰਿਆਂ ਨੇ ਸਿੱਟੇ ਤਾਂ ਹੋਣੇ ਨੇ। ਵੈਸੇ ਵੀ ਆਪਾਂ ਨੂੰ ਪਿੰਡ ਵਾਲਿਆਂ ਨੂੰ ਚੀਜ਼ ਸਾਂਭ ਕੇ ਰੱਖਣ ਦੀ ਆਦਤ ਹੁੰਦੀ ਹੈ। ਮਾਸਕ ਕਿਤੇ ਨਾ ਕਿਤੇ ਲੱਭਣਾ, ਚੰਡੀਗੜ੍ਹ ਜਾਓ ਤਾਂ ਜ਼ਰੂਰੀ ਹੈ। ਇੱਕ ਹੋਰ, ਚੰਡੀਗੜ੍ਹੋਂ ਮੈਨੂੰ ਲੱਗਦਾ ਕਿ 2 ਘੰਟੇ ਦੀ ਵਾਟ ਦੇ ਉੱਤੇ ਇੱਕ ਕੰਡਿਆਲੀ ਤਾਰ ਆਉਂਦੀ ਹੈ, ਤੇ ਉਹਦੇ ਤੋਂ ਗਾਂਹ ਪਾਕਿਸਤਾਨ ਹੈ। ਪਾਕਿਸਤਾਨ 'ਚ ਵੀ ਪਾਬੰਦੀਆਂ ਨੇ, ਜਿੱਦਾਂ ਚੰਡੀਗੜ੍ਹ ਦੇ ਵਿੱਚ ਪਾਬੰਦੀਆਂ ਪਾਕਿਸਤਾਨ 'ਚ ਵੀ ਹੈਗੀਆਂ। ਤੁਹਾਨੂੰ ਚੇਤਾ ਹੋਣਾ ਕਿ ਜਦੋਂ ਕੋਵਿਡ ਆ ਗਿਆ ਸੀ ਤਾਂ ਵਰਕ ਫਰੋਮ ਹੋਮ ਕਰ ਦਿੱਤਾ ਸੀ ਕਿ ਘਰੋਂ ਕੰਮ ਕਰਨਾ। ਘਰੋਂ ਕੰਮ ਕਰਨ ਦਾ ਮਤਲਬ ਕਿ ਭਾਈ ਕੰਪਿਊਟਰ ਦੇ ਉੱਤੇ ਉਂਗਲੀਆਂ ਤੁਸੀਂ ਮਾਰੀ ਜਾਣੀਆਂ, ਵੀਡੀਓ ਕਾਲ ਦੇ ਉੱਤੇ ਗੱਲ ਕਰਨੀ ਹੈ। ਦਫ਼ਤਰ ਦੇ ਵਿੱਚ ਨਹੀਂ ਜਾਣਾ। ਦਫ਼ਤਰ ਦੇ ਵਿੱਚ ਜਾਂਦੇ ਹੋ ਤਾਂ ਇੱਕ ਦੂਜੇ ਦੇ ਨਾਲ ਤੁਹਾਡਾ ਕੰਟੈਕਟ ਹੁੰਦਾ, ਸੰਪਰਕ ਹੁੰਦਾ, ਉੱਥੋਂ ਫਿਰ ਉਹਦੀ ਲਾਗ ਲੱਗ ਸਕਦੀ ਹੈ, ਕੋਵਿਡ ਫੈਲ ਸਕਦਾ। ਸ਼ਾਇਦ ਦੁਨੀਆ ਦਾ ਇਹ ਪਹਿਲਾ ਹੀ ਦੇਸ਼ ਹੈ ਪਾਕਿਸਤਾਨ ਜਿੱਥੇ ਸਰਕਾਰ ਨੇ ਇੱਕ ਵਾਰੀ ਫਿਰ ਐਲਾਨ ਕਰ ਦਿੱਤਾ ਕਿ ਭਾਈ ਸਾਰੇ ਸਰਕਾਰੀ ਕਰਮਚਾਰੀ ਵਰਕ ਫਰੋਮ ਹੋਮ, ਚਾਹੇ ਸਾਰੇ ਦੇਸ਼ 'ਚ ਕੀਤਾ ਚਾਹੇ ਥੋੜ੍ਹੇ ਹਿੱਸੇ 'ਚ ਕੀਤਾ। ਹੁਣ ਦੁਨੀਆ ਹੈਰਾਨ ਹੋ ਜੂ ਪਾਕਿਸਤਾਨ ਨੂੰ ਕੀ ਹੋ ਗਿਆ। ਉਦੋਂ ਤਾਂ ਕਹਿੰਦੇ ਸੀ ਭਾਈ ਅਸੀਂ ਲੋਕਡਾਊਨ ਨਹੀਂ ਲਾ ਸਕਦੇ, ਸਾਡਾ ਔਖਾ। ਪਰ ਜਦੋਂ ਫਿਰ ਲੋਕਾਂ ਨੇ ਖੋਜ ਪੜਤਾਲ ਕੀਤੀ ਕਹਾਣੀ ਕੀ, ਉਹ ਕਹਿੰਦੇ ਜੀ ਇਹ ਤਾਂ ਗੱਲ ਪੱਕੀ ਆ ਕਿ ਵਰਕ ਫਰੋਮ ਹੋਮ ਹੈ, ਪਰ ਇਸ ਕਰਕੇ ਨਹੀਂ ਕਰੋਨਾ ਆ ਗਿਆ, ਇਸ ਕਰਕੇ ਕਿ ਬਿਜਲੀ ਥੋੜ੍ਹੀ ਹੈ, ਕੋਲਾ ਖਰੀਦਣਾ ਪੈਂਦਾ, ਤੇਲ ਬਾਹਰੋਂ ਖਰੀਦਣਾ ਪੈਂਦਾ ਜਿਹੜਾ ਬਿਜਲੀ ਦੀ ਪ੍ਰੋਡਕਸ਼ਨ ਦੇ ਵਿੱਚ ਜ਼ਰੂਰੀ ਹੈ।
ਉਹਦੇ ਲਈ ਸਾਨੂੰ ਬਾਹਰਲੇ ਦੇਸ਼ਾਂ 'ਚੋਂ ਖਰੀਦਣਾ ਪੈਂਦਾ, ਬਾਹਰਲੇ ਦੇਸ਼ਾਂ 'ਚੋਂ ਸਮਾਨ ਲਿਆਉਣਾ ਤਾਂ ਵਿਦੇਸ਼ੀ ਕਰੰਸੀ ਦੇਣੀ ਪੈਂਦੀ ਆ, ਵਿਦੇਸ਼ੀ ਕਰੰਸੀ ਸਿਰਫ 2 ਮਹੀਨੇ ਦੀ ਰਹਿ ਗਈ ਆ। ਇਸ ਕਰਕੇ ਬਿਜਲੀ ਬਚਾਓ ਕਿ ਬਾਹਰੋਂ ਸਮਾਨ ਖਰੀਦਣਾ ਨਾ ਪਵੇ, ਵਿਦੇਸ਼ੀ ਮੁਦਰਾ ਭੰਡਾਰ ਖਤਮ ਨਾ ਹੋਵੇ, ਤੇ ਬਿਜਲੀ ਬਾਹਰੋਂ ਤਾਂ ਆਪਾਂ ਸਮਾਨ ਘੱਟ ਮੰਗਾਵਾਂਗੇ। ਬਿਜਲੀ ਦੀ ਜੇ ਖਪਤ ਘਟੂਗੀ, ਖਪਤ ਤਾਂ ਘਟੂਗੀ ਜੇ ਸਰਕਾਰੀ ਦਫ਼ਤਰਾਂ 'ਚ ਬੱਤੀਆਂ, ਪੱਖੇ, ਕੂਲਰ, ਏਸੀ ਨਾ ਚੱਲਣਗੇ। ਉਹ ਤਾਂ ਨਾ ਚੱਲਣਗੇ ਜੇ ਸਰਕਾਰੀ ਦਫ਼ਤਰ ਬੰਦ ਹੋਣਗੇ। ਇਸ ਕਰਕੇ ਕਹਿੰਦੇ ਭਾਈ ਘਰੀ ਬੈਠੋ। ਚਲੋ ਬਿਠਾ ਲਓ, ਤੇ ਆਪਾਂ ਨੂੰ ਪਤਾ ਜੇ ਆਪਣੇ ਵਾਲੇ ਵੀ ਤਾਂ ਸਰਕਾਰੀ ਦਫ਼ਤਰ ਹੈਗੇ ਹੀ ਆ, ਤੇ ਆਪਣੇ ਵਾਲਿਆਂ ਨਾਲੋਂ ਕੋਈ ਬਹੁਤੇ ਚੰਗੇ ਤੇ ਨਹੀਂ ਹੋਣੇ, ਇਹ ਵੀ ਗੱਲ ਪੱਕੀ ਹੈ। ਤੇ ਜਿੰਨਾ ਕੁ ਆਪਣਾ ਇੱਥੋਂ ਆਨਲਾਈਨ ਹੋ ਜਾਂਦਾ ਸਰਕਾਰੀ ਦਫ਼ਤਰੋਂ ਕੰਮ, ਉਹਨਾਂ ਕੁ ਅਗਲਿਆਂ ਦਾ ਹੋ ਜਾਂਦਾ ਹੋਣਾ, ਹੈ ਨਾ। ਸੋ ਇਨਡਾਇਰੈਕਟ ਵੇ ਨਾਲ ਉਹਨਾਂ ਨੇ ਹੋ ਸਕਦਾ ਵੀ ਖਬਰ ਤੇ ਇਹੋ ਦਿੱਤੀ ਹੈ ਕਿ ਵੀ ਹਾਂਜੀ ਸਾਰੇ ਕੰਮ ਆਨਲਾਈਨ ਹੋਣਗੇ। ਬੇਸਿਕਲੀ ਉਹ ਕਹਿੰਦੇ ਆ ਵੀ ਭਾਈ ਸਾਹਿਬ ਹੁਣ ਤੁਸੀਂ ਸਾਡੇ ਵੱਲੋਂ ਛੁੱਟੀ ਸਮਝੋ, ਵੀ ਸਾਹਿਬ ਘਰ ਨੇ ਤੇ ਤੁਸੀਂ ਆਪਣੇ ਘਰੋਂ ਘਰੀ ਰਹਿਣਾ। ਇਹ ਨਹੀਂ ਵੀ ਮਤਲਬ ਸਵੇਰ ਤੋਂ ਹੀ ਮਤਲਬ ਬੱਸੇ ਬਹਿ ਕੇ ਤੇ ਆ ਜਾਣਾ ਵੀ ਮੈਂ ਹੁਣ ਫਲਾਨਾ ਕੰਮ ਕਰਾ ਆਵਾਂ, ਵੀ ਉੱਥੇ ਤੁਹਾਨੂੰ ਮਿਲਣਾ ਕਿਸੇ ਨੇ ਨਹੀਂ। ਪਰ ਇੱਕ ਗੱਲ ਤਾਂ ਹੈਗੀ ਆ ਵੀ ਇਹ ਹੁਣ ਐਂਡ ਵਾਲੇ ਮੌਕੇ 'ਤੇ ਆ ਕੇ ਆ ਸਾਰੀਆਂ ਟੱਕਰਾਂ ਮਾਰਨ ਵਾਲੀ ਕੋਸ਼ਿਸ਼ ਹੈ। ਇਹਦੋਂ ਪਹਿਲਾਂ ਜੇ ਆਪਾਂ ਜ਼ਿਕਰ ਕਰੀਏ ਤੇ ਜਿੰਨਾ ਚਿਰ ਤੱਕ ਇਮਰਾਨ ਖਾਨ ਉਨੀ ਕੁਰਸੀ ਤੇ ਸੀਗੀ ਉਨੀ ਦੇਰ ਤੱਕ ਮੇਰੇ ਖਿਆਲ ਨਾਲ ਵਿਰੋਧੀਆਂ ਨੂੰ ਵੀ ਚੇਤਾ ਨਹੀਂ ਵੀ ਮਹਾਰਾਜ ਇਹੋ ਜਿਹਾ ਕੁਝ ਹੋਈ ਜਾਂਦਾ। ਤੇ ਜਿੱਦਣ ਦਾ ਉਹਨੂੰ ਲਾ ਲਿਆ ਹੁਣ ਉਹ ਬੈਠੇ ਨੇ ਤੇ ਇਮਰਾਨ ਖਾਨ ਸਾਹਿਬ ਵੀ ਆਖੀ ਜਾਂਦੇ ਵੀ ਇਲੈਕਸ਼ਨ ਕਰਾ ਲਓ ਫਟਾਫਟ, ਨਾ ਹੁਣ ਉਹਨਾਂ ਨੂੰ ਚੇਤਾ ਵੀ ਮੈਨੂੰ ਕੁਰਸੀ ਦੇ ਦਿਓ ਫਟਾਫਟ। ਇਹ ਜਿਹੜਾ ਕੰਮ ਹੈ ਨਾ ਵੀ ਇਹ ਹੈ ਤੇ ਲਾਗ ਉੱਦਾਂ ਦੀ ਜਿੱਦਾਂ ਦੀ ਆਪਣੇ ਲੀਡਰਾਂ ਨੂੰ ਉੱਦਾਂ ਦੀ ਉੱਧਰ ਆ ਵੀ ਕੁਰਸੀ ਦੇ ਮਗਰ ਦੌੜਿਆ। ਹਾਂ, ਉਹ ਕੁਰਸੀ ਦੀਆਂ ਜ਼ਿੰਮੇਵਾਰੀਆਂ ਕੀ ਆ ਉਹ ਉਹਦੇ ਵੱਲ ਦੇਖਦੇ ਜਿਹੜੇ ਲੋਕ ਨੇ, ਉਹਨਾਂ ਦਾ ਕੀ ਕਸੂਰ ਵਿਚਾਰਿਆਂ ਦਾ, ਉਹਦੇ ਵਾਲੇ ਪਾਸੇ ਜਾਂਦਾ ਕੋਈ ਨਹੀਂ। ਹਾਂ ਚਲੋ ਜੇ ਅਗਲਿਆਂ ਕਹਿ ਤਾ ਵੀ ਹੁਣ ਤੁਸੀਂ ਇਸ ਕੰਮੋਂ ਬਾਹਰ ਨਹੀਂ ਨਿਕਲਣਾ, ਬਿਜਲੀ ਘੱਟ ਆ, ਕੱਲ੍ਹ ਨੂੰ ਕਹਿਣਗੇ ਤੇਲ ਘੱਟ ਆ, ਪਰਸੋਂ ਕਹਿਣਗੇ ਵੀ ਹਮ ਕਈ ਕੁਛ ਘੱਟ ਆ, ਹੈ ਨਾ। ਤੇ ਉਹ ਇਹ ਜਿਹੜਾ ਕੰਮ ਹੈ ਇਹ ਥੋੜ੍ਹਾ ਜਿਹਾ ਗਲਤ ਆ। ਦੇਖੋ ਬਾਕੀ ਸਾਰੀਆਂ ਚੀਜ਼ਾਂ ਤਾਂ ਕੋਈ ਨਹੀਂ, ਅਕਲ ਨਾ ਘੱਟ ਹੋਵੇ। ਤੇ ਆਹ ਘਾਟੇ ਵਾਲੀ ਗੱਲ ਹੀ ਤਾਂ ਮੈਂ ਮਾੜਾ ਇਸ਼ਾਰਾ ਕੀਤਾ ਵੀ ਘਾਟ ਹੀ ਹੈ ਵੀ ਯਾਰ ਭਲਿਓ ਜੇ ਦਿਸਣ ਡਿਆ ਹੁਣ ਇਹ ਤਾਂ ਹੈ ਨਹੀਂ ਵੀ ਮਤਲਬ ਅੱਜ ਕਿਤੇ ਉਹ ਕਣਕ ਵਾਲੇ ਡਰਮ ਦਾ ਜ਼ਰੂਰ ਚੱਕਰ ਪੈਂਦਾ ਹੁੰਦਾ ਵੀ ਹਾਂ ਯਾਰ ਉਦੋਂ 2 ਬੋਰੀਆਂ ਕੱਢ ਲਈਆਂ, ਇਹ ਮੁੜ ਕੇ ਕਿਤੇ ਝਾਤੀ ਨਹੀਂ ਮਾਰੀ ਆ, ਹੁਣ ਖੜਕਾ ਕੇ ਵੇਖਿਆ ਤੇ ਬੋਲਣ ਲੱਗ ਪਿਆ ਡਰਮ, ਥੋੜੀ ਆ, ਹੈ ਨਾ ਵੀ ਥੋੜੀ ਆ। ਉਹ ਤਾਂ ਚਲੋ ਮੰਨਿਆ ਵੀ ਜਿਹੜਾ ਭਲਿਓ ਖਜ਼ਾਨਾ ਤੁਹਾਨੂੰ ਰੋਜ਼ ਦੱਸਦਾ ਸੀ ਉਹਨੇ ਤੇ ਤੁਹਾਨੂੰ 6 ਮਹੀਨੇ ਪਹਿਲਾਂ ਦੱਸ ਦੇਣਾ ਵੀ ਅੱਗੇ ਮਾਹੌਲ ਕੀ ਹੈ ਤੇ ਆਪਣਾ ਕੀ ਹਾਲ ਚੱਲਣ ਡਿਆ। ਹੁਣ ਤੁਸੀਂ ਦੇਖੋ ਕਿ ਸਰਕਾਰ ਨੇ ਇੱਕ ਐਲਾਨ ਹੋਰ ਕੀਤਾ, ਉਹਦੇ 8:31 ਤੇ PM ਜਾਨੀ ਕਿ ਸ਼ਾਮ ਨੂੰ ਤੁਹਾਡੀਆਂ ਸਾਰੀਆਂ ਦੁਕਾਨਾਂ, ਮਾਲ ਜਿਹੜੇ ਬੰਦ ਚਾਹੀਦੇ 8:30 ਤੱਕ ਹੀ ਖੁੱਲ੍ਹਣੇ ਆ, ਕਿਉਂਕਿ ਉਦੋਂ ਕਹਿੰਦੇ ਹਨੇਰਾ ਹੋਣ ਲੱਗ ਪੈਂਦਾ, ਮੁੜ ਕੇ ਫਿਰ ਬੱਤੀਆਂ ਜਗਾਉਣੀਆਂ ਪੈਣੀਆਂ, ਰਾਤ ਨੂੰ 10 ਵਜੇ ਤੋਂ ਬਾਅਦ ਵਿਆਹ ਕੋਈ ਨਹੀਂ ਹੋ ਸਕਣਾ। ਦਫ਼ਤਰਾਂ ਦੇ ਵਿੱਚ ਕੰਮ ਅੱਗੇ ਸੋਮਵਾਰ ਤੋਂ ਸ਼ਨੀਵਾਰ ਤੱਕ ਚੱਲਦਾ ਸੀ, ਉਹ ਕਹਿੰਦੇ ਜੀ ਸ਼ਨੀਵਾਰ ਵੀ ਬੰਦ ਹੀ ਕੰਮ, ਜੇ ਕਿਤੇ ਕੋਈ ਦਫ਼ਤਰ ਐਮਰਜੈਂਸੀ ਖੋਲ੍ਹਣਾ ਵੀ ਪੈਂਦਾ ਉਹਦੇ ਲਈ ਵੀ ਤੁਸੀਂ ਸ਼ੁੱਕਰਵਾਰ ਤੱਕ ਹੀ ਆ, ਇੱਕ ਦਿਨ ਉਧਰਲੇ ਪਾਸੇ ਵੀ ਖਤਮ। ਤੇ ਹੋਰ ਤੁਸੀਂ ਦੇਖੋ ਗੱਲ ਇੱਥੇ ਨਹੀਂ, ਮੈਂ ਪਿਛਲੇ ਦਿਨ ਹੀ ਦੱਸਿਆ ਸੀ ਇਸੇ ਪ੍ਰੋਗਰਾਮ ਤੁਹਾਡੇ ਨਾਲ ਗੱਲ ਕਰਦੇ, 60 ਰੁਪਏ ਡੀਜ਼ਲ ਪੈਟਰੋਲ ਹਫ਼ਤੇ 'ਚ ਮਹਿੰਗਾ ਹੋ ਗਿਆ। ਹੁਣ ਕਹਿੰਦੇ ਜੀ ਤਿਆਰ ਰਹਿਣਾ, ਮਾੜਾ ਜਿਹਾ ਇੱਕ ਹਲਕਾ ਜਿਹਾ ਟੀਕਾ ਹੋਰ ਲਾਉਣਾ। ਅਰੇ ਚਲੋ ਕੋਈ ਨਹੀਂ ਲਾ ਲੈਣਾ। ਦੇਖੋ ਕਾਰਨ ਹੈ ਵੀ ਉੱਥੇ ਵੀ ਆਪਣੇ ਵਰਗੇ ਹੀ ਹੈ, ਉਹ 'ਚੋਂ ਵੀ ਕਈਆਂ ਨੇ ਆਖਣਾ ਕੋਈ ਗੱਲ ਨਹੀਂ ਵੀ ਭਾਈ ਜਾਨ ਜਿੰਨੇ ਦਾ ਮਰਜ਼ੀ ਹੋ ਜਾਵੇ, ਆਪਾਂ ਤਾਂ 10 ਦਾ ਹੀ ਪਵਾਉਣਾ ਹੈ, ਪਵਾਉਣਾ ਹੀ ਪਵਾਉਣਾ, ਆਪਾਂ ਵੱਧ ਨਹੀਂ ਕਦੀ ਪਵਾਇਆ। ਚਲੋ ਠੀਕ ਹੈ, ਰਕਮ ਇਕੱਠੀ ਖਰਚਣੀ ਹੈ। ਹਾਂ ਰਕਮ ਉਨੀ ਖਰਚਣੀ, ਆਪਾਂ ਵੱਧ ਨਹੀਂ ਖਰਚਣੇ ਕਦੀ ਵੀ। ਵੈਸੇ ਸੰਧਾ ਇਹ ਸਭ ਵੈਸੇ ਇੱਕ ਸਵਾਲ ਹੈ, ਤੁਸੀਂ ਵੈਸੇ ਤੁਹਾਨੂੰ ਤੇ ਸਵਾਲ ਹੀ ਤੁਸੀਂ ਕਹਿਣਾ ਇਹ ਸਵਾਲ ਹੀ ਗਲਤ ਹੈ। ਮੈਂ ਆਮ ਇਹ ਹੱਕ ਸਾਡਾ ਹੈ ਵੀ ਸਵਾਲ ਗਲਤ ਹੈ ਕਿ ਸਹੀ, ਇਹ ਕਹਿਣਾ ਸਾਡਾ ਹੱਕ ਹੈ। ਕਿਉਂਕਿ ਮੈਂ ਦੇਖਿਆ ਸੀ 20 ਦਾ ਤੇਲ ਆਮ ਹੀ ਪਾਉਂਦੇ ਹੁੰਦੇ ਲੋਕ, ਵੀ 20 ਦਾ ਪਾ ਦੇ, ਤੁਸੀਂ ਕਿੰਨੇ ਕੁ ਤਾਂ ਪਾਉਂਦੇ ਦੇਖੇ? ਮੈਂ ਖੁਦ 20 ਦਾ ਹੀ ਪਾਉਂਦਾ ਰਿਹਾ। ਨਹੀਂ ਉਦੋਂ ਲੋਕ ਆਮ ਲੋਕ ਕਿੰਨੇ ਕੁ ਦਾ ਪਾਉਂਦੇ ਹੁੰਦੇ, ਤੁਸੀਂ ਤਾਂ ਵੱਡੇ ਬੰਦੇ 20 ਦਾ ਪਾਉਂਦੇ। ਨਹੀਂ ਗੱਲ ਇਹ ਆ ਵੀ ਮੈਨੂੰ ਤੁਸੀਂ ਉਹਨਾਂ ਸਮੇਂ ਦੀ ਗੱਲ ਤਾਂ ਨਹੀਂ ਕਰਦੇ ਜਦੋਂ 20 'ਚ ਟੈਂਕੀ ਭਰਦੀ ਸੀ? ਨਹੀਂ ਏਡੀ ਵੀ ਗੱਲ ਪੁਰਾਣੇ ਬੰਦੇ ਹੋ। ਇੰਨਾ ਪੁਰਾਣਾ ਨਹੀਂ ਹੈਗਾ ਮੈਂ। ਨਹੀਂ ਪਰ ਇੱਕ ਗੱਲ ਹੈ, ਮੈਨੂੰ ਲੱਗਦਾ ਵੀ ਆਮ ਨੋਰਮਲ ਪਹਿਲਾਂ ਕਿ ਜੇ ਜਦੋਂ ਸਕੂਟਰ ਮੋਟਰਸਾਈਕਲ ਨਵੇਂ ਜੇ ਬਹੁਤੇ ਚੱਲੇ ਆ, ਉਦੋਂ 50 ਦੇ ਨਾਲ ਗੱਲਬਾਤ ਹੁੰਦੀ ਵੀ ਲੈ ਵੀ ਰਾਜੇ ਹੋ ਗਈ। ਤੇ ਹੁਣ ਤੇ ਮੈਨੂੰ ਲੱਗਦਾ ਵੀ 100 ਦਾ ਵੀ ਲੀਟਰ ਕੀ ਪੈਂਦਾ ਮਹਾਂ, ਤੇ ਅਗਲਾ ਕਹਿੰਦਾ ਯਾਰ ਅੱਛਾ ਮਾੜਾ ਜਿਹਾ ਟੈਂਕੀ ਹਿਲਾ ਕੇ ਵੇਖੀ, ਹੁਣ ਥੋੜ੍ਹਾ ਜਿਹਾ ਛਲਕਦਾ ਹੀ ਚੱਲ ਵਾਂਡਾ ਮਾੜਾ ਜਿਹਾ ਵੇਖ ਹੋਣੇ ਲਾਗੇ ਬੰਨੇ ਵਾਲਾ, ਇੰਨੀ ਕੀ ਗੱਲ ਰਹਿ ਗਈ ਹੈ। ਪਰ ਕਾਰਨ ਇਹ ਆ ਵੀ ਜੇ ਆਪਾਂ ਪਾਕਿਸਤਾਨ ਦੇ ਹਿਸਾਬ ਨਾਲ ਵੇਖੀਏ ਤੇ ਉਧਰ ਤੇ ਉਹ ਕਹਿੰਦਾ ਵੀ ਯਾਰ ਪੈਟਰੋਲ ਕੋਈ ਇਹੋ ਜਿਹਾ ਕੋਈ ਲੱਭੋ ਮੋਟਰਸਾਈਕਲ ਵੀ ਸਵੇਰੇ ਨਾ ਮੋਟਰਸਾਈਕਲ ਦੀਆਂ 2 ਨਾਸਾਂ ਬਣਾ ਲਈਆਂ, ਉਹ ਤੂੰਬਾ ਲਵੇੜ ਕੇ ਪੈਟਰੋਲ ਦਾ ਨਾ ਮੋਟਰਸਾਈਕਲ ਦੀਆਂ ਨਾਸਾਂ 'ਚ ਮਾੜਾ ਲਾ ਲੈਣਾ, ਨਸਵਾਰ ਵਾਂਗੂ ਤੈਨੂੰ ਤੋਰ ਲਿਆ, ਫਿਰ ਭਾਵੇਂ ਗੱਲ ਬਣ ਜਾਏ। ਮੈਂ ਸੋਚਦਾ ਸੀ ਕਿ ਉੱਥੇ ਫੁੱਫੜ ਦੀ ਟੌਰ ਬਹੁਤ ਬਣਦੀ ਹੋਣੀ, ਜੇ ਫੁੱਫੜ ਕਿਤੇ ਸਕੂਟਰ ਮੋਟਰਸਾਈਕਲ ਤੇ ਜਾਂਦਾ ਹੋਣਾ, ਸਾਰੇ ਪਿੰਡ ਦੱਸਦੇ ਨੇ ਸਾਡੇ ਵਾਲਾ ਤਾਂ ਪੈਟਰੋਲ ਵਾਲੀ ਚੀਜ਼ ਤੇ ਹੈ ਜੀ। ਪੈਟਰੋਲ ਪੈਂਦਾ ਹੀ ਉਹ 'ਚ, ਡੀਜ਼ਲ ਪੈਂਦਾ ਹੀ ਉਹ 'ਚ। ਹਾਂ 500 ਦਾ ਤਾਂ ਉਹੀ ਲੱਗ ਗਿਆ ਹੋਣਾ, 270 ਦੇ ਕੇਲੇ ਲੈ ਆਇਆ ਫੁੱਫੜ ਆਉਣ ਲੱਗਾ। ਇੰਨੀ ਅਮੀਰੀ, ਹਾਂ ਇੰਨੀ ਅਮੀਰੀ, ਛਿੱਲਾਂ ਫੜ ਕੇ ਸਾਰੇ ਪਿੰਡ ਤੁਰੇ ਰਹਿੰਦੇ ਹੋਣੇ 3 ਦਿਨ। ਨਹੀਂ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਫੁੱਫੜ ਜਾਂਦਾ, ਕਿਉਂਕਿ ਉਹਨੂੰ ਪਤਾ ਵੀ ਜੇ ਮੈਂ ਉੱਧਰ ਚੱਲ ਗਿਆ ਉਹਦੇ ਨੂੰ ਚੰਗਾ ਵੀ ਅਗਲਿਆਂ ਨੇ ਮੁੜ ਕੇ ਖਵਾਇਆ ਪਿਆ ਕੁਛ ਨਾ, ਫਿਰ ਐਵੇਂ ਲੜਾਈ ਪਊਗੀ। ਜਾਂ ਜੇ ਖਵਾਉਣ ਪਿਆਉਣ ਵਾਲਾ ਬਾਹਰੋਂ ਤੇ ਕਿਤੇ ਲੈਣ ਨਹੀਂ ਜਾਣਾ, ਉਹ ਜਿਹੜਾ ਸਾਰਾ ਦਿਨ ਮਤਲਬ ਉਹ ਰੂੜੀਆਂ ਫਰੋਲਦਾ ਫਿਰਦਾ ਹੋਣਾ, ਸ਼ਾਮ ਨੂੰ ਆਉਂਦੇ ਨੇ ਪਤਾ ਨਹੀਂ ਲੱਭਦਾ ਨਹੀਂ ਯਾਰ ਚਿੱਟਾ ਕੁੱਕੜ ਆਪਣਾ ਕਿੱਧਰ ਗਿਆ।
ਚਲੋ ਗੱਲ ਖਬਰਾਂ ਵਾਲੇ ਪਾਸੇ ਤੋਰਦੇ ਆ। ਅੱਛਾ, ਖਬਰਾਂ ਦੀ ਗੱਲ ਇਹ ਆ ਵੀ ਲੀਡਰ ਸਾਹਿਬਾਨ ਹੁਣ ਜਿਹੜੇ ਨੇ ਨਾ, ਜਿਨ੍ਹਾਂ ਨੇ ਪਹਿਲਾਂ ਲਾਲ ਬੱਤੀਆਂ ਵਾਲੀਆਂ ਗੱਡੀਆਂ ਝੂਟੀਆਂ ਸੀ, ਉਹਨਾਂ 'ਚ ਹੁਣ ਕੁਝ ਤੇ ਸ਼ਖਸੀਅਤਾਂ ਅੰਦਰ ਨੇ, ਕੁਝ ਜਿਨ੍ਹਾਂ ਨੂੰ ਹੁਣੇ ਗੱਡੀਆਂ ਮਿਲੀਆਂ ਸੀ ਉਹ ਵੀ ਅੰਦਰ ਨੇ, ਕੁਛ ਕੁ ਜਿਨ੍ਹਾਂ ਨੇ ਝੂਟੀਆਂ ਸੀ ਗੱਡੀਆਂ ਉਹਨਾਂ ਨੇ ਅੰਦਰ ਜਾਣ ਦੀ ਚਰਚਾ ਚੱਲ ਪਈ, ਅਤੇ ਉਹ ਕਹਿੰਦੇ ਵੀ ਉਦੋਂ ਪਹਿਲਾਂ ਵੀ ਕੋਈ ਰੌਲਾ ਪੈ ਜੇ ਆਪਾਂ ਹੁਣ ਅਦਾਲਤ ਦਾ ਦਰਵਾਜ਼ਾ ਖੜਕਾਈਏ। ਪਿਛਲੇ ਦਿਨੀ ਖੈਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਇੱਕ ਵੱਡਾ ਅਹੁਦਾ ਵੀ ਦਿੱਤਾ ਸੀ, ਭਾਰਤ ਭੂਸ਼ਣ ਆਸ਼ੂ ਹੋਰਾਂ ਦੀ ਗੱਲ ਕਰਦਾ। ਜਦੋਂ ਉਹ ਮੰਤਰੀ ਸੀਗੇ ਅਤੇ ਉਹ ਜਿਹੜਾ ਵੀ ਮਹਿਕਮਾ ਉਹਨਾਂ ਦੇ ਕੋਲ ਰਿਹਾ, ਉਦੋਂ ਵੀ ਬੜੀ ਚਰਚਾ ਸੀਗੀ ਵੀ ਮਹਾਰਾਜ ਇਸ ਮਹਿਕਮੇ ਦੇ ਕੁਛ ਆਈ ਜਾਂਦਾ ਹੈ, ਕੁਛ ਜਾਈ ਜਾਂਦਾ ਹੈ, ਕੁਛ ਫਿਰ ਜਾਈ ਜਾਂਦਾ ਹੈ ਅਤੇ ਕੁਛ ਆਈ ਜਾਂਦਾ ਹੈ। ਹਾਲਾਂਕਿ ਉਦੋਂ ਵੀ ਉਹਨਾਂ ਨੇ ਆਪਣੇ ਤੌਰ 'ਤੇ ਬੜੀ ਵਾਰਾਂ ਇਸ ਚੀਜ਼ ਦੀ ਐਕਸਪਲੇਨੇਸ਼ਨ ਦਿੱਤੀ ਸੀ ਵੀ ਆਪਣੇ ਮਹਿਕਮੇ ਦੇ ਵਿੱਚ ਬਿਲਕੁਲ ਸਾਰਾ ਕੁਛ ਕਲੀਨ ਹੈ, ਜੇ ਕਿਸੇ ਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਤੁਸੀਂ ਆਓ, ਅਸੀਂ ਤੁਹਾਨੂੰ ਰਿਕਾਰਡ ਵਿਖਾ ਦਿੰਦੇ ਹਾਂ। ਪਰ ਹੁਣ ਜਿੱਦਾਂ ਕਿ ਜੇ ਚਰਚਾ ਚੱਲਦੀ ਆ ਵੀ ਕੁਛ ਕੋਈ ਟੈਂਡਰਾਂ ਦੀ ਗੱਲ, ਕੁਛ ਟਰਾਂਸਪੋਰਟੇਸ਼ਨ ਦੀ ਗੱਲ, ਕੁਛ ਹੋਰ ਗੱਲ, 2000 ਕਰੋੜ ਯਾਰ ਥੋੜ੍ਹਾ ਨਹੀਂ ਹੁੰਦਾ। 2000 ਦਾ ਤੇ ਨੋਟ ਆਮ ਬੰਦੇ ਕੋਲ ਹੋਵੇ ਤੇ ਉਹ ਆਂਦਾ ਵੀ ਮੇਰੇ ਨਾਲ ਦਾ ਸ਼ਾਹ ਕੋਈ ਨਹੀਂ, ਤੇ 2000 ਦੇ ਨੋਟ ਦੇ ਨਾਲ ਕਰੋੜ ਵੀ ਲੱਗਦਾ, ਕਹਿੰਦੇ ਓਡਾ ਕਪਲਾ। ਸੰਧਾਲੀਆ ਸਾਹਿਬ, ਪਹਿਲੀ ਗੱਲ ਇਹ, ਇੱਕ ਤਾਂ ਬੇਨਤੀ ਆਪਾਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਤੇ ਸਾਰੇ ਪੰਜਾਬੀਆਂ ਨੂੰ ਇਹ ਕਰਨੀ ਆ ਕਿ ਜਿੰਨੇ ਬੰਦਿਆਂ ਦਾ ਅਸੀਂ ਜ਼ਿਕਰ ਕਰਾਂਗੇ ਇਹ ਬੰਦੇ ਅਦਾਲਤਾਂ ਨੇ ਦੋਸ਼ੀ ਕਰਾਰ ਨਹੀਂ ਦਿੱਤੇ, ਦੋਸ਼ ਲੱਗੇ ਆ। ਸਾਨੂੰ ਕਈ ਵਾਰੀ ਕਾਹਲ ਬਹੁਤ ਹੁੰਦੀ ਆ, ਕਈ ਵਾਰੀ ਬੜੇ ਭੱਦੇ ਸ਼ਬਦ ਟਿੱਪਣੀਆਂ 'ਚ ਲਿਖ ਦਿੱਤੇ ਜਾਂਦੇ, ਇਹਨਾਂ ਨੂੰ ਤਾਂ ਐਂ ਹੀ ਕਰਨਾ ਚਾਹੀਦਾ। ਬੰਦਾ ਦੋਸ਼ੀ ਉਦੋਂ ਜਦੋਂ ਜੱਜ ਸਾਹਿਬ ਮਾਣਯੋਗ ਅਦਾਲਤਾਂ ਉਹਨਾਂ ਨੂੰ ਦੋਸ਼ੀ ਕਰਾਰ ਦੇ ਦੇਣ, ਉਦੋਂ ਤੱਕ ਉਹਨਾਂ ਦੇ ਉੱਤੇ ਦੋਸ਼ ਲੱਗਿਆ ਸਾਬਿਤ ਹੋਣੇ ਅਜੇ ਬਾਕੀ ਆ। ਪਰ ਇੱਕਦਮ ਦੋਸ਼ ਲੱਗਣ ਦਾ ਹੜ੍ਹ ਆ ਜਾਣਾ ਵੱਖ-ਵੱਖ ਵੱਡੇ ਸਿਆਸੀ ਲੀਡਰਾਂ ਦੇ ਉੱਤੇ, ਉਹ ਕੋਈ ਸੁਖਾਲੀ ਗੱਲ ਨਹੀਂ। ਵੈਸੇ ਕਿਸੇ ਨਾ ਕਿਸੇ ਦੇ ਉੱਤੇ ਤਾਂ ਸਾਬਿਤ ਹੋ ਜਾਣੇ ਆ, ਕਿਉਂਕਿ ਜੇ ਕਿਸੇ ਵੀ ਲੀਡਰ ਦੇ ਉੱਤੇ ਦੋਸ਼ ਸਾਬਿਤ ਨਾ ਹੋਣ ਤਾਂ ਪੰਜਾਬ ਦੇ ਹਾਲਤ ਇੰਨੀ ਮਾੜੀ ਨਹੀਂ ਸੀ ਹੋਣੀ, ਫਿਰ ਸਾਰਾ ਕੁਝ ਠੀਕ ਹੋਣਾ ਸੀ। ਗੜਬੜੀ ਤਾਂ ਕਿਤੇ ਹੈਗੀ ਹੈ, ਪਰ ਉਹ ਕਿਹਦੇ ਵੱਲ ਗੜਬੜੀ ਹੈ ਅਦਾਲਤ ਨੇ ਤੈਅ ਕਰਨਾ। ਭਾਰਤ ਭੂਸ਼ਣ ਆਸ਼ੂ ਸਾਹਿਬ ਚਰਚਾ ਦੇ ਵਿੱਚ ਬੜੇ ਰਹੇ। ਤੁਹਾਨੂੰ ਯਾਦ ਹੋਣਾ ਹੈ ਕਿ ਕੁਝ ਤਸਵੀਰਾਂ ਵਾਇਰਲ ਹੁੰਦੀਆਂ ਸੀ ਕਿ ਇੱਕ ਬੰਦੇ ਨਾਲ ਥੋੜ੍ਹਾ ਉਹਨਾਂ ਦਾ ਝਗੜਾ ਹੁੰਦਾ ਸੀ, ਉਹ ਪਤਾ ਨਹੀਂ ਕੀ ਕਹਿੰਦਾ ਸੀ, ਜੇ ਇਲੈਕਸ਼ਨ ਸੀ ਮੇਰੇ ਤੋਂ ਕਈ ਕੁਝ ਛਪਵਾਇਆ ਪੋਸਟਰ ਪਾਸਟਰ, ਮੁੜ ਕੇ ਖਰੇ ਰੁਪਈਏ ਹਿਸਾਬ ਕਿਤਾਬ ਦਾ ਰੌਲਾ ਸੀ। ਹਾਂ, ਮੁੜ ਕੇ ਉਹ ਬੰਦਾ ਅਦਾਲਤ 'ਚ ਗਿਆ ਕਿ ਨਹੀਂ ਗਿਆ, ਉਹਨੇ ਆਪਣੀ ਪੱਖ ਸਪਸ਼ਟ ਕੀਤਾ, ਸਾਬਤ ਕਰ ਹੋਇਆ ਕਿ ਨਹੀਂ ਹੋਇਆ, ਉਹ ਵੱਖਰੀ ਗੱਲ ਹੈ। ਫਿਰ ਤੁਹਾਨੂੰ ਯਾਦ ਹੋਣਾ ਕਿ ਇੱਕ ਵਾਰੀ ਕੋਈ ਸਮਾਗਮ ਸੀਗਾ, ਮੰਤਰੀ ਹੁੰਦੇ ਸੀ, ਤਾਂ ਉਦੋਂ ਇੱਕ ਬੀਬੀ ਜੀ ਪਤਾ ਨਹੀਂ ਲੇਟ ਆਏ ਸੀ ਪ੍ਰੋਗਰਾਮ ਦੇ ਵਿੱਚ, ਕਿੱਦਾਂ ਸੀ, ਉਦੋਂ ਵੀ ਥੋੜ੍ਹੀ ਜਿਹੀ ਸਮੱਸਿਆ ਖੜੀ ਹੋਈ ਸੀ। ਉਹਦੇ ਤੋਂ ਬਾਅਦ ਵੀ ਜਦੋਂ ਮਹਿਕਮਿਆਂ ਦੀ ਗੱਲ ਚੱਲਦੀ ਸੀ ਤਾਂ ਬੜਾ ਕੁਛ ਰੌਲਾ ਰੱਪਾ ਪੈਂਦਾ ਸੀ। ਮੇਰਾ ਖਿਆਲ ਆ ਉਹ ਜਿਹੜਾ ਆਉਂਦਾ ਸੀ ਬਾਹਰਲੇ ਸੂਬਿਆਂ ਦੇ ਵਿੱਚੋਂ ਸਮਾਨ ਵਿਕਣ ਆਉਂਦਾ ਸੀ, ਉਹ ਵੀ ਇਹਨਾਂ ਦੇ ਮਹਿਕਮੇ ਦਾ ਸੀ। ਇਹ ਕਹਿੰਦੇ ਸੀ ਬੰਦ ਕਰ ਦਿੱਤਾ, ਵੈਸੇ ਇਦਾਂ ਦੀ ਗੱਲ ਕੋਈ ਨਹੀਂ। ਹੁਣ ਤਾਂ ਜਿਸ ਤਰੀਕੇ ਦੇ ਨਾਲ ਇਹ ਚਰਚਾ ਚੱਲੀ ਆ ਕਿ ਪੰਜਾਬ ਦੀਆਂ 2500 ਦੇ ਕਰੀਬ ਮੰਡੀਆਂ ਨੇ, ਦੋਸ਼ ਹੈ ਸਾਬਿਤ ਨਹੀਂ ਹੋਇਆ, ਸੀ ਫਿਰ ਕਹਿੰਦੇ ਕਿ 2500 ਦੇ ਕਰੀਬ ਮੰਡੀਆਂ ਨੇ, ਉਹਨਾਂ ਦੇ ਵਿੱਚੋਂ ਟੈਂਡਰ ਲੇਬਰ ਦਾ, ਟਰਾਂਸਪੋਰਟ ਦਾ, ਕਿਉਂਕਿ ਲੇਬਰ ਨੂੰ ਠੇਕਾ ਕਿਹਨੂੰ ਜਾਣਾ ਹੈ, ਟਰਾਂਸਪੋਰਟ ਕੌਣ ਢੋਆ ਢੁਆਈ ਕਰੂਗਾ, ਲਿਫਟਿੰਗ ਦਾ ਕੰਮ ਕਿਹਨੇ ਕਰਨਾ ਹੈ, ਪੱਖਾ ਕਿਹਨੇ ਲਾਉਣਾ ਹੈ, ਬੋਰੀਆਂ ਕਿਹਨੇ ਭਰਨੀਆਂ ਹੈ, ਬੋਰੀਆਂ ਕਿਹਨੇ ਚੱਕਣੀਆਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ, ਕਹਿੰਦੇ ਜੀ ਦੋਸ਼ ਇਹ ਲਾਇਆ ਗਿਆ ਕਿ ਕੁਝ ਖਾਸ 25-30 ਬੰਦੇ ਸੀ ਠੇਕੇਦਾਰ, ਉਹਨਾਂ ਨੂੰ ਸਾਰੇ ਟੈਂਡਰ ਟੂੰਡਰ ਠੇਕੇ ਠੂਕੇ ਜਾਂਦੇ ਰਹੇ। ਬਾਕੀ 5000 ਦੇ ਕਰੀਬ ਜਿਹੜਾ ਛੋਟਾ ਠੇਕੇਦਾਰ ਸੀ, ਕੋਈ ਇੱਕ ਮੰਡੀ ਵਾਲਾ, ਕੋਈ 2 ਵਾਲਾ, ਕੋਈ 3 ਵਾਲਾ, ਉਹਨਾਂ ਨੂੰ ਕਹਿੰਦੇ ਜੀ ਲਾਗੇ ਨਹੀਂ ਫਟਕਣ ਦਿੱਤਾ। ਤੇ ਅਸੀਂ ਕਹਿੰਦੇ ਜੀ ਹੁਣ 2000 ਕਰੋੜ ਦੇ ਇਸ ਘਪਲੇ ਦੀ ਉਹ ਕਹਿੰਦੇ ਜਾਂਚ ਕਰਾਉਣੀ ਚਾਹੁੰਦੇ ਆ। ਪੰਜਾਬ ਸਰਕਾਰ ਨੇ ਮੂਹਰਿਓਂ ਕਹਿੰਦੇ ਜੀ ਜਾਂਚ ਜੂੰਚ ਦਾ ਕੰਮ ਸ਼ੁਰੂ ਕਰਾ ਦਿੱਤਾ। ਇਹਨਾਂ ਨੇ ਹਾਈ ਕੋਰਟ ਜਾ ਕੇ 3 ਬੇਨਤੀਆਂ ਕੀਤੀਆਂ। ਪਹਿਲੀ ਬੇਨਤੀ ਭਾਰਤ ਭੂਸ਼ਣ ਆਸ਼ੂ ਹੋਰੀ ਕਹਿੰਦੇ ਆ ਜੀ ਮੈਂ ਜਾਂਚ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ, ਮੈਨੂੰ ਜਾਂਚ ਦੇ ਵਿੱਚ ਸ਼ਾਮਲ ਕਰੋ, ਪਰ ਜੇ ਗ੍ਰਿਫਤਾਰ ਕਰਨਾ ਤਾਂ 7 ਦਿਨ ਦਾ ਨੋਟਿਸ ਦਿਓ ਪਹਿਲਾਂ ਕਿ ਭਾਈ ਹਫ਼ਤੇ ਬਾਅਦ ਆ ਕੇ ਤੁਹਾਨੂੰ ਅਸੀਂ ਲੈ ਕੇ ਜਾਣਾ। ਦੂਸਰੀ ਗੱਲ ਕਹਿੰਦੇ ਜੀ ਸਿਆਸੀ ਬਦਲਾਖੋਰੀ ਹੈ, ਹੁਣ ਇੱਕ ਤਾਂ ਜਾਂਚ ਦੇ ਵਿੱਚ ਸ਼ਾਮਲ ਕਰ ਲਓ, ਸਿਆਸੀ ਬਦਲਾਖੋਰੀ ਕਹਿੰਦੇ ਜੀ ਫਸਾਉਣ ਦਾ, ਜਾਂ ਤਾਂ ਤੀਸਰਾ ਗ੍ਰਿਫਤਾਰੀ ਤੋਂ ਪਹਿਲਾਂ 7 ਦਿਨ ਦਾ ਨੋਟਿਸ ਹੋਵੇ। ਇਹ ਹੁਣ ਮਾਣਯੋਗ ਹਾਈ ਕੋਰਟ ਨੇ ਦੇਖਣਾ, ਇਹਨਾਂ ਦੀ ਗੱਲ ਪ੍ਰਵਾਨ ਹੋਣੀ ਹੈ ਕਿ ਨਹੀਂ ਹੋਣੀ ਹੈ ਇਹ ਬਾਅਦ ਦੀ ਗੱਲ ਹੈ। ਪਰ ਸਿੱਧੇ ਜਿੱਦਾਂ ਉਹਨਾਂ ਨੇ ਹਾਈ ਕੋਰਟ ਜਾ ਕੇ ਕੁੰਡਾ ਖੜਕਾਇਆ ਹੀ, ਰਿਸਪੌਂਸ ਕਿੱਦਾਂ ਦਾ ਮਿਲਦਾ ਦੇਖਦੇ ਹਾਂ। ਆਹੋ, ਮੇਰਾ ਖਿਆਲ ਇਹਦੇ 'ਚ ਇੱਕ ਚੀਜ਼ ਤੇ ਆਇਆ ਕਿ ਜਦੋਂ ਇਹ ਚਰਚਾ ਚੱਲੀ ਹੈ ਤੇ ਉਹਨਾਂ ਨੇ ਵੀ ਸੋਚਿਆ ਹੋਣਾ ਵੀ ਯਾਰ ਉੱਧਰ ਵੀ ਤੜਕੇ 3-3:30 ਵਜੇ ਜਾ ਕੇ ਬੂਹਾ ਖੜਕਾਇਆ ਸੀ ਸਾਧੂ ਸਿੰਘ ਧਰਮਸੋਤ ਹੋਰਾਂ ਦੇ ਘਰ ਦਾ, ਤੇ ਉਦੋਂ ਉਸ ਵੇਲੇ ਤੇ ਬੰਦਾ ਕਹਿੰਦੇ ਵੀ ਜਿੱਦਾਂ ਗੂੜੀ ਨੀਂਦ 'ਚ ਹੁੰਦਾ ਹੈ ਨਾ ਤੜਕੇ ਜੇ। ਹੁਣ ਤੜਕੇ ਜੇ ਜਾ ਕੇ ਜਦੋਂ ਉਹਨਾਂ ਨੂੰ ਉਠਾਇਆ ਹੋਊਗਾ ਤੇ ਜਦੋਂ ਇੱਧਰ ਚਰਚਾ ਚੱਲੀ ਨਹੀਂ ਤੇ ਉਹ ਕਹਿੰਦੇ ਨੇ ਵੀ ਯਾਰ ਇਹ ਨਾ ਹੋਵੇ ਕਿਤੇ ਵੀ ਆਪਣਾ ਵੀ ਉਸ ਵੇਲੇ ਕਿਤੇ ਬੂਹਾ ਖੜ ਕੇ ਤੇ ਆਪਣੇ ਆਖਣ ਵੀ ਆਓ ਸਾਰਾ ਆਪਾਂ ਚੱਲਣਾ ਜੀ, ਜਾਂਚ ਕਰਨਾ। ਅਮਲੋਹ ਲੁਧਿਆਣੇ ਤੋਂ ਬਹੁਤਾ ਦੂਰ ਵੀ ਨਹੀਂ ਹੈ ਨਾ। ਆਹ ਹੁਣ ਗੱਲ ਇਹ ਆ ਕਿ ਵੀ ਠੀਕ ਹੈ ਜੇ ਆਸ਼ੂ ਸਾਹਿਬ ਨੇ ਇਹ ਡਿਮਾਂਡ ਰੱਖੀ ਹੈ ਤੇ ਹੁਣ ਅਦਾਲਤ ਨੇ ਸੁਣਵਾਈ ਕਰਕੇ ਤੈਅ ਕਰਨਾ ਵੀ ਉਹ 7 ਦਿਨ ਦਾ ਸਮਾਂ ਦਿੰਦੇ ਆ ਨਹੀਂ ਦਿੰਦੇ। ਪਰ ਮੋਸਟਲੀ ਮੇਰੇ ਖਿਆਲ ਨਾਲ ਜੇ ਆਪਾਂ ਪਿਛਲੇ ਕੇਸਿਸ ਦੇ ਵਿੱਚ ਦੇਖਿਆ ਜਾਵੇ ਤਾਂ ਅਦਾਲਤ ਇਹੋ ਜਿਹੇ ਮਾਮਲੇ ਦੇ ਵਿੱਚ ਉਹ ਇੰਨੀ ਕੁ ਤਾਂ ਜਿਹੜੀ ਗੱਲ ਉਹ ਸੁਣ ਹੀ ਲੈਂਦੀ ਹੁੰਦੀ ਵੀ ਹਾਂ ਠੀਕ ਹੈ ਬਈ, ਜੇ ਤੁਹਾਨੂੰ ਲੱਗਦਾ ਵੀ ਫਲਾਨਾ ਬੰਦਾ ਦੋਸ਼ੀ ਹੈ ਉਹਦਾ ਹੱਕ ਬਣਦਾ।
ਅਗਲਾ ਕਹਿੰਦਾ ਯਾਰ ਵੀ ਮੈਂ ਜਾਂਚ ਦੇ ਵਿੱਚ ਤੁਹਾਡੇ ਨਾਲ ਸ਼ਾਮਲ ਹੋਣ ਨੂੰ ਤਿਆਰ ਹਾਂ, ਬਸ ਤੁਸੀਂ ਇਹ ਆ ਵੀ ਮੈਨੂੰ ਦੱਸਿਓ ਜ਼ਰੂਰ ਵੀ ਕਰਨਾ ਕੀ ਆ। ਸੋ ਆਸ ਤੇ ਵੈਸੇ ਹੈਗੀ ਆ। ਉਹਨਾਂ ਦੇ ਵਕੀਲ ਸਾਹਿਬ ਦੀ ਵੀ ਮੈਂ ਗੱਲ ਸੁਣਦਾ, ਉਹ ਕਹਿੰਦੇ ਵੀ ਅਸੀਂ ਆਪਣਾ ਪੱਖ ਰੱਖਿਆ ਜੀ, ਸਾਨੂੰ ਲੱਗਦਾ ਵੀ ਪੋਲੀਟੀਕਲ ਫਰੇਮਿੰਗ ਹੋ ਸਕਦੀ ਹੈਗੀ ਆ, ਨਹੀਂ ਹੈਗੀ ਇਹ ਤੇ ਟਾਈਮ ਨੇ ਦੱਸਣਾ। ਪਰ ਇੱਕ ਗੱਲ ਤਾਂ ਹੈਗੀ ਵੀ ਇੱਕ ਨਾ ਰੌਲਾ ਜ਼ਰੂਰ ਪੈ ਗਿਆ ਵੀ ਉਹ ਫੜ ਲਓ ਗਈ। ਇਹ ਦੇਖੋ ਸਾਬਕਾ ਕੈਬਨਿਟ ਮੰਤਰੀ ਨੇ, ਹੁਣ ਜਾਇ ਤੱਕ ਤਾਂ ਉਹਨਾਂ ਦੇ ਕੋਲੇ ਅਹੁਦਾ ਸੀ, ਅਜੇ ਕੁਝ ਮਹੀਨੇ ਤਾਂ ਹੋਏ ਆ, ਉਦੋਂ ਫੈਸਲੇ ਲੈਂਦੇ ਸੀ ਤੇ ਹੁਣ ਫੈਸਲਿਆਂ ਦੇ ਲਈ ਅਦਾਲਤ ਨੂੰ ਜਾਣਾ ਪੈਂਦਾ, ਕੋਈ ਛੋਟੀ ਗੱਲ ਨਹੀਂ। ਮੈਨੂੰ ਇਹ ਵੀ ਲੱਗਦਾ ਸੀ ਕਿ ਲੁਧਿਆਣੇ ਜ਼ਿਲ੍ਹੇ ਦੇ ਬੜਾ ਰੌਲਾ। ਤੁਸੀਂ ਇਹ ਦੇਖੋ ਕਿ ਜਦੋਂ ਇਲੈਕਸ਼ਨ ਹੋਣੀ ਸੀ, ਬਾਕੀ ਸਾਰੇ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਜਿਹੜੀ, ਜੇ ਝਗੜਾ ਵੀ ਹੁੰਦਾ ਸੀ ਤੇ ਇੱਥੇ ਹੁੰਦਾ ਸੀ। ਉਹਦੇ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਜਿਹੜੇ ਨੋਟਿਸ ਜਾਰੀ ਹੋਏ ਵਾ ਵੱਖ-ਵੱਖ ਅਦਾਲਤਾਂ ਦੇ ਵਿੱਚੋਂ, ਉਹਨਾਂ ਨੂੰ ਵੀ ਬਹੁਤੀ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ। ਹੁਣ ਤੀਸਰੇ ਪਾਸੇ ਕੰਮ ਇੱਧਰ ਆ ਕੇ ਚੱਲ ਪਿਆ, ਯਾਨੀ ਕਿ ਗਾੜੀ ਹੈ ਜੀ ਸਰਗਰਮੀਆਂ ਦਾ। ਸਰਗਰਮੀਆਂ ਭਾਵੇਂ ਪੋਜ਼ਿਟਿਵ ਨੇ ਭਾਵੇਂ ਨੈਗੇਟਿਵ ਨੇ, ਉਹ ਵੱਖਰੀ ਗੱਲ ਹੈ। ਇਹ ਤਾਂ ਹੈ। ਮੇਰੇ ਖਿਆਲ ਨਾਲ ਜੇ ਮੈਂ ਗਲਤ ਨਹੀਂ ਤੇ ਹਾਈ ਕੋਰਟ ਵਿਜੇ ਸਿੰਗਲਾ ਸਾਹਿਬ ਵੀ ਗਏ, ਜਿਹੜੇ ਹੁਣੇ ਜੇ ਤੱਤੇ ਮੰਤਰੀ ਸੀਗੇ। ਉਹ ਤੇ ਕਿਉਂਕਿ ਆਪਣੀ ਸਰਕਾਰ ਉਹਨਾਂ ਦੀ ਨੇ, ਉਹਨਾਂ ਦੇ ਖਿਲਾਫ ਆਖਿਆ ਵੀ ਸਾਨੂੰ ਆਹ ਭਾਈ ਸਾਹਿਬ ਰਿਪੋਰਟਾਂ ਮਿਲੀਆਂ ਨੇ ਵੀ 1% ਦੀ ਗੱਲ ਹੈ ਸਾਰੀ। ਵੈਸੇ ਬੰਦਾ ਸੋਚਦਾ 1% ਤੇ ਕੁਝ ਵੀ ਨਹੀਂ ਹੈ, ਪਰ ਜਦੋਂ ਵੀ ਉਧਰ ਕਹਿੰਦੇ ਵੀ ਰਕਮਾਂ ਨੂੰ ਜ਼ੀਰੋਆਂ ਲੱਗਦੀਆਂ ਨੇ ਤੇ ਉਹਨਾਂ ਜ਼ੀਰੋਆਂ ਦਾ ਗਾਂਹ ਜਦੋਂ 1% ਬੰਦਾ ਕੱਢਦਾ ਤੇ ਉਹਦੀਆਂ ਜ਼ੀਰੋਆਂ ਨਹੀਂ ਗਿਣੀਆਂ ਜਾਂਦੀਆਂ। ਸੱਚ ਝੂਠ ਕੀ ਹੈ ਤੇ ਅਦਾਲਤ ਨੇ ਫੈਸਲਾ ਕਰਨਾ, ਜਦੋਂ ਆਪਾਂ ਅੱਗੇ ਵੀ ਸਟਾਰਟਿੰਗ 'ਚ ਕਹਿ ਹਟੇ ਵੀ ਜਾਂਚ ਹੋਊਗੀ ਜੀ। ਪਰ ਹੁਣ ਜਿੱਦਾਂ ਉਹਨਾਂ ਨੇ ਆਪਣੇ ਵੱਲੋਂ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ, ਮੈਨੂੰ ਲੱਗਦਾ ਵੀ ਪਹਿਲਾਂ ਨਾਲੋਂ ਹੁਣ ਹੌਲੀ ਹੌਲੀ ਬਿਆਨ ਉਹਨਾਂ ਦਾ ਵੀ ਬਦਲਦਾ ਨਹੀਂ ਜਾਂਦਾ ਜਾਪਦਾ। ਵੀ ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਵੀ ਕੋਈ ਬਾਹਰੋਂ ਕਰ ਰਿਹਾ ਜੀ, ਮੈਨੂੰ ਪਾਰਟੀ 'ਤੇ ਵਿਸ਼ਵਾਸ ਹੈ, ਸਰਕਾਰ 'ਤੇ ਵਿਸ਼ਵਾਸ ਹੈ, ਆਪਣੇ ਆਪ 'ਤੇ ਵਿਸ਼ਵਾਸ ਹੈ। ਹੁਣ ਜਦੋਂ ਉਹਨਾਂ ਦੇਖਿਆ ਨਾ ਵੀ ਯਾਰ ਮੈਂ ਤਾਂ ਰਗੜਿਆ ਚੱਲਿਆ, ਹੌਲੀ ਹੌਲੀ ਫਿਰ ਬੰਦਾ ਸੋਚਦੇ ਆ ਵੀ ਮੈਂ ਹੱਥ ਪੱਲਾ ਮਾਰਾਂ। ਨਹੀਂ, ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਮੈਂ ਸੋਚਦਾ ਸੀ ਕਿ 15 ਤਰੀਕ ਆਉਣ ਵਾਲੀ ਹੈ, 15 ਜੂਨ ਕੱਲ ਨੂੰ ਹੀ ਆ, ਹਾਂ, ਫਿਰ ਜੁਲਾਈ, ਫਿਰ ਅਗਸਤ, ਆਹ 3 ਮਹੀਨੇ। ਸਭ ਤੋਂ ਵੱਧ ਫੋਟੋ ਜੇ ਕਿਸੇ ਬੰਦੇ ਦੀਆਂ ਛਪਣੀਆਂ ਸੀ ਤਾਂ ਡਾਕਟਰ ਵਿਜੇ ਸਿੰਗਲਾ ਦੀਆਂ ਛਪਣੀਆਂ ਸੀ, ਕਿਉਂਕਿ ਮਹੱਲਾ ਕਲੀਨਿਕ ਸ਼ੁਰੂ ਹੋਣੇ ਆ ਤੇ ਪੰਜਾਬ ਦੇ ਸਿਹਤ ਢਾਂਚੇ ਦੀ ਦਰੁਸਤੀ ਕਰਨੀ ਸਭ ਤੋਂ ਵੱਡੀ ਲੋੜ ਸੀ ਤੇ ਇਸੇ ਗੱਲ ਦਾ ਪ੍ਰੋਮਿਸ ਕੀਤਾ ਸੀ ਤੇ ਅਗਲੇ ਸਿਹਤ ਮੰਤਰੀ ਸੀ। ਫੋਟੋ ਹੁਣ ਵੀ ਛਪਦੀਆਂ, ਜਦੋਂ ਕੋਈ ਬਿਆਨ ਆਉਂਦਾ, ਜਦੋਂ ਕੋਈ ਪੇਸ਼ੀ ਹੁੰਦੀ ਹੈ, ਰਿਮਾਂਡ ਵੱਧਦਾ ਜਾਂ ਅਦਾਲਤੀ ਹਿਰਾਸਤ ਦੇ ਵਿੱਚ ਜਾਂਦੇ ਆ, ਜਾਂ ਰੋਪੜ ਜੇਲ੍ਹ ਦੀ ਕੋਈ ਖਬਰ ਆਉਂਦੀ ਹੈ, ਜਾਂ ਪੰਜਾਬ ਦੇ ਉਹਨਾਂ ਸਿਆਸਤਦਾਨਾਂ ਦਾ ਚਰਚਾ ਚੱਲਦਾ ਜਿਹੜੇ ਕਾਨੂੰਨੀ ਸ਼ਿਕੰਜੇ 'ਚ ਹੈ, ਡਾਕਟਰ ਵਿਜੇ ਸਿੰਗਲਾ ਦਾ ਨਾਮ ਮੂਹਰੀਆਂ 'ਚ ਆਉਂਦਾ, ਕਿਉਂਕਿ ਨਵੀਂ ਸਰਕਾਰ ਦੇ ਉਹ ਪਹਿਲੇ ਹੀ ਬੰਦੇ ਨੇ ਜਿਨ੍ਹਾਂ ਨੂੰ ਸਰਕਾਰ ਨੇ ਆਪ ਕਿਹਾ ਕਿ ਭਾਈ ਤੁਹਾਡੇ ਖਿਲਾਫ ਆਹ ਚੀਜ਼ਾਂ ਨੇ, ਸਾਡੇ ਕੋਲੇ ਕੁਝ ਸਬੂਤ ਨੇ, ਤੁਸੀਂ ਚਲੋ ਅੰਦਰ। ਹੁਣ ਡਾਕਟਰ ਵਿਜੇ ਸਿੰਗਲਾ ਹੋਰੀ ਰੋਪੜ ਦੀ ਜੇਲ੍ਹ ਦੇ ਵਿੱਚ ਬੰਦ ਆ, ਉਹਨਾਂ ਦੇ ਉੱਤੇ ਦੋਸ਼ ਇਹ ਲੱਗਾ ਸੀ ਕਿ 1% ਮੰਗਦੇ ਆ ਚਾਹੇ ਕੋਈ ਵੀ ਕੰਮ ਕਰਨਾ ਹੈ। ਹੁਣ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਬੇਨਤੀ ਕੀਤੀ ਕਿ ਵਿਰੋਧੀਆਂ ਦੀ ਸਾਜ਼ਿਸ਼ ਹੈ। ਉਹ ਕਹਿੰਦੇ ਜੀ ਰੁਪਈਆ 1 ਨਹੀਂ ਮੇਰੇ ਕੋਲੋਂ ਬਰਾਮਦ ਹੋਇਆ, ਦੋਸ਼ ਲੱਗੇ ਆ, ਪੁੱਛਗਿੱਛ ਮੇਰੇ ਕੋਲੋਂ ਕਰ ਲਈ, ਇਸ ਕਰਕੇ ਮਾਨਯੋਗ ਹਾਈ ਕੋਰਟ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਮੈਨੂੰ ਜ਼ਮਾਨਤ ਦੇ ਦਿਓ, ਮੇਰੇ ਕੋਲ ਬਰਾਮਦਗੀ ਕੋਈ ਨਹੀਂ ਹੋਈ। ਸਿਰਫ ਦੋਸ਼ਾਂ ਦੇ ਆਧਾਰ ਦੇ ਉੱਤੇ ਇੰਨੀ ਦੇਰ ਬੰਦੇ ਨੂੰ ਅੰਦਰ ਥੋੜੀ ਰੱਖਿਆ ਜਾ ਸਕਦਾ। ਦੇਖੋ ਪੜ੍ਹੇ ਲਿਖੇ ਬੰਦੇ ਆ, ਦੰਦਾਂ ਦੇ ਡਾਕਟਰ ਨੇ, ਹੁਣ ਆਪਣੇ ਕੇਸ ਦੀ ਰੂਟ ਕਨਾਲ ਕਿੰਨੀ ਕੁ ਚੰਗੀ ਤਰੀਕੇ ਕਰ ਸਕਦੇ ਆ, ਕਿਉਂਕਿ ਉਹ ਵੀ ਹੁੰਦਾ ਨਾ, ਡਾਕਟਰ ਦੇ ਕੋਲ ਜਾਓ, ਕਹਿੰਦੇ ਐਨ ਐਕਸਰੇ ਕਰਕੇ ਮਾੜਿਆ ਮੂੰਹ ਹੋਰ ਖੋਲੋ, ਇੱਕ ਅੰਦਰਲੇ ਪਾਸੇ ਬਾਹਰਲੇ ਪਾਸੇ ਐਕਸਰੇ ਰੱਖ ਕੇ ਕੜਕ ਐਂ ਜਦੋਂ ਕਰਦੇ ਆ ਕਰ ਬੰਦੇ ਦੀਆਂ ਅੱਖਾਂ ਬੰਦ ਹੋ ਜਾਂਦੀਆਂ। ਫਿਰ ਉਹ ਕਹਿੰਦੇ ਜਿਹਦੀ ਰੂਟ ਕਨਾਲ ਕਰਨੀ ਪੈਣੀ, ਉਹ ਕਹਿੰਦਾ ਕੁਛ ਨਹੀਂ, ਤੁਸੀਂ ਐਂ ਕਰੋ, ਥੋੜ੍ਹਾ ਜਿਹਾ ਰੇਸ਼ਾ ਲੱਗਦਾ ਜੇ, 3 ਦਿਨ ਦੀ ਦਵਾਈ ਖਾਓ, ਬੁੱਧਵਾਰ ਨੂੰ ਦੁਬਾਰਾ ਆ ਜਾਣਾ, ਉਹਦੇ ਤੋਂ ਬਾਅਦ ਪਹਿਲੇ ਦਿਨ ਆਪਾਂ ਦਾੜ ਖੋਲਣੀ ਆ। ਬੰਦੇ ਨੂੰ ਐ ਲੱਗਦਾ ਨਾਟਕ ਖੋਲਣੇ ਆ, ਦਾੜ ਖੋਲ ਕੇ ਫਿਰ ਇੱਕ ਵਾਰੀ ਕਰਾਂਗੇ, ਫਿਰ ਤੀਸਰੇ ਦਿਨ ਤੁਸੀਂ ਦੁਬਾਰਾ ਆਉਣਾ, ਫਿਰ ਭਰ ਦੇਣੀ ਆਪਾਂ ਆਰਜੀ ਤੌਰ ਤੇ, ਟੈਂਪਰੇਰੀ ਫੀਲਿੰਗ ਕਰਨੀ ਹੈ, ਉਹਦੇ ਤੋਂ ਬਾਅਦ ਫਿਰ ਆਪਾਂ ਕਰਨਾ ਹੈ, ਉਹਦੇ ਤੋਂ ਬਾਅਦ ਤੀਸਰੀ ਵਾਰੀ ਫਿਰ ਆਪਾਂ ਰੂਟ ਕਨਾਲ ਕਰ ਦੇਣੀ, ਚੰਗੀ ਤਰ੍ਹਾਂ ਮੁੜ ਕੇ ਕੁਝ ਨਹੀਂ ਹੋਏਗਾ, ਫਿਰ ਡੈਡ ਹੋ ਜਾਂਦੀ ਨਾ, ਕਨੈਕਸ਼ਨ ਤੋੜ ਦੇਣਾ, ਬੜਾ ਸਮਝਾਉਂਦੇ ਹੁੰਦੇ ਉਹ, ਉਹਦਾ ਫਿਰ ਕਨੈਕਸ਼ਨ ਤੋੜ ਦੇਣਾ ਹੈ, ਉਹ ਫਿਰ ਉਹਦੇ ਵਿੱਚ ਜਿਹੜੀ ਨਾ ਨਹੀਂ ਹੋਏਗੀ, ਸੈਂਸਿਟੀਵਿਟੀ ਨਹੀਂ ਹੋਏਗੀ ਦੁਬਾਰਾ। ਹੁਣ ਆਪਣੇ ਕੇਸ ਦੀ ਸੈਂਸਿਟੀਵਿਟੀ ਕਿੰਨੀ ਕੁ ਚੰਗੇ ਤਰੀਕੇ ਖਤਮ ਕਰਦੇ ਪਹੁੰਚਦੇ ਆ। ਨਹੀਂ, ਇਹ ਤਾਂ ਗੱਲ ਹੈਗੀ, ਇਹ ਟਾਈਮ ਦੱਸੂਗਾ। ਪਰ ਚਲੋ ਜੋ ਵੀ ਆ, ਕਾਰਨ ਇਹ ਆ ਵੀ ਸਰਕਾਰ ਅਜੇ ਨਵੀਂ ਬਣੀ ਆ, ਤੱਤੀ ਬਣੀ, ਤਾਜ਼ੀ ਬਣੀ। ਗੱਲ ਤੁਹਾਡੀ ਠੀਕ ਆ ਵੀ 15 ਅਗਸਤ ਦੀ ਗੱਲ ਸੀਗੀ ਤੇ ਉਦੋਂ ਕਹਿੰਦੇ ਸੀ ਵੀ 75 ਕੁ ਸਾਲ ਬਣਨੇ ਤੇ 75 ਆਪਾਂ ਮਹੱਲਾ ਕਲੀਨਿਕ ਪੰਜਾਬ 'ਚ ਖੋਲ੍ਹ ਦੇਣੇ। ਹੁਣ ਉਦੋਂ ਤੱਕ ਜਾਂਦਿਆਂ ਜਾਂਦਿਆਂ ਜ਼ਰੂਰ ਇਸ ਕੇਸ ਦਾ ਨਿਬੇੜਾ ਹੋ ਜਾਵੇ ਵੀ ਜਿਹੜਾ ਬੰਦਾ ਜਿੰਨਾ ਕੁ ਸੱਚਾ ਉਹ ਵੀ ਸਾਹਮਣੇ ਆ ਜੇ, ਜਿਹੜਾ ਬੰਦਾ ਜਿੰਨਾ ਕੁ ਕਿਤੇ ਕਾਣਾ ਉਹ ਵੀ ਪਤਾ ਲੱਗ ਜੇ। ਚਲੋ ਇਹਦੇ ਨਾਲ ਇੱਕ ਗੱਲ ਤਾਂ ਇਹ ਹੋਊਗੀ ਵੀ ਜਿਹੜਾ ਵਾਰ-ਵਾਰ ਆਮ ਆਦਮੀ ਪਾਰਟੀ ਪਹਿਲਾਂ ਤੋਂ ਕਹਿੰਦੀ ਆਉਂਦੀ ਸੀ ਵੀ ਅਸੀਂ ਬਾਹਰਲੇ ਵੀ ਸੈੱਟ ਕਰਨੇ ਆ ਤੇ ਆਪਣੇ 'ਤੇ ਵੀ ਕੋਈ ਕਮੀ ਨਹੀਂ ਰਹਿਣ ਦੇਣੀ, ਉਹ ਵੀ ਆਪਣੇ ਆਪ ਨੂੰ ਸਬੂਤ ਦੇ ਦੇਣਗੇ ਉੱਥੇ ਵੀ ਅਸੀਂ ਆਹ ਕੰਮ ਕੀਤਾ। ਪਰ ਇੱਕ ਇਹ ਸਾਰੇ ਕੁਛ 'ਚ ਇੱਕ ਚੱਕਰ ਜਿਹੜਾ ਇਹ ਚੱਲਦਾ ਵਿੱਚ ਉਹ ਇਹ ਹੈ ਕਿ ਵੀ ਕਿਤੇ ਇੱਦਾਂ ਤਾਂ ਨਹੀਂ ਹੋਊਗਾ ਕਿ ਵੀ ਜੇ ਆਪਣੇ ਬੰਦਿਆਂ ਨੂੰ ਇਸ ਤਰ੍ਹਾਂ ਸਖਤੀ ਦੇ ਨਾਲ ਆਮ ਆਦਮੀ ਪਾਰਟੀ ਰੱਖੂਗੀ ਤੇ ਕੱਲ੍ਹ ਨੂੰ ਹੋ ਸਕਦਾ 1 ਤੋਂ ਬਾਅਦ 2 ਤੋਂ ਬਾਅਦ 3 ਤੋਂ ਬਾਅਦ 4 ਬੰਦਾ ਸੋਚ ਹੀ ਲੈਂਦਾ ਵੀ ਯਾਰ ਆਏ ਦੇ ਸੀਗੇ ਵੀ ਚਲੋ ਸਿਆਸਤ 'ਚ ਚੱਲਾਂਗੇ ਤੇ ਇਹਦੇ ਹਿੱਲਣ ਹੁੱਲਣ ਨਹੀਂ ਦਿੰਦੇ ਯਾਰ, ਖੰਘਣ ਨਹੀਂ ਦਿੰਦੇ। ਕਿਸੇ ਵੇਲੇ ਹੁੰਦਾ ਨਾ ਵੀ ਅਗਲਾ ਕਹਿੰਦਾ ਵੀ ਯਾਰ ਵਿਆਹ ਆਏ ਆ, ਉੱਥੇ ਹੁਣ ਫੁੱਫੜਾ ਹੋਵੇ, ਕੋਈ ਮਾੜਾ ਮੋੜ ਪਤਾ ਲੱਗੇ ਵੀ ਮੇਜ਼ ਮੂਜ ਦਾ ਮੇਜ਼ ਪੋਸ ਜਾ, ਉੱਧਰੋਂ ਇੱਧਰੋਂ ਵੀ ਹਲਦੀ ਜੀ ਨਾਲ ਖੱਟਾ ਜਿਹਾ ਕੀਤਾ, ਉੱਧਰੋਂ ਵੀ ਖੱਟਾ ਜਿਹਾ ਕੀਤਾ, ਹੈ ਨਾ, 2 ਥਾਵਾਂ 'ਤੇ ਚਟਨੀ ਡੁੱਲੀ, ਇਹ ਆਖੀ ਜਾਂਦੇ ਨਾ
ਆਉਣਾ ਵੀ ਆ, ਮੇਜ਼ ਪੋਸ਼ਣਾ, ਕਿਸੇ ਨੇ ਹੱਥ ਨਹੀਂ ਪੂੰਝਣਾ, ਕੁਰਸੀ ਪਿਛਾਂਹ ਰੱਖਣੀ ਆ, ਜੋ ਮਿਲੇ ਉਹੀ ਖਾਣਾ, ਉਹ ਵੀ ਵਾਰੀ ਨਾਲ ਖਾਣਾ, ਜਿੰਨਾ ਖਾਣਾ ਉਨਾ ਹੀ ਖਾਣਾ, ਸ਼ਗਨ ਟਾਈਮ ਨਾਲ ਦੇਣਾ। ਬੰਦਾ ਕਹਿੰਦਾ ਯਾਰ ਇਹ ਨਾ ਬਜਵਾਂ ਜਿਹਾ ਵਿਆਹ ਨਹੀਂ ਵੇਖਿਆ ਜਾਣਾ, ਮੁਸ਼ਕਿਲ ਹੋ ਜਾਣਾ ਹੈ ਨਾ। ਸੋ ਇਹ ਚਰਚਾ ਹੋ ਸਕਦਾ ਕੱਲ ਨੂੰ ਕੀ ਨਿਕਲਦਾ ਕੀ ਨਹੀਂ ਨਿਕਲਦਾ। ਨਹੀਂ, ਚਰਚਾ ਤਾਂ ਦੇਖੋ ਕਈਆਂ ਨੇ ਤਾਂ ਆਪਣੇ ਨਿਆਣਿਆਂ ਨੂੰ ਉਸੇ ਲਈ ਕਹਿਣਾ ਸ਼ੁਰੂ ਕਰਨਾ, ਪੁੱਤ ਸਰਕਾਰ ਆ ਗਿਆ ਹੁਣ ਨਹੀਂ ਕੁਝ ਕਰਨ ਦੀ ਲੋੜ। ਆਹ ਤੇ ਹੁਣ ਜਦੋਂ ਦੇਖਦੇ ਹੋਣੇ ਕਿ ਆਪਣੇ ਬੰਦੇ ਨੂੰ ਢੰਗ ਦੇ ਪੁੱਤ ਪੜ੍ਹੀ ਦਾ ਹੁੰਦਾ, ਪੜ੍ਹ ਕੇ ਅਫਸਰ ਬਣੀਦਾ, ਕਿਰਤ ਕਮਾਈ ਕਰੀਦੀ ਆ, ਆਪਣੀ ਕਮਾਈ ਨਾਲ ਦੀ ਕੋਈ ਰੀਸ ਨਹੀਂ ਹੁੰਦੀ। ਉਹ ਕਹਿੰਦੇ ਯਾਰ ਪਾਪਾ ਬਿਆਨ ਨਹੀਂ ਬਦਲੀ ਜਾਂਦਾ। ਅੱਛਾ, ਸੰਧਾਲੀਆ ਸਾਹਿਬ ਨਾਲ ਲੱਗਦੀ ਗੱਲ, ਆਪਾਂ ਪੰਜਾਬ ਨੂੰ ਦੁਬਾਰਾ ਆਉਣਾ, ਮੈਨੂੰ ਲੱਗਦਾ ਡਾਕਟਰ ਵਿਜੇ ਸਿੰਗਲਾ ਹੋਰਾਂ ਦੇ ਨਾਲ ਹੀ ਜੈਨ ਸਾਹਿਬ ਨਵੇੜੀ ਆਈਏ। ਦਿੱਲੀ ਵਾਲੇ ਮੰਤਰੀ ਨੇ, ਹੈਲਥ ਡਿਪਾਰਟਮੈਂਟ ਹੀ ਉਹਨਾਂ ਦਾ, ਉਹਨਾਂ ਨੂੰ ਈਡੀ ਵਾਲੇ ਲੈ ਕੇ ਗਏ, ਐਨਫੋਰਸਮੈਂਟ ਡਾਇਰੈਕਟੋਰੇਟ ਵਾਲੇ, ਕਿ ਭਾਈ ਤੁਸੀਂ ਜਦੋਂ ਸਿਆਸਤ 'ਚ ਨਹੀਂ ਸੀ ਆਏ ਤੇ ਕਰੋੜਾਂ ਰੁਪਈਏ ਕਹਿੰਦੇ ਜੀ ਸ਼ੈੱਲ ਕੰਪਨੀਆਂ। ਦੇਖੋ ਅਸੀਂ ਤਾਂ ਨਾਂ ਸੁਣਿਆ ਪਹਿਲੀ ਵਾਰੀ, ਤੁਹਾਨੂੰ ਪਤਾ ਹੋਣਾ ਜ਼ਿਆਦਾ ਕਿ ਕੀ ਹੁੰਦੀਆਂ। ਮੇਰਾ ਤੇ ਕਾਰੋਬਾਰ ਜੁੜਿਆ ਸ਼ੈੱਲ ਦਾ। ਉਹ ਕਹਿੰਦੇ ਜੀ ਕਰੋੜਾਂ ਰੁਪਈਆ ਸੱਜੇ ਖੱਬੇ ਹੋਇਆ, ਪ੍ਰਾਪਰਟੀ ਖਰੀਦੀ ਆ, ਈਡੀ ਵਾਲਿਆਂ ਦੇ ਰਿਮਾਂਡ ਤੇ ਸੀ। ਜਿੱਦਾਂ ਇਧਰਲੇ ਪਾਸੇ ਡਾਕਟਰ ਵਿਜੇ ਸਿੰਗਲਾ ਜੇਲ੍ਹ ਦੇ ਵਿੱਚ ਨੇ, ਉਧਰਲੇ ਪਾਸੇ ਧਰਮਸੋਤ ਸਾਹਿਬ ਜੇਲ੍ਹ ਦੇ ਵਿੱਚ ਨੇ, ਇਦਾਂ ਹੀ ਡਾਕਟਰ ਸਤਿੰਦਰ ਜੈਨ ਹੋਰੀ ਜਿਹੜੇ ਆ ਉੱਥੋਂ ਦੇ ਸਿਹਤ ਮੰਤਰੀ, ਜਿਨ੍ਹਾਂ ਨੇ ਉਹ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਆ, ਜਿਹੜੇ ਮੁਹੱਲਾ ਕਲੀਨਿਕ ਸਿੰਗਲਾ ਸਾਹਿਬ ਨੇ ਸ਼ੁਰੂ ਕਰਨੇ ਸੀ ਪਰ ਹੁਣ ਕੋਈ ਹੋਰ ਕਰੂਗਾ, ਉਹਨਾਂ ਨੂੰ ਵੀ ਜੇਲ੍ਹ ਭੇਜ ਦਿੱਤਾ ਕਿ ਭਾਈ ਪੁੱਛਗਿੱਛ ਜਿੰਨੀ ਕਰਨੀ ਸੀ ਕਰ ਲਈ ਆ, ਹੁਣ ਇਹ ਜੇਲ੍ਹ 'ਚ ਠੀਕ ਨੇ। ਹਾਂ ਨਹੀਂ, ਇਹ ਤਾਂ ਦੇਖੋ ਹੁਣ ਸਾਧੂ ਸਿੰਘ ਧਰਮਸੋਤ ਸਾਹਿਬ ਦੀ ਵੀ ਗੱਲ ਕਰ ਲਓ ਫਿਰ, ਹੁਣ ਜੇ ਤੁਰੇ ਆ ਇਸ ਪਾਸੇ ਤੇ ਫਿਰ ਉਹਨਾਂ ਨੂੰ ਵੀ ਕਹਿੰਦੇ ਵੀ, ਉਹ ਕਹਿੰਦੇ ਵੀ ਹਾਂਜੀ ਹੁਣ ਤੁਹਾਡੀ ਵੀ ਲੋੜ ਨਹੀਂ ਹੈਗੀ, ਪੁੱਛਗਿੱਛ ਹੋ ਗਈ ਹੈ ਤੇ ਨਿਆਇਕ ਹਿਰਾਸਤ ਨੂੰ ਆਪਾਂ ਕਹਿੰਦੇ ਹਾਂ ਜੀ, ਉਹਦੇ 'ਚੋਂ ਕਹਿੰਦੇ ਵੀ ਤੁਸੀਂ ਹੁਣ ਰਹਿਣਾ। ਹਾਂਜੀ, ਅਦਾਲਤ ਜੇਲ੍ਹ ਦੇ ਵਿੱਚ ਉਹ ਵੀ ਭੇਜ ਦਿੱਤੇ। ਤੇ ਨਾਲ ਲੱਗਦੀ ਸੰਧਾਲੀਆ ਸਾਹਿਬ ਭੋਰਾ ਗੱਲ ਆਪਾਂ ਕਰਕੇ ਅੱਗੇ ਨੂੰ ਤੁਰੀਏ, ਥੋੜਾ ਜਿਹਾ ਕੇਸ ਦੂਜੇ ਪਾਸੇ ਵੀ ਖੁੱਲਦਾ, ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਵਾਲਾ, ਉਹ ਵੀ ਸਾਬਕਾ ਮੰਤਰੀ ਨੇ, ਉਹਨਾਂ ਦੇ ਉੱਤੇ ਮੌਜੂਦਾ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੇ ਦੋਸ਼ ਲਾਏ ਸੀ ਕਿ ਭਗਤੂਪੁਰੇ ਵਾਲੀ ਜਿਹੜੀ, ਮੇਰਾ ਖਿਆਲ ਹੈ ਕਿ ਪਤਾ ਨਹੀਂ 28 ਕਰੋੜ ਹੈ, ਪਤਾ ਨਹੀਂ 38 ਕਰੋੜ ਹੈ, ਪਤਾ ਨਹੀਂ 48 ਕਰੋੜ ਹੈ, ਕਿ 38 ਏਕੜ ਜ਼ਮੀਨ ਭਗਤੂਪੁਰਾ ਦੀ ਇੱਕ ਪ੍ਰਾਈਵੇਟ ਜਿਹੜੇ ਕਲੋਨਾਈਜ਼ਰ ਨੇ ਉਹਨਾਂ ਨੂੰ ਦੇ ਦਿੱਤੀ ਕਿ ਭਾਈ ਤੁਸੀਂ 150 ਕਰੋੜ ਏਕੜ ਦੇ ਵਿੱਚ ਕਲੋਨੀ ਕੱਟਣੀ ਹੈ, ਆਹ ਨਾਲਿਆਂ ਨੂਲਿਆਂ ਵਾਲੀ ਜ਼ਮੀਨ ਹੈਗੀ ਆ ਭਗਤੂਪੁਰੇ ਪੰਚਾਇਤ ਦੀ, ਇਹ ਤੁਹਾਨੂੰ ਦੇਤੀ, ਰਾਹੇ ਰੋਹੇ ਨਿਕਲ ਜਾਣਗੇ। ਚਰਚਾ ਚੱਲਦੀ ਹੈ, ਹਾਲਾਂਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਕਹਿੰਦੇ ਕੁਝ ਵੀ ਗਲਤ ਨਹੀਂ ਕੀਤਾ, ਜਿਹੜੀ ਮਰਜ਼ੀ ਜਾਂਚ ਦੇ ਵਿੱਚ ਸੱਦ ਲਓ, ਮੈਂ ਆਣ ਕੇ ਹਾਜ਼ਰ ਹੋਊਂਗਾ। ਪਰ ਰੌਲਾ ਇਹ ਪੈਂਦਾ ਹੈ ਕਿ 10 ਮਾਰਚ ਨੂੰ ਨਤੀਜੇ ਆਏ ਸੀ, ਜਿਹਦੇ ਵਿੱਚ ਪਤਾ ਲੱਗ ਗਿਆ ਸੀ ਕਿ ਆਮ ਆਦਮੀ ਪਾਰਟੀ ਜਿੱਤ ਗਈ ਹੈ, ਮੌਜੂਦਾ ਸਰਕਾਰ ਹਾਰ ਗਈ ਹੈ। ਇਹਦੇ ਬਾਵਜੂਦ ਵੀ 11 ਤਰੀਕ ਨੂੰ ਉਹਦੇ ਤੇ ਘੁੱਗੀ ਮਾਰੀ ਗਈ ਹੈ ਤੇ ਜਿੱਦਣ ਇਧਰਲੇ ਪਾਸੇ ਮੰਤਰੀ ਮੰਡਲ ਸਹੁੰ ਚੁੱਕਦਾ ਸੀ ਉਦੋਂ ਅਗਲੇ ਨੇ ਰਜਿਸਟਰੀ ਕਰਾਤੀ। ਹੁਣ ਜੇ ਤਾਂ ਇਹ ਦੋਸ਼ ਸਾਬਤ ਹੋ ਜਾਂਦੇ ਆ ਕਰੋੜਾਂ ਦੇ ਘਪਲੇ ਦੇ, ਸਾਬਕਾ ਪੰਚਾਇਤ ਮੰਤਰੀ ਸਾਹਿਬ ਦੇ ਲਈ ਵੀ ਮੁਸ਼ਕਲ ਹੈ, ਨਾਲ ਕੁਝ ਅਧਿਕਾਰੀਆਂ ਲਈ ਵੀ ਮੁਸ਼ਕਲ ਹੈ। ਪਰ ਜਿਸ ਤਰੀਕੇ ਦੇ ਨਾਲ ਉਹ ਪੱਟਾਂ ਤੇ ਥਾਪੀ ਮਾਰਦੇ ਆ ਕਿ ਮੈਂ ਕੁਝ ਗਲਤ ਕੀਤਾ ਹੀ ਨਹੀਂ, ਉਹਦੇ ਨਾਲ ਹੋ ਸਕਦਾ ਕਿ ਦਾਅਵਾ ਝੂਠਾ ਪੈ ਜਾਏ। ਨਹੀਂ ਦੇਖੋ, ਮਤਲਬ ਇਹ ਹੋ ਗਿਆ ਵੀ ਹੁਣ ਹੌਲੀ ਜਾਂਚ ਵਾਲੇ ਜਿਹੜੇ ਕੇਸ ਉਹ ਜ਼ਿਆਦਾ ਖੁੱਲ੍ਹਦੇ ਜਾਂਦੇ ਆ। ਅੱਜ ਨਾ ਇੰਨੇ ਆਏ ਆ, ਕੱਲ੍ਹ ਨੂੰ ਹੋ ਸਕਦਾ ਕੋਈ ਇੱਕ ਅੱਧਾ ਨਾ ਹੋਰ ਸਾਹਮਣੇ ਆ ਜਾਵੇ। ਪਰ ਜੋ ਵੀ ਆ, ਆਪਾਂ ਇਹ ਨਹੀਂ ਆਂਦੇ ਵੀ ਕਿਸੇ ਦੇ ਨਾਲ ਧੱਕਾ ਹੋਵੇ ਜਾਂ ਕਿਸੇ ਨਾਲ ਨਜਾਇਜ਼ ਹੋਵੇ, ਪਰ ਹਾਂ ਇੰਨਾ ਜ਼ਰੂਰ ਆ ਵੀ ਜਿਹੜੀ ਗੱਲ ਜਿਵੇਂ ਹੈ ਉਹ ਕਲੀਅਰ ਜ਼ਰੂਰ ਹੋ ਜਾਵੇ। ਕਿਉਂਕਿ ਕਾਰਨ ਹੈ ਨਾ, ਪਿਛਲੇ ਸਮਿਆਂ ਦੇ ਵਿੱਚ ਜਦੋਂ ਆਪਾਂ ਆਨੇ ਵੀ ਯਾਰ ਉਹ ਪੰਜਾਬ ਦਾ ਬਣਿਆ ਕੁਛ ਨਹੀਂ ਯਾਰ, ਪੰਜਾਬ ਇੱਦਾਂ ਕਿੱਦਾਂ ਹੋ ਗਿਆ ਜੀ ਯਾਰ, ਇਹ ਤਾਂ ਬੇੜਾ ਹੀ ਗਰਕ ਗਿਆ। ਉਹ ਇਹ ਤਾਂ ਹੈ ਨਹੀਂ ਵੀ ਪੰਜਾਬ ਦਾ ਕਿਸੇ ਨੇ ਕੋਈ ਮਤਲਬ ਕੋਈ ਵੱਡਾ ਨੱਟ ਖੋਲ੍ਹ ਦਿੱਤਾ ਸੀ, ਹੈ ਤੇ ਮੁਸ਼ਕਿਲ ਤੇ ਥੋੜ੍ਹੀ ਸੀ ਨਾ, ਵੀ ਕਿਤੇ ਕੋਈ ਨਾਲੀ ਲੀਕ ਆ, ਕਿਸੇ ਪਾਸਿਓਂ ਕੋਈ ਤੇਲ ਬਹੁਤਾ ਚੁੱਕਦੀ ਉਹ ਗੱਡੀ ਤੇ ਫਲਾਣੇ ਥਾਂ ਤੋਂ ਟਾਇਰ 'ਚ ਹਵਾ ਘੱਟ ਹੀ, ਇੱਧਰੋਂ ਵੀ ਜਾਪਦਾ ਵੀ ਯਾਰ ਆਹ ਫਿਲਟਰ ਸਾਫ਼ ਨਹੀਂ ਕਰਾਇਆ ਤੇ ਰੇਡੀਏਟਰ 'ਚ ਪਾਣੀ ਘੱਟ, ਮਤਲਬ ਨਿੱਕੇ ਕਸੂਰ ਕਈਆਂ ਥਾਵਾਂ ਦੇ ਗੱਡੀ ਤੇ ਤਾਂ ਹੀ ਖੜਕਦੀ ਸੀ ਨਾ। ਤੇ ਹੁਣ ਜੇ ਉਹ ਥੋੜੇ ਨਿਕਲਣਾ, ਉਹਦੇ 'ਚੋਂ ਕੌਣ ਬੰਦਾ ਕਿੱਥੇ ਕਿੰਨਾ ਜ਼ਿੰਮੇਵਾਰ ਹੈ ਉਹ ਕਲੀਅਰ ਹੋ ਜੇ ਤੇ ਆਪੇ ਸੈੱਟ ਹੋ ਜੂ। ਨਹੀਂ, ਇੱਦਾਂ ਹੀ ਸੈੱਟ ਹੋਣ ਦੀ ਲੋੜ ਹੈ, ਜੇ ਨਹੀਂ ਹੁੰਦਾ ਤਾਂ ਔਖਾ। ਵੈਸੇ ਲੀਡਰਾਂ ਦਾ ਕੰਮ ਬੜਾ ਅਜੀਬ ਜਿਹਾ ਹੋਇਆ। ਨੈਸ਼ਨਲ ਹੈਰਾਲਡ ਵਾਲਾ ਮਸਲਾ ਜਿਹੜਾ ਕਾਂਗਰਸ ਦੀ ਆਪਦੀ ਅਖਬਾਰ ਹੁੰਦੀ ਸੀ, ਉਹਦੇ ਵਿੱਚੋਂ ਵੀ 50-55 ਕਰੋੜ ਰੁਪਈਆ ਕਹਿੰਦੇ ਜੀ ਸੱਜਿਓਂ ਖੱਬਿਓਂ ਕਰਕੇ ਗਾਂਧੀ ਪਰਿਵਾਰ ਦੇ ਕੋਲੇ ਆਇਆ, ਇਹ ਵੀ ਦੋਸ਼ ਹੀ ਹੈ। ਤੇ ਕਈ ਸਾਲ ਪਹਿਲਾਂ ਸੁਬਰਾਮਨੀਅਮ ਸਵਾਮੀ ਹੋਰਾਂ ਨੇ ਕੇਸ ਦਰਜ ਕਰਾਇਆ ਸੀ, ਤੇ ਅੱਜ ਰਾਹੁਲ ਗਾਂਧੀ ਹੋਰੀ ਜਿਹੜੇ ਹੈ ਸ਼ਾਇਦ ਪੱਤਰਕਾਰਾਂ ਸਾਹਮਣੇ ਆ ਕੇ ਕੋਈ ਦੱਸਣ, ਕਿਉਂਕਿ ਬੀਤੇ ਕੱਲ ਉਹ ਈਡੀ ਦੇ ਸਾਹਮਣੇ ਪੇਸ਼ ਹੋ ਗਏ। 3 ਘੰਟੇ ਲਗਾਤਾਰ ਉਹਨਾਂ ਨੂੰ ਸਵਾਲ ਜਵਾਬ ਕੀਤੇ। ਉਹਦੇ ਤੋਂ ਬਾਅਦ ਕਹਿੰਦੇ ਜੀ ਘੰਟੇ ਦੀ ਬ੍ਰੇਕ ਆ, ਦੁਪਹਿਰ ਦਾ ਖਾਣਾ ਖਾ ਲਈਏ, ਲੰਚ ਕਰ ਲਈਏ। ਉਹ ਆਪਣੇ ਮਾਤਾ ਜੀ ਸੋਨੀਆ ਗਾਂਧੀ ਨੂੰ ਮਿਲਣ ਹਸਪਤਾਲ ਗਿਆ। 40 ਮਿੰਟਾਂ ਬਾਅਦ ਫੇਰ ਈਡੀ ਦੇ ਦਫ਼ਤਰ। ਚਲੋ ਪੁੱਛਗਿੱਛ ਲੰਬੀ ਚੌੜੀ ਹੋਈ। ਸੰਧਾਲੀਆ ਸਾਹਿਬ, ਕਮਾਲ ਦੀ ਗੱਲ ਹੈ ਕਿ ਇੱਕ ਕੇਸ ਇੰਨੇ ਸਾਲਾਂ ਤੋਂ ਚੱਲਦਾ, ਜਿਹਦੇ ਵਿੱਚ ਕਿਹਾ ਗਿਆ ਕਿ ਪੈਸੇ ਟੇਢੇ ਜਾਂ ਢੰਗ ਦੇ ਨਾਲ ਇਹਨਾਂ ਦੇ ਖਾਤਿਆਂ ਦੇ ਵਿੱਚ ਆਏ ਆ। ਬੀਬੀ ਸੋਨੀਆ ਗਾਂਧੀ ਨੂੰ ਵੀ ਸੱਦਿਆ। ਹੁਣ ਹਾਲਾਤ ਕੀ ਬਣਦੇ ਆ? ਇੱਧਰੋਂ ਰਾਹੁਲ ਗਾਂਧੀ ਹੋਰੀ ਘਰੋਂ ਨਿਕਲਦੇ ਆ ਕਿ ਭਾਈ ਮੈਂ ਈਡੀ ਦੇ ਦਫ਼ਤਰ ਚੱਲਿਆ। ਉਧਰ ਅਸ਼ੋਕ ਗਹਿਲੋਤ, ਕਿੰਨੇ ਹੀ ਹੋਰ ਬੰਦੇ ਜਿਹੜੇ ਕਿ ਕਾਂਗਰਸ ਦੇ ਵੱਖ-ਵੱਖ ਸੂਬਿਆਂ ਦੇ ਲੀਡਰ ਨੇ, ਮੁਰਦਾਬਾਦ ਮੁਰਦਾਬਾਦ, ਰਾਹੁਲ ਗਾਂਧੀ ਹਮ ਤੁਮਹਾਰੇ ਸਾਥ ਹੈ। ਯਾਰ ਅਗਲਾ ਕਿਹੜਾ ਮੋਰਚਾ ਫਤਿਹ ਕਰਨ ਚੱਲਿਆ? ਦੋਸ਼ ਲੱਗਿਆ, ਜਵਾਬ ਦੇਣ ਚੱਲਿਆ। ਜਵਾਬ ਦੇ ਕੇ ਆ ਜਾਣ ਦਿਓ, ਸਾਰਾ ਕੁਝ ਠੀਕ ਠਾਕ ਹੋ ਜੂ। ਤੁਹਾਨੂੰ ਲੱਗੂਗਾ ਕਿ ਭਾਈ ਕੋਈ ਧੱਕਾ ਕਰਦੇ ਆ, ਗਲਤ ਕਰਦੇ ਆ। 100 ਵਕੀਲ ਆ ਤੁਹਾਡੀ ਪਾਰਟੀ ਦੇ ਵਿੱਚ, ਤੁਸੀਂ ਅਦਾਲਤ ਦੇ ਵਿੱਚ ਜਾ ਗੱਲ ਕਰ ਲਿਓ, ਅਗਰ ਚੱਕ ਕੇ ਥਾਣੇ ਦੇ ਦਿੱਤੇ।
ਉਧਰ ਰਾਹੁਲ ਗਾਂਧੀ ਸਾਹਿਬ ਅੰਦਰ ਜਾ ਕੇ ਸਵਾਲਾਂ ਦੇ ਜਵਾਬ ਦਿੰਦੇ ਆ, ਪ੍ਰਿੰਕਾ ਗਾਂਧੀ ਥਾਣੇ ਦੇ ਵਿੱਚ ਬਾਕੀ ਕਾਂਗਰਸੀਆਂ ਦਾ ਹਾਲ ਪੁੱਛਣ ਗਏ ਆ। ਰਾਜਾ ਵੜਿੰਗ ਸਾਹਿਬ ਨੇ ਜਲੰਧਰ ਦੇ ਵਿੱਚ ਧਰਨਾ ਲਾਤਾ ਜੀ ਸਾਡੇ ਲੀਡਰ ਨੂੰ ਸੱਦਿਆ ਕਿੱਦਾਂ, ਤੇ ਉੱਥੇ ਵੀ ਕਹਿੰਦੇ ਆ ਕਿ ਰਾਹੁਲ ਗਾਂਧੀ ਨੇ ਪੁੱਛਿਆ ਜੀ ਇੱਥੇ ਜਦੋਂ ਈਡੀ ਵਾਲੇ ਲੈ ਕੇ ਜਾਂਦੇ ਕਹਿੰਦੇ ਜੀ ਇਕੱਲੇ ਕਾਂਗਰਸੀਆਂ ਨੇ ਕੋਈ ਹੋਰ ਵੀ ਆਉਂਦਾ। ਦੇਖੋ ਉਹ ਕਹਿੰਦੇ ਬੋਲੇ ਨਹੀਂ ਮੋਰ ਆ ਨਹੀਂ, ਇਹ ਤੇ ਗੱਲ ਹੈਗੀ ਆ ਵੀ ਜਦੋਂ ਉਹ ਵੱਡੇ ਲੀਡਰਾਂ ਦੀ ਚਰਚਾ ਚੱਲੀ ਸੀ ਉਦੋਂ ਵਾਹਵਾ ਰੌਲਾ ਸੀ ਵੀ ਪੂਰੇ ਭਾਰਤ ਦੇ ਵਿੱਚ ਹੀ ਕਾਂਗਰਸ ਪਾਰਟੀ ਵੱਲੋਂ ਇਸ ਚੀਜ਼ ਦੇ ਕਰਕੇ ਕੋਈ ਪ੍ਰੈਸ ਕਾਨਫਰੰਸ ਹੋ ਗਈ, ਕੋਈ ਸ਼ਕਤੀ ਪ੍ਰਦਰਸ਼ਨ ਹੋ ਗਿਆ, ਜਾਂ ਆਪਣੇ ਲੀਡਰ ਦੇ ਹੱਕ ਦੇ ਵਿੱਚ ਹਾ ਦਾ ਨਾਅਰਾ ਮਾਰਨ ਦੀ ਗੱਲ ਚੱਲ ਪਈ। ਦੇਖੋ ਸਿਆਸਤ ਆ, ਸਿਆਸਤ ਜੇ ਉੱਧਰੋਂ ਹੁੰਦੀ ਹੈ ਇਹ ਵੀ ਕਰਨਗੇ, ਸਿਆਸਤਦਾਨਾਂ ਨੇ ਸਿਆਸਤ ਨਹੀਂ ਕਰਨੀ ਤੇ ਉਹਨਾਂ ਕਿਹੜਾ ਵੀ ਪੱਠੇ ਵੱਢ ਕੇ ਪਾਉਣੇ ਡੰਗਰਾਂ ਨੂੰ, ਹੈ ਨਾ ਜੀ। ਦੂਜੀ ਗੱਲ ਇਹ ਵੀ ਆ ਵੀ ਜਿਹੜਾ ਤੁਸੀਂ ਨਾਅਰੇ ਤੇ ਇਤਰਾਜ਼ ਕੀਤਾ ਨਾ ਉਹ ਕਰਨਾ ਨਹੀਂ ਚਾਹੀਦਾ। ਅਜੇ ਉਹਨਾਂ ਨੂੰ ਪੰਜਾਬੀ ਵਾਲਾ ਨਾਅਰਾ ਨਹੀਂ ਆਇਆ ਕਿਤੇ, ਨਹੀਂ ਤੇ ਉਹ ਵੀ ਲਾ ਸਕਦੇ ਵੀ ਪਹਿਰਾ ਦੇਾਂਗੇ ਠੋਕ ਕੇ। ਰਾਹੁਲ ਗਾਂਧੀ ਤੇਰੀ ਸੋਚ ਤੇ ਕੀ ਬਾਤ ਹੈ ਨਾ, ਉਹ ਹੋ ਸਕਦਾ ਉਹ ਹਿੰਦੀ ਵਾਲਾ ਸੀਗਾ, ਇਸ ਕਰਕੇ ਉਹਨਾਂ ਨੇ ਆਪਣੇ ਸਾਰਾ ਬਣਾ ਵੀ ਅਸੀਂ ਤੇਰੇ ਸਾਥ ਆ। ਖੈਰ ਚਲੋ ਚੱਲ ਗਈ ਗੱਲਬਾਤ, ਆਪਾਂ ਤਾਂ ਉਹਦੇ 'ਚ ਉਸ ਕੇਸ 'ਚ ਵੀ ਇਹੋ ਵੈਸੇ ਪੰਜਾਬੀ ਨਾਰਾ ਵੀ ਬੜਾ ਠੋਕ ਕੇ ਲੱਗਦਾ ਨਾ, ਹੈ ਨਾ। ਹਾਂ ਉਹਨਾਂ ਕੇ ਹੋਰ ਭਾਸ਼ਾ 'ਚ ਨਹੀਂ ਠੋਕ ਕੇ ਲੱਗਦਾ, ਆਹੋ ਚਾਹੇ ਸਹੀ ਲੱਗੇ ਚਾਹੇ ਗਲਤ ਲੱਗੇ। ਆਹੋ ਹਿੰਦੀ 'ਚ ਕਿੱਦਾਂ ਲਾਉਣਗੇ ਵੈਸੇ ਗੱਲ ਹੀ ਆ। ਹਾਂ ਇਹ ਮੈਂ ਕਹਿੰਦਾ ਕਿ ਆਪਾਂ ਪ੍ਰਾਈਮ ਏਸ਼ੀਆ ਟੀਵੀ ਦੇ ਟੱਬਰ ਦੇ ਮੈਂਬਰਾਂ ਨੂੰ ਛੱਡ ਦਿੰਦੇ ਆ ਕਿ ਤੁਸੀਂ ਦੱਸੋ ਜੇ ਆਹ ਹੈ ਵੀ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਜੇ ਹਿੰਦੀ ਬਣਾਉਣਾ ਹੋਵੇ ਕਿੰਨਾ ਠੋਕ ਕੇ ਬਣਾਓਗੇ, ਆਹੋ ਲਿਖ ਦਿਓ, ਹੈ ਨਾ। ਇਹ ਤੁਸੀਂ ਟਿੱਪਣੀ ਕਰ ਦੇਣਾ। ਇਹ ਗੱਲ ਹੋਰ WhatsApp ਉਹ ਇਹ ਆ ਵੀ ਇਹ ਜੋ ਕੁਛ ਵੀ ਜਿਵੇਂ ਜਿਵੇਂ ਚੱਲ ਰਿਹਾ ਇਹਦੇ 'ਚ ਇੱਕ ਗੱਲ ਤਾਂ ਹੈਗੀ ਆ ਵੀ ਉੱਪਰਲੇ ਜਿਹੜੇ ਲੀਡਰ ਨੇ ਉਹ ਕਿਤੇ ਨਾ ਕਿਤੇ ਹੁਣ ਫਸਦੇ ਜਾ ਰਹੇ ਆ। ਆਪਾਂ ਆਮ ਵੀ ਪਹਿਲਾਂ ਦੇਖਦੇ ਸੀ ਵੀ ਜੇ ਕੋਈ ਇੱਧਰੋਂ ਉੱਧਰੋਂ ਕੋਈ ਮਾੜੀ ਮੋੜ ਕਾਣੋ ਕਿਤੇ ਨਿਕਲਣੀ, ਫਿਰ ਪਤਾ ਲੱਗਦਾ ਵੀ 2 ਦਿਨ ਸੁਣਵਾਈਆਂ ਹੋਈਆਂ, ਫਿਰ ਹਨੇਰੇ ਜੇ ਪਤਾ ਲੱਗਿਆ ਵੀ ਉਹ ਹੁਣ ਉੱਧਰ ਹੀ ਚਲੇ ਗਿਆ ਲੀਡਰ, ਤੇ ਫਿਰ ਪਤਾ ਲੱਗਾ ਵੀ ਨਹੀਂ ਉਹ ਜਾਂਚ ਕੁਛ ਵੀ ਨਹੀਂ ਸੀਗੀ, ਉਹ ਤੇ ਠੀਕ ਹੀ ਸੀ ਸਾਰਾ ਕੁਛ, ਹੈ ਨਾ। ਹੁਣ ਇਸ ਕੇਸ ਦੇ ਵਿੱਚ ਰਾਹੁਲ ਗਾਂਧੀ ਸਾਹਿਬ ਕੋਲ ਤੇ ਇਹ ਵੀ ਆਪਸ਼ਨ ਹੈਗੀ ਵੀ ਉਹ ਆਖਣ ਵੀ ਮੈਂ ਫਿਰ ਉੱਧਰ ਹੀ ਚਲੇ ਜਾਂਦਾ, ਕੋਈ ਗੱਲ ਨਹੀਂ ਉਹ ਬੰਦੇ ਨੂੰ ਰਹਿਣਾ ਵੀ ਉੱਥੇ ਪੈਣਾ। ਪਰ ਇੱਕ ਗੱਲ ਆ ਵੀ ਉਹਨਾਂ ਦੀ ਪਾਰਟੀ ਜਿਹੜੀ ਆ ਉਹਦੇ ਵਿੱਚੋਂ ਬੰਦੇ ਹੁਣ ਹੌਲੀ ਹੌਲੀ ਜਿਹੜੇ ਉਹ ਖਿਸਕਦੇ ਜਾ ਰਹੇ ਆ। ਸਤਿਕਾਰ ਕੌਰ ਗਹਿਰੀ ਹੋਣੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ, ਰਾਣਾ ਸੋਢੀ ਸਾਹਿਬ ਤੇ ਨਾਲ ਅਸ਼ਵਨੀ ਸ਼ਰਮਾ ਸਾਹਿਬ ਦੀ ਹਾਜ਼ਰੀ 'ਚ ਉਹਨਾਂ ਨੇ ਵੀ ਆਖਿਆ ਵੀ ਨਹੀਂ ਬੀਜੇਪੀ ਹੀ ਭੁੱਖ ਹੈ, ਕਾਂਗਰਸ ਪਾਰਟੀ 'ਚ ਦਮ ਘੁੱਟਦਾ ਸੀ ਹੁਣ, ਸੋ ਉਹਨਾਂ ਨੇ ਵੀ ਬੀਜੇਪੀ ਜੁਆਇਨ ਕਰ ਲਈ। ਤੁਸੀਂ ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਦੇ ਵੱਲ ਤਾਂ ਧਿਆਨ ਦੇਣਾ ਪਊਗਾ, ਪਤਾ ਨਹੀਂ ਇਹ ਕਿਹੜਾ ਕਾਰਨ ਹੈ। ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚੋਂ ਸੀਟਾਂ ਮਿਲੀਆਂ 2, ਉਹ ਵੀ ਇਕੱਲੀਆਂ ਪਠਾਨਕੋਟ ਤੇ ਮੁਕੇਰੀਆਂ ਵਾਲੀ, ਬਾਕੀ ਸਾਰੇ ਪੰਜਾਬ 'ਚੋਂ ਕੁਝ ਨਹੀਂ ਮਿਲਿਆ, ਤੇ ਕਈਆਂ ਨੂੰ ਤਾਂ ਵੋਟਾਂ ਵੀ ਇਕੱਲੀਆਂ ਸੈਂਕੜਿਆਂ 'ਚ ਹੀ ਪਈਆਂ। ਜਦੋਂ ਦੂਸਰੇ ਉਮੀਦਵਾਰ ਲੱਖਾਂ ਦੀ ਗਿਣਤੀ 'ਚ ਵੋਟਾਂ ਲੈ ਗਏ, ਸੈਂਕੜਿਆਂ 'ਚ ਵੋਟਾਂ ਪਈਆਂ। ਆਪਾਂ ਸਾਰਿਆਂ ਨੂੰ ਪਤਾ ਕਿ 2 ਧਿਰਾਂ ਨਾਲ ਗੱਠਜੋੜ ਕਰਨ ਦੇ ਬਾਵਜੂਦ ਵੀ ਲੱਭਾ ਬਹੁਤਾ ਕੁਛ ਹੈ ਨਹੀਂ। ਇਹਦੇ ਬਾਵਜੂਦ ਵੀ ਚੋਣਾਂ ਦੇ ਨਤੀਜੇ ਤੋਂ 100 ਦਿਨ ਬਾਅਦ ਜੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਿਹਾ, ਜੇ ਉਹ ਕਾਂਗਰਸ 'ਚ ਸ਼ਾਮਲ ਹੁੰਦੇ ਸਮਝ ਆਉਂਦੀ ਸੀ ਕਿ ਭਾਈ ਠੀਕ ਹੈ 18-19 ਐਮਐਲਏ ਉਹਨਾਂ ਕੋਲ ਹੈਗੇ ਆ। ਆਮ ਆਦਮੀ ਪਾਰਟੀ ਸ਼ਾਮਲ ਹੁੰਦੇ ਸਮਝ ਆਉਂਦੀ ਆ ਕਿ ਭਾਈ ਉਹਨਾਂ ਦੀ ਸਰਕਾਰ ਹੈ, ਜੇ 5 ਸਾਲ ਉਹਨਾਂ ਨੇ ਚਲਾਉਣੀ ਹੈ। ਜਿਹੜੀ ਭਾਰਤੀ ਜਨਤਾ ਪਾਰਟੀ ਸਿਆਸੀ ਤੌਰ ਦੇ ਉੱਤੇ ਸਿਰਫ 2 ਸੀਟਾਂ ਤੱਕ ਸੀਮਤ ਹੈ 117 ਦੇ ਵਿੱਚੋਂ, 74-75 ਸੀਟਾਂ ਲੜ ਕੇ, 5-7 ਕਾਂਗਰਸੀ ਉਧਰ, 2 ਅਕਾਲੀ ਉਧਰ, ਹੋਰ ਧਿਰਾਂ ਦੇ ਬੰਦੇ ਉਧਰ, ਬੀਬੀ ਸਤਕਾਰ ਕੌਰ ਉਧਰ, ਮਾਸਟਰ ਅਜੈਬ ਸਿੰਘ ਰਟੌਲ ਜਿਹੜੇ ਨੇ ਦੜਬੇ ਤੋਂ ਨੇ 3 ਵਾਰੀ ਕਾਂਗਰਸ ਦੀ ਟਿਕਟ ਤੇ ਚੋਣ ਲੜੇ ਆ, ਉਹਨਾਂ ਦੀ ਚਰਚਾ ਚੱਲਦੀ ਹੈ ਕਿ ਭਾਈ ਉਹ ਵੀ ਕਿਸੇ ਵੀ ਵੇਲੇ ਸੱਜੇ ਖੱਬੇ ਵਾਲੇ ਪਾਸੇ ਨੂੰ ਹੋ ਸਕਦੇ ਆ। ਜਾਖੜ ਸਾਹਿਬ ਚਲੇ ਗਏ। ਯਾਨੀ ਇਹਦਾ ਮਤਲਬ ਹੈ ਕਿ ਲੀਡਰਾਂ ਨੂੰ ਪਤਾ ਹੈ ਕਿ ਕਿਹੜੀ ਪਾਰਟੀ ਕਿੱਦਾਂ ਦੀ ਰਣਨੀਤੀ ਪੰਜਾਬ ਦੇ ਲਈ ਅਪਣਾਊ। ਨਹੀਂ ਤਾਂ ਬੜੀਆਂ ਪੰਜਾਬ 'ਚ ਪਾਰਟੀਆਂ ਨੇ ਹੋਰ, ਅਕਾਲੀ ਦਲ ਦੇ ਕੋਲ ਤਾਂ ਸੁੱਖ ਨਾਲ ਭਾਰਤੀ ਜਨਤਾ ਪਾਰਟੀ ਤੋਂ 1 ਬੰਦਾ ਵੱਧ ਹੀ ਹੈ, ਉਹਨਾਂ ਦੇ ਕੋਲ ਤਾਂ 3 ਐਮਐਲਏ ਹੈ। ਤੁਹਾਨੂੰ ਯਾਦ ਹੈ ਕਿ ਕੋਈ ਵੱਡਾ ਲੀਡਰ ਸ਼੍ਰੋਮਣੀ ਅਕਾਲੀ ਦਲ 'ਚ ਗਿਆ ਹੋਵੇ ਪਿਛਲੇ ਦਿਨਾਂ 'ਚ, ਜਾਂ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੱਡਾ ਲੀਡਰ ਸ਼ਾਮਲ ਹੋਇਆ ਹੋਵੇ? ਜੇ ਭਾਰਤੀ ਜਨਤਾ ਪਾਰਟੀ 'ਚੋਂ ਬੰਦੇ ਸ਼ਾਮਲ ਹੋ ਰਹੇ ਨੇ ਤਾਂ ਭਾਈ ਪਤਾ ਨਹੀਂ ਕੀ ਗੱਲ ਹੈ। ਜਾਨੀ ਕਿ ਜਾਂ ਤਾਂ ਉਹਨਾਂ ਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਆਊਗੀ, ਜਾਂ ਉਹਨਾਂ ਨੂੰ ਲੱਗਦਾ ਕੇਂਦਰ ਸਰਕਾਰ ਹੈ, ਜਾਂ ਕੋਈ ਹੋਰ ਗੱਲ ਹੈ। ਦੇਖੋ ਇਹਦੀ ਆਪਾਂ ਦੇਸੀ ਉਦਾਹਰਨ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਵੈਸੇ ਤੇ ਮਾਸਟਰ ਤੁਸੀਂ ਰਹੇ ਆ ਪਰ ਉਦਾਹਰਨ ਮੈਂ ਦੇਣ ਲੱਗਾ। ਕਾਰਨ ਹੈ ਵੀ ਹੁਣ ਜਿੰਨੀ ਗਰਮੀ ਹੈ ਪੰਜਾਬ 'ਚ ਇਸ ਵੇਲੇ, ਤੁਸੀਂ ਆਪ ਅੰਦਾਜ਼ਾ ਲਾਓ ਵੀ ਪਹਿਲਾਂ ਤੇ ਬੰਦਾ ਪੈ ਗਿਆ ਕਹਿੰਦਾ ਯਾਰ ਆਪਾਂ ਚੱਲਦੇ ਇਹਦੇ ਤੇ ਸਰਕਾਰੀ ਬੱਸ ਨੇ ਜਾਣਾ ਟਾਈਮ ਨਾਲ, ਇਹ ਨਿੱਕੇ ਮੋਟੇ ਅੱਡੇ ਤੇ ਨਹੀਂ ਖਲੋਂਦੀ। ਹੁਣ ਸਵਾਰੀ ਵਿੱਚ ਤੁੰਨ ਮਤੁੰਨੀ ਉੱਤੇ ਵੀ ਮਤਲਬ ਛੱਤ 'ਤੇ ਵੀ ਚੜ੍ਹੇ ਆ। ਹੁਣ ਬੱਸ ਜਿਹੜੀ ਡਿੱਕੇ ਡੋਲੇ ਖਾਂਦੀ ਜਾਂਦੀ ਆ, ਫਿਰ ਗਾਂਹ ਜਾ ਕੇ ਪਤਾ ਲੱਗਦਾ ਵੀ ਬੱਸ ਦੀ ਸਪੀਡ ਥੋੜ੍ਹੀ ਜਿਹੀ ਘੱਟ ਗਈ, ਇੱਧਰ ਉੱਧਰ ਘੁਸਰ ਮੁਸਰ ਜਿਹੀ ਹੁੰਦੀ, ਫਿਰ ਪਤਾ ਲੱਗਦਾ ਵੀ ਯਾਰ ਹਿੱਸਾ ਖੁੱਲ੍ਹ ਗਏ ਥੱਲਿਓਂ, ਟੇਢੀ ਜਿਹੀ ਕਰਕੇ ਸਾਈਡ 'ਤੇ ਲਾ ਲੈਂਦੇ। ਹੁਣ ਤੁਸੀਂ ਆਪ ਸੋਚੋ ਵੀ ਕਮਾਨੀਆਂ ਇੱਕ ਪਾਸਿਓਂ ਬੈਠੀਆਂ ਹੋਣ, ਸਵਾਰੀਆਂ ਅੱਧੀਆਂ ਵਿੱਚ ਨੇ, ਅੱਧੀਆਂ ਉਤਰ ਕੇ ਝੋਲਾ ਲੈ ਕੇ ਥੱਲੇ ਖਲੋਤੀਆਂ ਨੇ, ਅਤੇ ਜਦੋਂ ਡਰਾਈਵਰ ਸਾਹਿਬ ਵੀ ਬਹਿ ਕੇ ਵੇਖਦੇ ਆ ਅਤੇ ਕਾਲਾ ਤੇਲ ਤੁਪ ਸੜਕ 'ਤੇ ਚੋਣ ਡਿਆ, ਉੱਦਾਂ ਉਹ ਆਖੀ ਜਾਂਦੇ ਡਰਾਈਵਰ ਸਾਹਿਬ, ਉਹ ਕਹਿੰਦਾ ਨਾ ਕੁਛ ਨਹੀਂ ਹੋਣੇ, ਆਪਾਂ ਖਿੱਚ ਲੈਣੀ ਤੋਰ ਲੈਣੀ, ਕੋਈ ਨਹੀਂ ਪਰਵਾਹ ਨਹੀਂ ਕਰਨੀ, ਵਰਕਸ਼ਾਪ ਲਾ ਦੇਣੀ, ਹਾਂ ਬਸ ਆਏ ਲਓ ਆਪਾਂ ਪਹੁੰਚੇ ਲਓ, ਪਰਵਾਹ ਨਹੀਂ ਕਰਨੀ, ਹੈ ਨਾ। ਇਹਨੇ ਨੂੰ ਮਗਰੋਂ ਇੱਕ ਹੋਰ ਬੱਸ ਆਵੇ, ਐ ਨਵੇਂ ਹਾਰਨ ਹੂਰਨ ਲੱਗੇ ਆ,
ਵੀਡੀਓ ਕੋਚ ਜਿੱਤੇ ਲਿਖਿਆ ਨਾ ਆਮ ਕਿਰਾਇਆ ਵੀਡੀਓ ਕੋਚ ਹੈ ਨਾ, ਵਿੱਚ ਪਾਣੀ ਵਾਲਾ ਵੀ ਹੈਗਾ ਜਗਾੜ। ਸੀਟਾਂ ਪਰਦੇ ਪੁਰਦੇ ਲੱਗਿਆ, ਸਵਾਰੀਆਂ ਸਿਰਫ 2 ਆ ਵਿੱਚ, ਬਾਕੀ ਸਾਰੀਆਂ ਸੀਟਾਂ ਖਾਲੀ, ਪੋਲੀਆਂ ਸੀਟਾਂ ਨਵੀਆਂ। ਹੁਣ ਉਹ ਕਹਿਣ ਕੁਛ ਨਾ, ਆਣ ਕੇ ਪਿੱਛੇ ਲਾ ਲੈਣ ਬੱਸ ਡੱਕ ਕੇ, ਤੇ ਵੈਸੇ ਹੀ ਕਿਹੜੇ ਹੁੰਦਾ ਵੀ ਇਹ ਨਾ ਆਖਣ ਵੀ ਅਸੀਂ ਕਿੱਧਰ ਨੂੰ ਜਾਣਾ, ਇਹ ਵੀ ਨਾ ਦੱਸਣ ਵੀ ਕਿੱਧਰ ਜਾਣੀ, ਬੱਸ ਬੋਰਡ ਵੀ ਕੋਈ ਨਹੀਂ ਲੱਗਾ, ਵੈਸੇ ਹੀ ਆਣ ਕੇ ਕੀ ਗੱਲ ਹੋ ਗਈ, ਅੱਛਾ ਹੁਣੇ ਤੁਸੀਂ ਅੱਗੇ ਅੱਗੇ ਤੁਰੇ ਆ, ਤੇ ਮੈਂ ਕਿਹਾ ਵੀ ਪਤਾ ਕਰੀਏ। ਹੌਲੀ ਹੌਲੀ ਉਹ ਪੁੱਛਦਾ ਵੀ ਭਾਜੀ ਤੁਸੀਂ ਵੀ ਜਾਣਾ, ਉਹ ਕਹਿੰਦੇ ਹਾਂ ਕੋਈ ਨਹੀਂ ਚੱਲ ਜਾਣਾ। ਇੱਕ ਸਵਾਰੀ ਚੜ੍ਹ ਦੂਜੀ, ਉਹਦੇ ਕਿ ਹਿਊਮਨ ਨੇਚਰ ਹੀ ਆ ਨਾ। ਹੁਣ ਜੇ ਮੰਨ ਲਓ ਇੱਕ ਬੱਸ ਦੀ ਸਵਾਰੀ ਇੱਧਰੋਂ ਉੱਧਰ ਵੇਖ ਸਕਦੀ ਹੈ ਵੀ ਇਹਦਾ ਹਾਲ ਮਾੜਾ ਹੀ, ਪਤਾ ਨਹੀਂ ਪਹੁੰਚੇ ਨਾ ਪਹੁੰਚੇ, ਮੈਂ ਇੱਥੇ ਚੜ੍ਹ ਜਾਂ। ਅਤੇ ਰਾਜਨੇਤਾ ਲੋਕ ਤਾਂ ਫਿਰ ਵੀ ਲੀਡਰ ਹੁੰਦੇ ਆ ਯਾਰ, ਉਹਨਾਂ ਨੂੰ ਤਾਂ ਪਤਾ ਹੁੰਦਾ, ਵਿਜ਼ਨ ਹੁੰਦਾ ਵੀ ਇਹ ਜਿਹੜੀ 'ਚ ਬੈਠੇ ਆ ਇਹਦਾ ਤਾਂ ਹੁਣ ਤੇਲ ਚੋਈ ਜਾਂਦਾ ਹੀ, ਇਹ ਵੀ ਪਤਾ ਲੱਗੇ ਵੀ ਭਾਈ ਸਾਹਿਬ ਇੱਥੇ ਵੀ ਤੇਲ ਚੋਈ ਜਾਂਦਾ। ਅਤੇ ਜਨਰਲ ਮੈਨੇਜਰ ਸਾਹਿਬ ਜਿਹੜੇ ਨੇ ਆਪਣੇ, ਉਹ ਵੀ ਉਧਰ ਥਾਣੇ ਬੈਠੇ, ਪਤਾ ਨਹੀਂ ਕੀ ਚੱਕਰ, ਉਹਨਾਂ ਦੀ ਵੀ ਪੁੱਛ ਪੜਤਾਲ ਹੋਈ ਜਾਂਦੀ ਹੈ। ਨਹੀਂ ਬੰਦਾ ਫਿਰ ਟਾਈਮ ਨਾਲ ਕਹਿੰਦਾ ਯਾਰ ਸਮਾਨ ਬੰਨੋ ਮਾੜਾ ਮੋਟਾ, ਕੋਈ ਗੱਲ ਨਹੀਂ ਕੇਲੇ ਰਹਿ ਵੀ ਗਿਆ ਤਾਂ ਕੋਈ ਗੱਲ ਨਹੀਂ, ਉੱਥੇ ਆ ਕੇ ਨਵੇਂ ਲੈ ਲਾਂਗੇ। ਉਹਨਾਂ ਕੋਲ ਕਹਿੰਦੇ ਬਹੁਤ ਆਪਣੇ, ਉਹਨਾਂ ਦੇ ਬਗੀਚੇ ਆਪਣੇ ਨੇ ਕੇਲਿਆਂ ਵਾਲੇ। ਚਲੋ ਸੰਧਾਲੀਆ ਸਾਹਿਬ, ਹੁਣ ਇੱਕ ਬੜੀ ਵੱਡੀ ਚਰਚਾ ਚੱਲਦੀ ਸੀ ਕਿ ਵਿਦਿਆਰਥੀਆਂ ਨੇ ਪਿਛਲੇ ਦਿਨੀ ਮੁਹਾਲੀਓਂ ਚੰਡੀਗੜ੍ਹ ਨੂੰ ਮਾਰਚ ਕੀਤਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੇਂਦਰੀਕਰਨ ਹੋ ਚੱਲਾ, ਸੈਂਟਰਲ ਯੂਨੀਵਰਸਿਟੀ ਨੂੰ ਬਣਾ ਦੇਣ ਲੱਗੇ ਆ। ਵਿਦਿਆਰਥੀਆਂ ਦੀ ਇੱਕ ਧਿਰ ਨੂੰ ਲੱਗਦਾ ਕਿ ਭਾਈ ਇਹ ਬਹੁਤ ਮਾੜਾ, ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਅਧਿਕਾਰ ਵੀ ਖੋਲ੍ਹਣ ਲੱਗੇ ਆ। ਪੰਜਾਬ ਸਰਕਾਰ ਦੇ ਖਿਲਾਫ ਵੀ ਭੜਾਸ ਉਹਨਾਂ ਨੇ ਵਾਹਵਾ ਕੱਢੀ ਕਿ ਭਾਈ ਡਿਊਟੀ ਤੁਹਾਡੀ ਆ, ਸਾਨੂੰ ਨਿਭਾਉਣੀ ਪੈਂਦੀ ਆ, ਤੁਸੀਂ ਕੁਛ ਕਰੋ, ਤੁਹਾਡੇ ਕੋਲ ਸਰਕਾਰ ਹੈ, ਤੁਹਾਡੇ ਕੋਲ ਸੂਬਾ ਹੈ, ਤੁਸੀਂ ਪੰਜਾਬ ਦੇ ਲੋਕਾਂ ਨੂੰ ਰੀਪ੍ਰੈਜ਼ੈਂਟ ਕਰਦੇ ਹੋ, ਤੁਸੀਂ ਕੇਂਦਰ ਸਰਕਾਰ ਦੇ ਨਾਲ ਅਦਾਲਤੀ ਕਾਨੂੰਨੀ ਕਿਸੇ ਵੀ ਤਰ੍ਹਾਂ ਦੀ ਪਬਲਿਕਲੀ ਮੀਟਿੰਗ ਕਰਕੇ ਬਿਊਰੋਕ੍ਰੇਸੀ ਦੇ ਨਾਲ ਲੜਾਈ ਤੁਸੀਂ ਲੜੋ ਕਿ ਯੂਨੀਵਰਸਿਟੀ ਪੰਜਾਬ ਦੇ ਉੱਥੋਂ ਜਾਵੇ ਨਾ, ਜਿੱਦਾਂ ਬਾਕੀ ਚੀਜ਼ਾਂ ਗਈਆਂ। ਲੜਾਈ ਸਾਨੂੰ ਲੜਨੀ ਪੈ ਰਹੀ ਹੈ। ਗੁਰਮੀਤ ਸਿੰਘ ਮੀਥੀਅਰ ਐਜੂਕੇਸ਼ਨ ਮਿਨਿਸਟਰ ਨੇ, ਸਿੱਖਿਆ ਮੰਤਰੀ ਪੰਜਾਬ ਦੇ, ਉਹ ਕਹਿੰਦੇ ਜੀ ਦੇਖੋ ਸਾਡੇ ਮੁੱਖ ਮੰਤਰੀ, ਸਾਡੀ ਸਰਕਾਰ, ਅਸੀਂ ਬੜੇ ਸੁਹਿਰਦਾਂ ਤੇ ਅਸੀਂ ਹਰ ਪੱਧਰ ਦੇ ਉੱਤੇ ਕੋਸ਼ਿਸ਼ ਕਰ ਰਹੇ ਹਾਂ। ਤੇ ਕਹਿੰਦੇ ਪੰਜਾਬ ਦੇ ਲੋਕਾਂ ਨੂੰ, ਸਟੂਡੈਂਟਾਂ ਨੂੰ ਭਰੋਸਾ ਦਿਵਾਉਂਦੇ ਆ ਕਿ ਯੂਨੀਵਰਸਿਟੀ ਨਹੀਂ ਜਾਂਦੀ, ਘਬਰਾਓ ਨਾ ਤੁਸੀਂ, ਯੂਨੀਵਰਸਿਟੀ ਪੰਜਾਬ ਦੀ ਆ, ਪੰਜਾਬ ਦੀ ਰਹੂਗੀ, ਜਿਹੜੀਆਂ ਯੂਨੀਵਰਸਿਟੀ ਦੀਆਂ ਲੋੜਾਂ ਨੇ ਅਸੀਂ ਪੂਰੀਆਂ ਕਰਾਂਗੇ, ਕੇਂਦਰੀਕਰਨ ਨਹੀਂ ਇਹਦਾ ਹੋਣ ਦਿੰਦੇ। ਭਰੋਸਾ ਉਹਨਾਂ ਨੇ ਦਵਾਤਾ। ਵਿਦਿਆਰਥੀ ਕਿੰਨੇ ਕੁ ਸੰਤੁਸ਼ਟ ਹੁੰਦੇ ਆ, ਕਿੰਨੇ ਕੁ ਨਹੀਂ, ਯੂਨੀਵਰਸਿਟੀ ਪੰਜਾਬ ਦੀ ਰਹਿੰਦੀ ਆ ਕਿ ਨਹੀਂ, ਦੇਖਣੀ ਪਊਗੀ। ਪਰ ਵੈਸੇ ਇੱਕ ਗੱਲ ਹੈ ਭੱਟ ਸਾਹਿਬ, ਇਹ ਬਿਲਕੁਲ ਇੱਕ ਟੇਢਾ ਵਿਸ਼ਾ ਮੇਰੇ ਦਿਮਾਗ 'ਚ ਕਈ ਵਾਰ ਆਉਂਦਾ ਹੁੰਦਾ। ਕਈ ਵਾਰ ਨਾ ਲੜਾਈ ਕਿਸੇ ਹੋਰ ਜਗ੍ਹਾ 'ਤੇ ਲੜਨ ਦੀ ਲੋੜ ਹੁੰਦੀ, ਉਹ ਕਿਸੇ ਹੋਰ ਜਗ੍ਹਾ 'ਤੇ ਨਹੀਂ ਲੜੀ ਜਾਂਦੀ। ਮੰਨ ਲਓ ਯੂਨੀਵਰਸਿਟੀ ਕੇਂਦਰ ਦੇ ਅੰਡਰ ਹੈ ਜਾਂ ਉਹ ਪੰਜਾਬ ਦੇ ਅੰਡਰ ਆ, ਵਿਸ਼ਾ ਤਾਂ ਇਹ ਹੈ ਵੀ ਉੱਥੇ ਜਿਹੜਾ ਜਵਾਕ ਪੜ੍ਹਦਾ ਉਹਦਾ ਬਾਅਦ 'ਚ ਕੀ ਬਣਦਾ। ਭਵਿੱਖ ਮੰਨ ਲਓ ਵੀ ਤੁਸੀਂ ਡਿਗਰੀ ਅੱਜ ਕਰ ਲਈ, ਅੱਜ ਤੁਸੀਂ ਆਨੇ ਵੀ ਮੈਂ ਡਿਗਰੀ ਕੀਤੀ ਜੀ ਕੇਂਦਰੀ ਯੂਨੀਵਰਸਿਟੀ, ਜਾਂ ਮੈਂ ਡਿਗਰੀ ਕੀਤੀ ਜੀ ਇਸ ਯੂਨੀਵਰਸਿਟੀ ਨੂੰ ਪਤਾ ਨਹੀਂ ਇੰਟਰਨੈਸ਼ਨਲ ਰੈਕਗਨੀਸ਼ਨ ਹਾਸਲ ਹੈ ਜੀ, ਮੈਂ ਉੱਥੋਂ ਡਿਗਰੀ ਹਾਸਲ ਕੀਤੀ। ਜਾਂ ਕੋਈ ਬੰਦਾ ਆਖੇ ਯਾਰ ਮੈਂ ਤਾਂ ਫਿਰ ਉੱਥੋਂ ਪ੍ਰਾਈਵੇਟ ਕਾਲਜੋਂ ਕਰ ਲਈ, ਜਾਂ ਆਪਾਂ ਇਹ ਵੀ ਦੇਖਦੇ ਮੈਂ ਫਿਰ ਨਾ ਜੀ ਉਹ ਡਿਗਰੀ ਫਿਰ ਪ੍ਰਾਈਵੇਟ ਪੇਪਰ ਦੇ ਕੇ ਕਰ ਲਈ, ਕੁਛ ਵੀ ABC ਕਿਸੇ ਵੀ ਤਰੀਕੇ ਨਾਲ ਕਰ ਲਈ। ਸਵਾਲ ਤਾਂ ਇਹ ਆ ਵੀ ਉਹ ਜਿਹੜੇ ਵੀ ਅਦਾਰੇ ਨੇ, ਉਹਨਾਂ ਅਦਾਰਿਆਂ ਦੇ ਵਿੱਚ ਜਿਹੜੇ ਵੀ ਜਵਾਕ ਪੜ੍ਹਦੇ ਨੇ, ਉਹਨਾਂ ਦਾ ਭਵਿੱਖ ਕੀ ਹੈ। ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਹਾਂ ਯੂਨੀਵਰਸਿਟੀ ਦੇ ਵਿੱਚ ਜਾਣਾ ਜਾਂ ਕਾਲਜਸ ਦੇ ਵਿੱਚ ਜਾਣਾ, ਉੱਥੋਂ ਦੀ ਇੱਕ ਜ਼ਿੰਦਗੀ ਵੱਖਰੀ ਹੁੰਦੀ, ਉੱਥੋਂ ਬੰਦਾ ਪੜ੍ਹਾਈ ਦੇ ਨਾਲ ਨਾਲ ਹੋਰ ਬਹੁਤ ਕੁਝ ਸਿੱਖਦਾ, ਉਹ ਇੱਕ ਵੱਖਰਾ ਵਿਸ਼ਾ। ਪਰ ਹਾਂ ਉਹਦਾ ਉਹ ਕਿਹਦੇ ਅੰਡਰ ਆ ਕਿਹਦੇ ਅੰਡਰ ਨਹੀਂ ਆ, ਉਹਦਾ ਉੱਥੇ ਇੱਕ ਹਾਸਲ ਕੀਤੀ ਸਿੱਖਿਆ ਦੇ ਨਾਲ ਜਾਂ ਉੱਥੋਂ ਦੇ ਸਰਟੀਫਿਕੇਟ ਦੇ ਨਾਲ ਭਵਿੱਖ 'ਚ ਕੀ ਹੋਊਗਾ, ਇਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਕਿ ਪੈਂਦਾ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਮੰਨਣੀ ਪਊਗੀ ਕਿ ਪੰਜਾਬ ਦੇ ਵਿੱਚ ਕਈ ਇੱਦਾਂ ਦੇ ਵਿੱਦਿਅਕ ਅਦਾਰੇ ਆ ਜਿਨ੍ਹਾਂ ਵਿੱਦਿਅਕ ਅਦਾਰਿਆਂ ਦਾ ਸਰਟੀਫਿਕੇਟ ਦੇਖ ਕੇ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਕਹਿੰਦੀਆਂ ਆ ਜਾਓ, ਲੰਘ ਆਓ, ਤੁਸੀਂ ਬਸ ਦਰਵਾਜ਼ੇ 'ਚ ਨਹੀਂ ਖਲੋਣਾ। ਤੇ ਕਈ ਇੱਦਾਂ ਦੇ ਵੀ ਅਦਾਰੇ ਹੈਗੇ ਆ ਜਿਨ੍ਹਾਂ ਦਾ ਸਰਟੀਫਿਕੇਟ ਦੇ ਕਹਿੰਦੇ ਬਾਹਰ ਹੋਈ ਮੜੀਆ ਕੁੰਡਾ ਲਾਉਣਾ, ਯਾਨੀ ਰੈਪੂਟੇਸ਼ਨ ਹੀ ਸੁੱਖ ਨਾ ਇੰਨੀ ਕੁ ਬਣਾਈ ਹੋ ਆ। ਪ੍ਰੈਕਟੀਕਲੀ ਹੁਣ ਜੇ ਪ੍ਰੈਕਟੀਕਲ ਵਿਸ਼ਾ ਤੇ ਪ੍ਰੈਕਟੀਕਲ ਪੜ੍ਹਾਉਣਾ, ਥਿਊਰੀ ਤੋਂ ਪਾਸ ਕਰਕੇ ਨਾ ਗਾਂਹ ਜਾਓ। ਕਈ ਇੱਦਾਂ ਦੇ ਵਿੱਦਿਅਕ ਅਦਾਰੇ ਆ ਪੰਜਾਬ ਦੇ ਵਿੱਚ ਕਿ ਦੂਸਰੇ ਮੁਲਕਾਂ ਤੋਂ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਕੰਪਨੀਆਂ ਆਉਂਦੀਆਂ, ਉੱਥੇ ਜਾ ਕੇ ਆਪਣਾ ਟੈਂਟ ਲਾ ਲੈਂਦੀਆਂ ਪੇਪਰ ਪੈਣ ਤੋਂ ਪਹਿਲਾਂ ਹੀ ਕਿ ਭਾਈ ਤੁਹਾਡੇ ਇੱਥੇ ਵਿਦਿਆਰਥੀ ਪੜ੍ਹਦੇ ਆ, ਅਸੀਂ ਪਲੇਸਮੈਂਟ ਕਰਨੀ ਆ, ਉਹਨਾਂ ਨੂੰ ਅਸੀਂ ਅੱਜ ਹੀ ਉਹਨਾਂ ਤੋਂ ਬਾਇਓਡਾਟਾ ਜਿਹਾ ਭਰਾਉਣਾ ਹੈ ਤੇ ਉਹਨਾਂ ਨੂੰ ਅੱਜ ਹੀ ਪੈਕੇਜ ਦੇ ਜਾਣਾ ਇੱਥੇ ਇੰਟਰਵਿਊ ਕਰਕੇ ਕਿ ਜਦੋਂ ਤੁਹਾਡੇ ਪੇਪਰ ਪੈ ਗਿਆ, ਰਿਜ਼ਲਟ ਆਉਣ ਤੋਂ ਪਹਿਲਾਂ ਹੀ ਤੁਸੀਂ ਸਾਡੇ ਕੋਲ ਉੱਥੇ ਆ ਜਾਣਾ, ਇੰਨੇ 1000 ਰੁਪਈਆ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਨੌਕਰੀ ਤੁਹਾਨੂੰ, ਰਹਿائش ਤੇ ਖਾਣਾ ਸਾਡਾ, ਆਉਣ ਜਾਣ ਦਾ ਸਾਧਨ ਸਾਡਾ, ਘਬਰਾਉਣਾ ਨਹੀਂ ਤੁਸੀਂ, ਪਰ ਸਾਡੇ ਨਾਲ ਐਗਰੀਮੈਂਟ ਕਰੋ। ਤੇ ਕਈ ਪਾਸੇ ਵਾਲੇ ਇੱਦਾਂ ਦੇ ਨੇ ਕਿ ਉੱਥੋਂ ਦੇ ਵਿਦਿਆਰਥੀ ਜਿਹੜੇ ਆ ਮਾਰੇ ਫਿਰਦੇ ਆ। ਮੈਨੂੰ ਲੱਗਦਾ ਕਿ ਵਿਦਿਆਰਥੀ ਆਪਣੀ ਜਗ੍ਹਾ ਤੇ ਠੀਕ ਹੋਣਗੇ, ਸਰਕਾਰ ਦੇ ਮਨ ਦੇ ਵਿੱਚ ਆਪਣੀ ਗੱਲ ਹੋਊਗੀ, ਪਰ ਇੱਕ ਗੱਲ ਜੇ ਆਪਾਂ ਸਮੁੱਚੇ ਦੇਸ਼ ਦੇ ਪੱਖ ਤੋਂ, ਤੇ ਤੁਹਾਡੀ ਗੱਲ ਠੀਕ ਹੈ ਕਿ ਰੁਜ਼ਗਾਰ ਕਿੱਥੇ ਹੈ। ਸੰਧਾਲੀਆ ਸਾਹਿਬ ਬੜੇ ਬੰਦੇ ਨੇ, ਕੱਲ ਵੀ ਆਪਾਂ ਨੂੰ ਇੱਕ ਸੱਜਣ ਮਿਲੇ ਸੀ, ਤੁਹਾਨੂੰ ਯਾਦ ਹੋਣਾ, ਉਹ ਕਹਿੰਦੇ ਸੀ ਜੀ ਪੜ੍ਹੇ ਆ ਉੱਥੇ ਸਰਕਾਰੀ ਕਾਲਜ 'ਚ ਪੜ੍ਹੇ ਸੀ, ਉਹਨਾਂ ਡਿਗਰੀਆਂ ਦੇ ਸਿਰ ਦੇ ਉੱਤੇ ਕਹਿੰਦੇ ਬੱਸਾ ਬੈਂਡ ਜਾਂ ਲੈਣੇ ਪਏ ਤੇ ਇੱਥੇ ਸਿੱਧੇ PR ਆ ਕੇ ਡਿੱਗੇ ਆ। ਉਹ ਡਿਗਰੀਆਂ ਉਹਨਾਂ ਕਾਲਜਾਂ ਤੇ ਉਹਨਾਂ ਯੂਨੀਵਰਸਿਟੀਆਂ ਦੀਆਂ ਹੀ ਆ, ਕੰਮ ਆਉਂਦੀਆਂ। ਪਰ ਦੂਸਰੇ ਪਾਸੇ ਇਹ ਗੱਲ ਤੁਹਾਡੀ ਠੀਕ ਹੈ ਕਿ ਬੱਚੇ ਐਡਜਸਟ ਹੋਣੇ ਚਾਹੀਦੇ ਆ, ਮੁੜ ਕੇ ਧੱਕੇ ਖਾਣ ਇੱਧਰ ਉੱਧਰ ਡਾਂਗਾ ਖਾਣ ਚੰਗੀ ਗੱਲ ਨਹੀਂ।
ਮੈਨੂੰ ਲੱਗਦਾ ਕਿ ਸਰਕਾਰ ਇੱਕ ਗੱਲ ਦੇਖੇ, ਠੀਕ ਹੈ ਜੇ ਕੇਂਦਰੀ ਯੂਨੀਵਰਸਿਟੀ ਬਣ ਜੂ ਫੀਸਾਂ ਘਟ ਜਾਣਗੀਆਂ, ਬਹੁਤ ਸਾਰੀਆਂ ਚੀਜ਼ਾਂ ਸਿੱਧੀਆਂ ਆਉਣ ਲੱਗ ਪਈਆਂ, ਸਾਨੂੰ ਆਰਜੀ ਤੌਰ ਤੇ ਉੱਤੇ ਰਾਹਤ ਮਿਲੂ, ਪੇਨ ਕਿਲਰ। ਪਰ ਸਾਰੇ ਦੇ ਸਾਰੇ ਵਿਦਿਅਕ ਅਦਾਰੇ, ਚਾਹੇ ਉਹ ਕਿੰਡਰਗਾਰਟਨ ਆ, ਪ੍ਰਾਇਮਰੀ ਸਕੂਲ ਹੈ, ਤੇ ਚਾਹੇ ਉੱਪਰਲੀ ਪੱਧਰ ਤੱਕ ਯੂਨੀਵਰਸਿਟੀ ਹੈ, ਸੰਧਾਲੀਆ ਸਾਹਿਬ ਸਾਡੇ ਕੋਲ ਪ੍ਰਾਈਵੇਟ ਯੂਨੀਵਰਸਿਟੀਆਂ ਨੇ, ਸਾਡੇ ਕੋਲ ਸਰਕਾਰੀ ਨੇ, ਸਾਡੇ ਕੋਲ ਕੇਂਦਰੀ ਨੇ, ਸਾਡੇ ਕੋਲ ਸੂਬਿਆਂ ਦੀਆਂ ਨੇ। ਭਾਈ ਆਖਿਰਕਾਰ ਪੜ੍ਹਦੇ ਤਾਂ ਸਾਡੇ ਦੇਸ਼ ਦੇ ਨੌਜਵਾਨ ਹੀ ਨੇ ਉੱਥੇ, ਮੁੰਡੇ ਕੁੜੀਆਂ। ਉੱਥੇ ਐਜੂਕੇਸ਼ਨ ਚੰਗੀ ਹੋਵੇ, ਉੱਥੇ ਫੀਸ ਠੀਕ ਠਾਕ ਹੋਵੇ ਕਿ ਹਰ ਇੱਕ ਬੰਦਾ ਆਪਣੇ ਬੱਚੇ ਨੂੰ ਉੱਥੇ ਪੜ੍ਹਾ ਸਕੇ, ਉੱਥੇ ਪ੍ਰੈਕਟੀਕਲ ਪੂਰਾ ਹੁੰਦਾ ਹੋਵੇ, ਉੱਥੇ ਪੜ੍ਹੇ ਹੋਏ ਬੱਚਿਆਂ ਨੂੰ ਕੱਲ੍ਹ ਨੂੰ ਕੋਈ ਬੰਦਾ ਇਹ ਨਾ ਆਖੇ ਕਿ ਭਾਈ ਤੁਹਾਡੀਆਂ ਡਿਗਰੀਆਂ ਜਾਲੀ ਨੇ, ਤੁਸੀਂ ਇਹ ਨੌਕਰੀਆਂ ਤੇ ਲੱਗੇ ਵੀ ਆ, ਤੁਹਾਨੂੰ ਕੱਢਣਾ ਹੈ। ਪੰਜਾਬ ਦੇ ਵਿੱਚ ਕਿੰਨੀ ਵਾਰੀ ਇਦਾਂ ਚੱਲਿਆ, ਸੈਂਟਰ ਇੱਥੇ ਖੁੱਲੇ ਹੁੰਦੇ ਸ਼ਰੇਆਮ, ਜਿੱਦਾਂ ਲਿਖਿਆ ਹੁੰਦਾ ਸੀ ਨਾ ਉੱਥੇ ਕਿ ਇੱਥੋਂ MA MPhil MLib ਸਾਰਾ ਕੁਝ ਕਰੋ, MCom MSc, ਬੋਰਡ ਲੱਗਾ ਸ਼ਰੇਆਮ ਪੰਜਾਬ ਦੇ ਵਿੱਚ। ਅਸੀਂ ਕਹਿੰਦੇ ਆ ਨਾ ਕਿ ਭਾਈ ਨਸ਼ਾ ਵੇਚਣਾ ਗੁਨਾਹ, ਕੋਈ ਬੰਦਾ ਇਦਾਂ ਘਰ ਦੇ ਮੂਹਰੇ ਬੋਰਡ ਲਾ ਕੇ ਥੋੜੀ ਵੇਚ ਸਕਦਾ ਕਿ ਭਾਈ ਮੈਂ ਚਿੱਟਾ ਵੇਚਦਾ, ਤੁਸੀਂ ਇੱਥੋਂ ਲੈ ਜਾਓ, ਗੁਨਾਹ ਆ ਨਾ, ਉਸੇ ਵੇਲੇ ਆ ਕੇ ਫੜ ਲੈਣਗੇ। ਜਾਂ ਕੋਈ ਹੋਰ ਚੀਜ਼ ਜਿਹੜੀ ਗੈਰ ਕਾਨੂੰਨੀ ਹੈ, ਜੇ ਬਾਕੀ ਸਾਰੀਆਂ ਚੀਜ਼ਾਂ ਗੈਰ ਕਾਨੂੰਨੀ ਹੈ ਤਾਂ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਦੇ ਉਹ ਵੱਖ-ਵੱਖ ਯੂਨੀਵਰਸਿਟੀਆਂ ਦੇ ਸੈਂਟਰ ਵੀ ਗੈਰ ਕਾਨੂੰਨੀ ਨੇ, ਜਿਹੜੇ ਤੁਹਾਨੂੰ ਵੀ ਨਜ਼ਰ ਆਉਂਦੇ, ਮੈਨੂੰ ਵੀ ਨਜ਼ਰ ਆਉਂਦੇ, ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ, ਫਿਰ ਥਾਣੇ ਵਾਲਿਆਂ ਨੂੰ, ਕਚਹਿਰੀ ਵਾਲਿਆਂ ਨੂੰ, ਸਰਕਾਰ ਦੇ ਬੰਦਿਆਂ ਨੂੰ, ਮੰਤਰੀਆਂ ਨੂੰ, ਵਿਧਾਇਕਾਂ ਨੂੰ, ਵਿਰੋਧੀ ਧਿਰ ਵਾਲਿਆਂ ਨੂੰ ਵੀ ਨਜ਼ਰ ਆਉਣੇ ਚਾਹੀਦੇ ਆ ਕਿ ਭਾਈ ਆ ਇੱਕ ਯੂਨੀਵਰਸਿਟੀ ਦਾ ਬੋਰਡ ਲੱਗਾ ਕਿ ਅਸੀਂ ਉਹਦਾ ਕੇਂਦਰ ਖੋਲ ਕੇ ਬੈਠੇ ਆ, ਉਹਦੀ ਬ੍ਰਾਂਚ ਖੋਲ ਕੇ ਬੈਠੇ ਆ, ਤੁਸੀਂ ਸਾਡੇ ਕੋਲੋਂ ਪੜ੍ਹੋ, ਇੱਥੇ ਹੀ ਪੇਪਰ ਦਿਓ, ਤੁਹਾਨੂੰ ਡਿਗਰੀਆਂ ਡਿਪਲੋਮੇ ਦੇਵਾਂਗੇ, ਫੀਸ ਇੱਥੇ ਦਿਓ। ਤੇ ਮੁੜ ਕੇ ਸਰਕਾਰਾਂ ਕਹਿੰਦੀਆਂ ਜੀ ਇਹ ਤਾਂ ਮਾਨਤਾ ਪ੍ਰਾਪਤ ਹੀ ਨਹੀਂ। ਠੀਕ ਹੈ, ਨਹੀਂ ਮਾਨਤਾ ਪ੍ਰਾਪਤ, ਤੁਹਾਡੀਆਂ ਅੱਖਾਂ ਦੇ ਮੂਹਰੇ ਉਹਦਾ ਸੈਂਟਰ ਕਿੱਦਾਂ ਖੁੱਲ ਗਿਆ? ਆਮ ਬੰਦਾ ਇੰਨੀ ਜੋਗਾ ਨਹੀਂ ਹੁੰਦਾ। ਆਮ ਬੰਦਾ ਇੱਕ ਹਲ ਪਾਉਂਦਾ, ਇੱਕ ਬੰਦਾ ਕੋਈ ਫੈਕਟਰੀ ਦੇ ਵਿੱਚ ਮਜ਼ਦੂਰੀ ਕਰਦਾ ਹੈ, ਉਹਦੇ ਕੋਲੇ ਇੰਨੀ ਲਿਆਕਤ ਥੋੜੀ ਹੈ। ਜੇ ਉਹਦੇ ਕੋਲ ਇੰਨੀ ਲਿਆਕਤ ਹੁੰਦੀ, MLA ਬਣਿਆ ਹੁੰਦਾ, ਫਿਰ ਉਹ MP ਬਣਿਆ ਹੁੰਦਾ, ਫਿਰ ਉਹ ਪ੍ਰਿੰਸੀਪਲ ਬਣਿਆ ਹੁੰਦਾ, ਫਿਰ ਉਹ ਇੱਟਾਂ ਥੋੜੀ ਪੱਥਦਾ, ਫਿਰ ਉਹ ਜਾ ਕੇ ਲੋਹਾ ਥੋੜੀ ਕੁੱਟਦਾ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਜੇ ਕੇਂਦਰ ਦੀ ਸਰਕਾਰ ਬਾਕੀ ਪਾਸੇ ਕੰਮ ਕਰਦੀ ਹੈ, ਸੂਬਿਆਂ ਦੀ ਸਰਕਾਰ, ਤਾਂ ਇੱਧਰ ਵੀ ਕਰੇ। ਇਹ ਬੜਾ ਜ਼ਰੂਰੀ ਹੈ। ਚਲੋ ਆਪਾਂ ਤਾਂ ਬੇਨਤੀ ਕਰ ਸਕਦੇ ਹਾਂ ਵੀ ਇਸ ਚੀਜ਼ ਨੂੰ ਇਦਾਂ ਰਾਜਨੀਤਿਕ ਮੁੱਦਾ ਬਣਾ ਕੇ ਵੀ ਅਸੀਂ ਉਹਨਾਂ ਨੇ ਲੈ ਜਾਣੀ ਸੀ ਯੂਨੀਵਰਸਿਟੀ, ਅਸੀਂ ਰੋਕ ਲਈ, ਅਸੀਂ ਤੇ ਜਾ ਕੇ ਭੱਜ ਕੇ ਬ੍ਰੇਕ ਤੇ ਪੈਰ ਰੱਖਿਆ। ਇਹਦੇ 'ਚ ਹਾਂ ਖਬਰਾਂ ਜ਼ਰੂਰ ਆ ਸਕਦੀਆਂ, ਲੀਡਰੀ ਜ਼ਰੂਰ ਚਮਕ ਸਕਦੀ ਹੈ, ਪਰ ਹਾਂ ਉਹਦਾ ਅਸਲ 'ਚ ਜ਼ਮੀਨੀ ਪੱਧਰ ਤੇ ਜਾਂ ਉੱਥੇ ਪੜ੍ਹਦੇ ਜਾਂ ਆਉਣ ਵਾਲੇ ਟਾਈਮ 'ਚ ਪੜ੍ਹਨ ਵਾਲੇ ਨਿਆਣਿਆਂ ਦੇ ਭਵਿੱਖ ਤੇ ਕੀ ਅਸਰ ਪਊਗਾ, ਉਹ ਜ਼ਰੂਰ ਵੇਖਿਆ ਜਾਣਾ ਚਾਹੀਦਾ। ਇੱਕ ਗੱਲ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਵਿਦਿਆਰਥੀਆਂ ਦਾ ਸੰਘਰਸ਼ ਗਲਤ ਸੀ, ਉਹਨਾਂ ਨੂੰ ਲੱਗਦਾ ਹੋਊਗਾ ਕਿ ਭਾਈ ਆਹ ਕੁਛ ਹੋਣਾ, ਆਹ ਕੁਛ ਹੋ ਜਾਣਾ ਆ, ਕਿਉਂਕਿ ਜੇ ਹੁਣ ਪੰਜਾਬ ਸਰਕਾਰ ਦੇ ਵੀ ਮਿਨਿਸਟਰ ਨੇ ਕਹਿਤਾ ਅਸੀਂ ਨਹੀਂ ਜਾਣ ਦਿੰਦੇ, ਇਹਦਾ ਮਤਲਬ ਹੈ ਕਿ ਪੰਜਾਬ ਸਰਕਾਰ ਦੇ ਹਿਸਾਬ ਨਾਲ ਬੱਚਿਆਂ ਦੀ ਮੰਗ ਠੀਕ ਹੈ। ਆਪਾਂ ਜਾਣੀ ਇਹ ਨਹੀਂ ਕਹਿੰਦੇ, ਅਸੀਂ ਤਾਂ ਸਿਰਫ ਇਹ ਕਹਿੰਦੇ ਹਾਂ ਕਿ ਭਾਈ ਇੱਕ ਦੇਸ਼ ਹੈ, ਇੱਕ ਦੇਸ਼ ਦੇ ਵੋਟਰ ਨੇ, ਉਹ ਬੱਚੇ ਵੀ ਉੱਥੋਂ ਦੇ ਨੇ, ਸਰਕਾਰਾਂ ਵੀ ਉੱਥੋਂ ਦੀਆਂ, ਅਧਿਕਾਰੀ ਵੀ ਉੱਥੋਂ ਦੇ, ਉਹ ਬਹਿ ਕੇ ਭਾਈ ਸਿਆਣੇ ਜ਼ੇਰੋ ਤੁਸੀਂ ਉੱਥੇ ਪੜ੍ਹਾਉਣ ਵਾਲੇ ਵੀ, ਪੜ੍ਹਨ ਵਾਲੇ ਵੀ, ਤੇ ਉਹਨਾਂ ਵਿਦਿਅਕ ਅਦਾਰਿਆਂ ਦੀਆਂ ਨੀਤੀਆਂ ਬਣਾਉਣ ਵਾਲੇ ਵੀ। ਜੇ ਸਿਆਣੇ ਸਿਰ ਨਹੀਂ ਜੁੜਨਗੇ ਤਾਂ ਸਾਡੇ ਵਰਗੇ ਸਿਰ ਕਿੱਥੇ ਜੁੜਨੇ ਆ? ਨਹੀਂ, ਇਹ ਬੜਾ ਜ਼ਰੂਰੀ ਹੈ। ਮਤਲਬ ਹਰੇਕ ਚੀਜ਼ ਨੂੰ ਮਤਲਬ ਰਾਜਨੀਤਿਕ ਰੰਗਤ ਨਹੀਂ ਦੇਣੀ ਚਾਹੀਦੀ, ਮਸਲਾ ਸਿਰਫ ਇੰਨਾ ਕੁ। ਅੱਛਾ, ਦੂਜੀ ਗੱਲ ਇਹ ਆ ਵੀ ਰਾਜਨੀਤਿਕ ਰੰਗਤ ਪਿਛਲੇ ਸਮੇਂ 'ਚ ਰਹੀ ਹੈ ਇੱਕ ਵਿਸ਼ੇ ਦੀ, ਤੇ ਉਹ ਵਿਸ਼ਾ ਸੀ ਵੀ ਸਰਕਾਰੀ ਬੱਸਾਂ ਦਿੱਲੀ ਏਅਰਪੋਰਟ ਤੇ ਸਵਾਰੀ ਕਿਉਂ ਨਹੀਂ ਖੜਦੀ। ਬੜਾ ਰੌਲਾ ਰੱਪਾ ਪਿਆ। ਆਪਾਂ ਪਿਛਲੇ ਸਮੇਂ 'ਚ ਇਹ ਵੀ ਦੇਖਿਆ, ਰਾਜਾ ਵੜਿੰਗ ਸਾਹਿਬ ਉਦੋਂ ਮੰਤਰੀ ਸੀ, ਉਹਨਾਂ ਨੇ ਜਾ ਕੇ ਕੇਜਰੀਵਾਲ ਸਾਹਿਬ ਦੇ ਘਰ ਅੱਗੇ ਧਰਨਾ ਲਾਇਆ, ਉੱਥੋਂ ਆਏ ਤੇ ਇੱਥੇ ਹੋਟਲ 'ਚ ਆ ਕੇ ਘੇਰ ਲਿਆ, ਇੱਦਾਂ ਕਿੱਦਾਂ ਜੀ ਮੇਰੇ ਨਾਲ ਗੱਲ ਕਰੋ, ਕਹਿੰਦੇ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ। ਸਾਰਾ ਕੁਛ ਆਪਾਂ ਹੋਇਆ ਵੇਖਿਆ। ਸਰਕਾਰ ਬਦਲ ਗਈ ਜੀ, ਹੁਣ ਵਾਲੀ ਸਰਕਾਰ ਨੇ ਕੱਲ੍ਹ ਦਾ ਟਾਈਮ ਦੇ ਲਿਆ ਤੇ ਕੱਲ੍ਹ ਨੂੰ ਉਹ ਕਹਿੰਦੇ ਵੀ ਹਰੀ ਝੰਡੀ ਵਿਖਾਉਣੀ। ਪਿਛਲੇ ਦਿਨ ਹੀ ਟਵੀਟ ਕਰਕੇ ਵੀ ਦੱਸਿਆ ਸੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਵੀ 15 ਤਰੀਕ ਤੋਂ ਆਪਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਏਅਰਪੋਰਟ ਨੂੰ ਬੱਸਾਂ ਚਲਾ ਦੇਣੀਆਂ ਸਰਕਾਰੀ, ਅੱਧ ਤੋਂ ਵੀ ਘੱਟ ਕਿਰਾਇਆ, ਲਗਜ਼ਰੀ ਸੇਵਾਵਾਂ, ਤੇ ਲੋਕ ਆਪਣੇ ਲਾਗੋਂ ਸਟੇਸ਼ਨ ਤੋਂ ਚੜ੍ਹਿਆ ਕਰਨ, ਜਿਹਨੇ ਜਾਣਾ ਉਹ ਵੀ ਜਾਵੇ, ਜਿਹਨੇ ਉੱਥੋਂ ਉਤਰਨਾ ਉਹ ਵੀ ਆਪਣੇ ਪਿੰਡ ਦੇ ਕੋਲ ਜਾ ਉਤਰੇ। ਵਧੀਆ ਗੱਲ ਹੈ। ਹੁਣ ਕੇਜਰੀਵਾਲ ਸਾਹਿਬ ਨੂੰ ਸੱਦਿਆ, ਉਹ ਕਹਿੰਦੇ ਵੀ ਹਰੀ ਝੰਡੀ ਉਹਨਾਂ ਨੇ ਦੇਣੀ ਆ ਕੇ। ਦੇਖੋ ਸੰਧਾਲੀਆ ਸਾਹਿਬ, ਇੱਥੇ ਤਾਂ ਚਲੋ ਬੱਸਾਂ ਪੰਜਾਬ ਤੋਂ ਦਿੱਲੀ ਤੱਕ ਜਾਣੀਆਂ, ਉਹਨਾਂ ਦੀ ਸਰਕਾਰ ਦਾ ਵੀ ਉਹਦੇ ਵਿੱਚ ਹਿੱਸਾ ਕਿ ਭਾਈ ਤੁਸੀਂ ਹਰਿਆਣੇ ਦੇ ਵਿੱਚ ਦੀ ਕੱਢ ਕੇ ਦਿੱਲੀ ਤੱਕ ਪਹੁੰਚਾਉਣੀਆਂ। ਇੱਥੇ ਤਾਂ ਬਣਦਾ ਕਿ ਭਾਈ ਠੀਕ ਹੈ, ਭਾਵੇਂ ਦਿੱਲੀ ਜਾ ਕੇ, ਮੈਂ ਕਹਿੰਦਾ ਕਿ ਇੱਥੋਂ ਭਾਵੇਂ ਚਾਲੂ ਕਰਕੇ ਉੱਥੇ ਜਾ ਕੇ ਸਵਾਗਤ ਵੀ ਕਰ ਲੈਣਗੇ, ਤੁਸੀਂ ਪਹੁੰਚੇ ਜੀ, ਤੁਹਾਡਾ ਬਹੁਤ ਧੰਨਵਾਦ। ਪਰ ਜੇ ਆਪਾਂ ਇਹ ਕਹੀਏ ਕਿ ਹਰ ਇੱਕ ਕੰਮ ਅਰਵਿੰਦ ਕੇਜਰੀਵਾਲ ਸਾਹਿਬ ਦੀ ਆਮਦ ਦੇ ਨਾਲ ਹੀ ਹੋਣਾ ਹੈ, ਇਸ ਤਰੀਕੇ ਹੀ ਹੋਣਾ, ਉੱਥੇ ਕਿਤੇ ਨਾ ਕਿਤੇ ਇਤਰਾਜ਼ ਵੀ ਹੁੰਦਾ ਕਿ ਠੀਕ ਹੈ, ਸੂਬੇ ਦੀ ਸਰਕਾਰ ਹੈ, ਆਪਣੇ ਬਲਬੂਤੇ ਦੇ ਉੱਤੇ ਬਹੁਤ ਕੁਝ ਕਰ ਸਕਦੀ ਹੈ, ਤੇ ਬਹੁਤ ਕੁਝ ਅਰਵਿੰਦ ਕੇਜਰੀਵਾਲ ਹੋਰਾਂ ਦੀ ਗੈਰ ਹਾਜ਼ਰੀ, ਕਿਉਂਕਿ ਕਈ ਵਾਰੀ ਖਬਰਾਂ ਵੀ ਇਦਾਂ ਦੀਆਂ ਆਉਂਦੀਆਂ ਕਿ ਹਰੀ ਝੰਡੀ ਅਰਵਿੰਦ ਕੇਜਰੀਵਾਲ ਸਾਹਿਬ ਦਿਖਾਉਣਗੇ, ਭਗਵੰਤ ਮਾਨ ਸਾਹਿਬ ਨਾਲ ਹੋਣਗੇ। ਨਹੀਂ ਭਾਈ, ਇਹ ਹਰੀ ਝੰਡੀ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਦਿਖਾਉਣਗੇ। ਇਦਾਂ ਤਾਂ ਚਲੋ ਲੋਕ ਵੀ ਇੰਨਾ ਕੁ ਡਾਈਜੈਸਟ ਕਰ ਜਾਣਗੇ। ਵੈਸੇ ਮੈਂ ਕਹਿੰਦਾ ਕਿ ਬੱਸਾਂ ਚੱਲਣ, ਝੰਡੀ ਦਾ ਕੋਈ ਨਹੀਂ, ਬੱਸਾਂ ਚੱਲ ਕੇ 4 ਰੁਪਈਏ ਵੱਟ ਹੋਣ ਸਰਕਾਰ ਦੇ, ਲੋਕਾਂ ਦੇ ਘੱਟ ਖਰਚ ਹੋਣ, ਉਹ ਬੱਸਾਂ ਦੀ ਸਰਵਿਸ ਬਹੁਤ ਵਧੀਆ ਹੋਵੇ, ਲੋਕ ਖੱਜਲ ਨਾ ਹੋਣ,
ਨਹੀਂ ਤਾਂ ਆਮ ਤੌਰ ਤੇ ਕੀ ਹੁੰਦਾ ਕਿ ਸਰਕਾਰੀ ਮਹਿਕਮਿਆਂ ਤੋਂ ਲੋਕਾਂ ਨੂੰ ਪਹਿਲਾਂ ਖੱਜਲ ਕਰ ਦੇਣਾ, ਲੋਕਾਂ ਦਾ ਦਿਮਾਗ ਹੀ ਖਰਾਬ ਕਰ ਦੇਣਾ ਕਿ ਭਾਈ ਇੱਥੇ ਨਹੀਂ ਕੰਮ ਚੱਜਦਾ ਹੋਣਾ, ਫਿਰ ਹੌਲੀ ਹੌਲੀ ਕੰਮ ਪ੍ਰਾਈਵੇਟ ਕਰ ਦਿਓ। ਉਸ ਕੰਮ ਤੋਂ ਜਿਹੜਾ ਥੋੜ੍ਹਾ ਜਿਹਾ ਬਚਣਾ ਜ਼ਰੂਰੀ ਹੈ। ਉਮੀਦ ਕਰਦੇ ਹਾਂ ਕਿ ਰਲ ਮਿਲ ਕੇ ਦੋਨੋਂ, ਮੈਂ ਕਹਿੰਦਾ ਖੱਟਰ ਸਾਹਿਬ ਨੂੰ ਸੱਦ ਲਓ ਯਾਰ, ਉਹਨਾਂ ਦੀਆਂ ਸੜਕ ਦੇ ਉੱਤੋਂ ਦੀ ਤੁਰ ਕੇ ਜਾਣੀਆਂ, ਕੀ ਫਰਕ ਪੈਂਦਾ, ਝੰਡੀਆਂ 3 ਲੈ ਲਓ। ਯਾਨੀ ਕਿਸੇ ਨੂੰ ਤਰਾਜ ਨਹੀਂ ਹੋਣਾ ਚਾਹੀਦਾ, ਤਰਾਜ ਤੋਂ ਆਪਾਂ ਪਰੇ। ਜੇ ਕਾਂਗਰਸ ਪਾਰਟੀ ਨੂੰ ਲੱਗਦਾ ਕਿ ਭਾਈ ਦਿੱਲੀ ਤੇ ਪੰਜਾਬ ਵਾਲੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਹੈ, ਖੱਟਰ ਸਾਹਿਬ ਹਰਿਆਣੇ ਦੇ ਆ, ਗਹਿਲੋਤ ਸਾਹਿਬ ਨੂੰ ਵੀ ਸੱਦ ਲਓ, ਸਮੋਸਾ ਹੀ ਖਾ ਜਾਣਗੇ ਇੱਕ ਵਾਰ, ਸਾਡਾ ਹੀ। ਤੁਹਾਡੀ ਸਲਾਹ ਪਤਾ ਕਿਦਾਂ ਦੀ ਹੈ? ਉਸ ਪ੍ਰਾਹੁਣੇ ਵਰਗੇ ਆ ਜਿਹਨੂੰ ਵਿਆਹ ਸੱਦਿਆ ਹੁੰਦਾ ਤੇ ਉੱਥੇ ਜਾ ਕੇ ਨਾ ਵੈਸੇ ਨੰਬਰ ਬਣਾਈ ਜਾਂਦਾ, ਅਗਲਿਆਂ ਦੀ ਤਾਈ ਕਿਆ ਨਾ ਬਣਦੀ ਨਹੀਂ ਹੁੰਦੀ। ਉਹਨੇ ਆਖਿਆ ਲੈ 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 ਸੱਦ ਲੈਂਦੇ, ਕਿੱਡੀ ਗੱਲ ਹੀ, ਐਸੇ ਸੁਮੋ ਤਾਏ ਨੇ ਬਹਿ ਕੇ ਚਲੇ ਜਾਣਾ। ਉਹ ਬਈ ਸਾਂਝੇ ਚੰਗੇ ਲੱਗੀਦਾ, ਐਵੇਂ ਇਹੋ ਜਿਹੇ ਸਾਰਥਾਂ ਵੇਲੇ ਨਾ ਇਦਾਂ ਨਹੀਂ ਕਰੀਦਾ ਹੁੰਦਾ। ਕੋਈ ਨਹੀਂ ਭਾਈਚਾਰਾ, ਅਗਲੇ ਆਖਣ ਵੀ ਯਾਰ ਹੱਦ ਹੋ ਗਈ, ਤੈਨੂੰ ਸੱਦ ਲਿਆ, ਤੂੰ ਹੁਣ ਉਹ ਸ਼ਰੀਕਾਂ ਨੂੰ ਹੀ ਆਖੀ ਜਾਣਾ ਵੀ ਉਹਦੇ 'ਚ ਪੈ ਜਾਓ। ਉਹਨਾਂ ਨੇ ਪਤਾ ਨਹੀਂ ਕਿੰਨੀਆਂ ਭਾਨੀਆਂ ਮਾਰੀਆਂ ਅੱਗੇ, ਸਾਡੇ ਮੁੰਡੇ ਦਾ ਵਿਆਹ ਨਹੀਂ ਹੋਣ ਦੇਣ ਡਿਆ, ਹੁਣ ਅਸੀਂ ਸੁਮੋ ਜਵਾ ਕੇ ਉਹਨੂੰ ਲੈ ਜਾਈਏ। ਇਹ ਤਾਂ ਮੈਂ ਕਿਹਾ ਵੀ ਇਹ ਸਲਾਹ ਥੋੜ੍ਹੀ ਜਿਹੀ ਅਗਲਿਆਂ ਨੂੰ ਇਦਾਂ ਦੀ ਲੱਗ ਸਕਦੀ। ਚਲੋ ਠੀਕ ਹੈ, ਮੈਂ ਵਾਪਸ ਲੈ ਲਿਆ। ਅਗਲਿਆਂ ਨੂੰ, ਮੈਨੂੰ ਲੱਗਦਾ ਅਗਲਿਆਂ ਵਾਂਗੂ ਤੁਹਾਨੂੰ ਵੀ ਲੱਗੀ ਆ। ਨਹੀਂ ਆਪਾਂ ਨੂੰ ਤਾਂ ਕੀ ਫਰਕ ਪੈਂਦਾ। ਇੱਕ ਗੱਲ ਹੈਗੀ ਵੈਸੇ ਬਾਠ ਸਾਹਿਬ, ਕੇਜਰੀਵਾਲ ਸਾਹਿਬ ਦੀ ਉਦੋਂ ਬਹੁਤ ਤਾਰੀਫ ਹੋਈ ਸੀ ਜਦੋਂ ਕਹਿੰਦੇ ਸੀ ਯਾਰ ਮੈਂ ਮਹਿਕਮਾ ਕੋਈ ਨਹੀਂ ਰੱਖਣਾ, ਲੋਕਾਂ ਨੇ ਲੀਡਰ ਚੁਣਿਆ, ਲੀਡਰਾਂ ਨੂੰ ਆਪਾਂ ਮੰਤਰੀ ਬਣਾਤਾ, ਮੰਤਰੀ ਆਪੋ ਆਪਣਾ ਕੰਮ ਵੇਖਣ ਵੀ ਮੈਂ ਨਿਗਰਾਨੀ ਕਰਨੀ। ਮੇਰੇ ਖਿਆਲ ਨਾਲ ਉਹੋ ਜਿਹਾ ਕੰਮ ਜ਼ਿਆਦਾ ਵਧੀਆ ਨਹੀਂ ਹੈਗਾ ਵੀ ਭਾਈ ਮੈਂ ਆਪਣੇ ਵੱਲੋਂ ਆਜ਼ਾਦ ਹਾਂ, ਮੈਂ ਆਪਣੀ ਪਾਰਟੀ ਦਾ ਕੰਮ ਵੇਖਣਾ, ਤੁਹਾਡੇ ਕੋਲੇ ਹੁਣ ਮਹਿਕਮਾ ਤੇ ਤੁਸੀਂ ਜ਼ਿੰਮੇਵਾਰੀ ਨਿਭਾਉਣੀ। ਜੀ ਉੱਥੋਂ ਦੇ ਦਿੱਲੀ ਦੇ ਮੰਤਰੀ ਆਪੋ ਆਪਣੀ ਜ਼ਿੰਮੇਵਾਰੀ ਨਿਭਾ ਸਕਦੇ ਆ, ਤੇ ਯਾਰ ਪੰਜਾਬ 'ਚ ਵੀ ਸਰਕਾਰ ਹੈ, ਇੱਥੇ ਵੀ ਮੰਤਰੀ ਹੈ, ਇੱਥੇ ਵੀ ਮੁੱਖ ਮੰਤਰੀ ਨੇ, ਉਹ ਵੀ ਤੇ ਨਿਭਾਉਣਗੇ ਹੀ। ਏਡੀ ਕਿਹੜੀ ਗੱਲ ਹੈ ਜੋ ਗੱਲ ਹੈ। ਨਹੀਂ, ਤੁਹਾਡੇ ਕਹਿਣ ਦਾ ਭਾਵ ਆ ਕਿ ਮੁੱਖ ਮੰਤਰੀ ਨੂੰ ਉਸ ਬਜ਼ੁਰਗ ਵਰਗਾ ਹਿਸਾਬ ਕਿਤਾਬ ਰੱਖਣਾ ਚਾਹੀਦਾ ਵੀ ਗੇਟ ਤੇ ਮੰਜਾ ਡਾਲਣਾ ਹੀ, ਖੂੰਡੀ ਕੋਲ ਹੈ, ਸਟੂਲ ਇੱਕ ਕੋਲ ਰੱਖ ਕੇ ਪਾਣੀ ਦਾ ਗਲਾਸ ਢੱਕ ਕੇ ਉੱਥੇ ਰੱਖਿਆ, ਇੱਕ ਬਾਟੀ ਦੇ ਵਿੱਚ ਅੰਗੂਰ ਪਾਣੀ 'ਚ ਪਾਏ ਆ, ਹਾਂ ਇੱਕ ਪੱਖੀ ਹੈ, ਇੱਕ ਪੱਖੀ ਆ, ਜਾਣੀ ਉਹ ਕੀ ਹੋਣਾ, ਅੰਗੂਰ ਕੁਛ ਨਹੀਂ ਹੈਗਾ ਕਿਉਂਕਿ ਦੰਦ ਤਾਂ ਹੁੰਦੇ ਨਹੀਂ ਮੂੰਹ ਦੇ ਵਿੱਚ, ਉਹ ਚਗੋਲੀ ਜਾਣਾ ਅੰਗੂਰ ਦਾ ਮਾੜਾ ਮੋਟਾ ਸਵਾਦ, ਮੁੜ ਕੇ ਛਿੱਲ ਫੂੰ ਕਰਕੇ ਪਰੇ ਮਾਰਨੀ ਚੱਕ ਕੇ। ਨਾਲੇ ਆਏ ਗਏ ਦੀ ਨਿਗਾਹ ਰੱਖਣੀ ਆ, ਜਦੋਂ ਉਧਰੋਂ ਕੋਈ ਬਾਹਰੋਂ ਬੂਹਾ ਖੜਕਿਆ ਨਾ, ਕਿਸੇ ਵੇਲੇ ਇਹ ਹੁੰਦਾ ਵੀ ਬਜ਼ੁਰਗਾਂ ਦਾ ਮੰਨ ਲਓ ਜੇ ਨਾ ਨਿਗਾਹ ਬਹੁਤੀ ਨਾ, ਕਿਹੜਾ ਬਈ ਜੇ ਕੋਈ ਕਹਿ ਗਿਆ ਹਾਂ ਪੁੱਤ ਕਿੱਥੇ ਨੂੰ, ਮੈਂ ਖੰਡ ਲੈਣ ਚੱਲਾਂ, ਫਿਰ ਮੁੜ ਕੇ ਆਉਂਦੇ ਪੁੱਛਣਾ ਨਹੀਂ, ਇਹਨਾਂ ਦੇਖਣਾ ਖੰਡ ਕੋਲ ਫੜੀ ਆ। ਜੇ ਕੋਈ ਮੈਂ ਬਸ ਘੜੀ ਕੇ ਚੱਲਿਆ, ਉਹ ਤਾਂ 3 ਘੰਟੇ ਹੋ ਗਏ, ਜਾਣੀ ਕਹਿਣਾ ਕੁਛ ਨਹੀਂ, ਦੱਸ ਦੇਣਾ ਵੀ ਮੇਰੀ ਨਿਗਾਹ ਪੂਰੀ ਆ, ਮੇਰੀ ਨਿਗਾਹ ਵੀ ਆ ਗਿਆ ਹੈ ਨਾ। ਇੰਨਾ ਜਾਂ ਜੇ ਹੋਰ ਬਹੁਤੀ ਕੋਈ ਗੱਲ ਹੋਏ ਤਾਂ ਆਖਣਾ ਅੱਛਾ ਗੱਲ ਸੁਣ, ਚੱਲਿਆ ਨਾ? ਹਾਂ ਚੱਲਿਆ ਬਾਪੂ। ਉਹ ਮਾਂ ਆਪਣੀ ਨੂੰ ਕਹੇ ਚਾਹ ਦਾ ਕੱਪ ਤੇ ਮੈਨੂੰ ਪਹਿਲਾਂ ਬਣਾ ਕੇ ਦੇ ਦੇਵੇ ਇੱਕ। ਸਵੇਰ ਦੀਆਂ ਅੰਦਰ ਟੀਵੀ ਦੇਖੀ ਜਾਂਦੀਆਂ ਬੜੀਆਂ, ਲੌਟਾ ਵੇਲਾ ਹੋ ਗਿਆ। ਅੱਛਾ ਮੰਤਰੀਆਂ ਤੋਂ ਗੱਲ ਚੱਲੀ, ਮੰਤਰੀ ਇੱਕ ਚਰਚਾ 'ਚ ਨੇ ਤੇ ਉਹ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ ਹੋਰੀ। ਉਹਨਾਂ ਨੇ ਸਭ ਤੋਂ ਹੌਲਾ ਮੇਰੇ ਖਿਆਲ ਜ਼ਮੀਨਾਂ ਵਾਲੀ ਗੱਲ ਤੇ ਹੁਣ ਚੱਲੀ ਹੈ, ਸਭ ਤੋਂ ਪਹਿਲਾਂ ਜਿਹੜੀ ਗੱਲ ਚਲਾਈ ਸੀ ਉਹ ਚਲਾਈ ਸੀ ਗ੍ਰਾਮ ਸਭਾਵਾਂ ਦੀ ਜੀ। ਤੇ ਐਸ ਆ ਤਰੀਕਾ ਵੀ ਉਹਨਾਂ ਨੇ ਨੋਟ ਕੀਤੀਆਂ ਸੀ ਭਾਈ ਸਾਹਿਬ ਇਹਨਾਂ 11 12 13 ਦੇ ਵਿੱਚ ਆਪਾਂ ਉਹ ਗ੍ਰਾਮ ਸਭਾਵਾਂ ਕਰਨੀਆਂ ਤੇ ਉਹ ਗ੍ਰਾਮ ਸਭਾਵਾਂ ਦੇ ਸਮਾਗਮ ਵੀ ਹੋਏ ਤਾਂ ਜੋ ਦੱਸਿਆ ਜਾਵੇ ਅਲੱਗ-ਅਲੱਗ ਪੰਚਾਇਤਾਂ ਨੂੰ ਕਿ ਭਾਈ ਆਹ ਪੰਚਾਇਤ ਆ, ਆਹ ਪਿੰਡ ਆ, ਤੁਸੀਂ ਆਪਣੇ ਪਿੰਡ 'ਚ ਗ੍ਰਾਮ ਸਭਾ ਕਰੋ। ਉਹਦੀ ਤਰੀਕ ਮੇਰਾ ਖਿਆਲ ਗਾਂ ਮਿਥੀ ਆ ਤੇ ਉਸ ਮਿਥੀ ਤਰੀਕ ਨੂੰ ਜਦੋਂ ਪਿੰਡਾਂ 'ਚ ਗ੍ਰਾਮ ਸਭਾਵਾਂ ਹੋਣਗੀਆਂ, ਉਹ ਜਾਣੇ ਪਹਿਲੀ ਵਾਰ ਹੈ ਮੈਨੂੰ ਲੱਗਦਾ ਵੀ 100% ਨਾ ਸਹੀ ਜਿੰਨੇ % ਵੀ ਲੋਕ ਸ਼ਮੂਲੀਅਤ ਕਰਨਗੇ ਉਹਦੇ 'ਚ, ਲੋਕਾਂ ਨੂੰ ਥੋੜ੍ਹੀ ਬਹੁਤ ਅਵੇਅਰਨੈਸ ਤੇ ਹੋਊਗੀ ਵੀ ਅੱਛਾ ਯਾਰ ਸਾਡੇ ਕੋਲ ਇੰਨੀ ਪਾਵਰ ਹੈ। ਧਾਲੀਵਾਲ ਸਾਹਿਬ ਵੈਸੇ ਬਹੁਤ ਹੀ ਚਰਚਾ 'ਚ ਨੇ। ਤੁਸੀਂ ਇਹ ਦੇਖੋ ਕਿ ਗ੍ਰਾਮ ਸਭਾ ਵਾਲਾ ਕੰਮ ਤਾਂ ਬਹੁਤ ਵਧੀਆ, ਮੈਂ ਕਹਿੰਦਾ ਕਿ ਇਹਨੂੰ ਕੋਈ ਹੀ ਕਰਦਾ, ਊੜਾ ਐੜਾ ਈੜੀ ਪੰਜਾਬ ਦਾ ਕੋਈ ਲੀਡਰ ਕਰਦਾ ਹੈ। ਪੰਜਾਬ ਦੇ ਪਿੰਡਾਂ 'ਚ ਗ੍ਰਾਮ ਸਭਾਵਾਂ ਦੇ ਇਜਲਾਸ ਚਾਹੀਦੇ ਆ ਸਾਨੂੰ। ਹੁਣ ਉਹ ਜੇ ਲਗਾਤਾਰ ਵੱਖ-ਵੱਖ ਥਾਵਾਂ ਦੇ ਉੱਤੇ ਇੱਕ ਮਾਡਲ ਪੇਸ਼ ਕਰ ਕੇ ਇੱਦਾਂ ਕਰਨਾ ਹੀ, ਬਹੁਤਿਆਂ ਨੂੰ ਪਤਾ ਨਹੀਂ ਹੁੰਦਾ, ਫਿਰ ਉਹ ਸੈਕਟਰੀ ਸਾਹਿਬ ਨੂੰ ਪੁੱਛਦੇ ਆ, ਸੈਕਟਰੀ ਸਾਹਿਬ ਜੇ ਦੱਸਣਾ ਚਾਹਣ ਦੱਸਦੇ ਆ, ਨਹੀਂ ਤਾਂ ਆਪਣੇ ਹਿਸਾਬ ਨਾਲ ਦੱਸ ਦਿੰਦੇ ਆ। ਇੱਦਾਂ ਵੀ ਦੱਸ ਉਹ ਕੋਈ ਇੱਥੇ ਸੈਮ ਕਰ ਇੰਨੇ ਸੈਮ, ਕੋਈ ਗੱਲ ਨਹੀਂ, ਕਿਸੇ ਨੂੰ ਨਹੀਂ ਪਤਾ ਹੁੰਦਾ। ਹੁਣ ਚੰਗੇ ਤਰੀਕੇ ਪ੍ਰੈਕਟੀਕਲੀ ਜ਼ਮੀਨੀ ਪੱਧਰ ਦੇ ਉੱਤੇ ਜੇ ਗ੍ਰਾਮ ਸਭਾਵਾਂ ਦੇ ਇਜਲਾਸ ਸੁਣ ਕੇ, ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਗ੍ਰਾਮ ਸਭਾਵਾਂ ਦੇ ਇਜਲਾਸ ਐਤਕੀ ਕਰਿਓ ਮਿੱਥੀ ਤਰੀਕ ਦੇ ਉੱਤੇ। ਉਹ ਮੋਢੇ ਆ ਡੈਮੋਕ੍ਰੇਸੀ ਦਾ, ਲੋਕਤੰਤਰ ਦਾ। ਜੇ ਤੁਸੀਂ ਉਹਨੂੰ ਕਮਜ਼ੋਰ ਕਰ ਦੋਗੇ, ਉੱਪਰ ਫਲ ਫੁੱਲ ਨਹੀਂ ਜੇ ਲੱਗਣਾ, ਇਹ ਗੱਲ ਪੱਕੀ ਹੈ। ਕੁਲਦੀਪ ਸਿੰਘ ਧਾਲੀਵਾਲ ਸਾਹਿਬ ਇੱਕ ਤਾਂ ਇਸ ਕਰਕੇ ਚਰਚਾ 'ਚ ਨੇ ਕਿ ਗੰਭੀਰਤਾ ਨਾਲ ਲੱਗੇ ਹੋਆ ਇੱਧਰ, ਉੱਦਾਂ ਬਾਕੀਆਂ ਦਾ ਵੀ ਸਰੀ ਜਾਂਦਾ ਸੀ, ਇਹਨਾਂ ਦਾ ਵੀ ਸਰ ਜਾਣਾ ਸੀ। ਦੂਸਰਾ, ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਕਬਜ਼ਾ ਛੜਾਇਆ ਸੀ ਉਹ ਸਿਸਵਾ ਫਾਰਮ ਦੇ ਲਾਗੇ, ਤੁਹਾਨੂੰ ਯਾਦ ਹੋਣਾ, ਭਾਰਤੀ ਫੌਜ ਦੇ ਵਿੱਚੋਂ ਸੇਵਾ ਮੁਕਤ ਅਧਿਕਾਰੀ, ਉਹ ਕਹਿੰਦੇ ਸੀ ਜੀ ਮੇਰੀ ਜ਼ਮੀਨ ਮੈਂ ਖਰੀਦੀ, ਅਦਾਲਤ 'ਚ ਕੇਸ ਚੱਲਦਾ, ਸਟੇ ਮੈਨੂੰ ਮਿਲਿਆ। ਇਹ ਪੰਚਾਇਤ ਮੰਤਰੀ ਸਾਹਿਬ ਨੇ ਗਲਤ ਕੀਤਾ। ਹੁਣ ਕਹਿੰਦੇ ਆ ਜੀ ਕਿ ਖਰੜ ਦੀ ਇੱਕ ਅਦਾਲਤ ਦੇ ਵਿੱਚ 25 ਤਰੀਕ ਨੂੰ ਮੰਤਰੀ ਸਾਹਿਬ ਨੂੰ ਸੱਦਿਆ ਕਿ ਭਾਈ ਦੱਸੋ, ਕਿਉਂਕਿ ਉਹਨਾਂ ਨੇ ਪਟੀਸ਼ਨ ਪਾਤੀ ਕਿ ਗਲਤ ਕੀਤਾ। ਦੂਸਰਾ, ਗੁਰਪ੍ਰੀਤ ਸਿੰਘ ਗੋਗੀ ਨੇ ਲੁਧਿਆਣੇ MLA ਆਮ ਆਦਮੀ ਪਾਰਟੀ ਦੇ, ਇਹਨਾਂ ਦੀ ਆਪਣੀ ਪਾਰਟੀ ਦੇ, ਉਹ ਕਹਿੰਦੇ ਪੱਤਰਕਾਰਾਂ ਨੇ ਪੁੱਛਿਆ ਹੋਣਾ ਕਿ ਵਿਦਿਆਰਥੀਆਂ ਦਾ ਮਸਲਾ, ਕਹਿੰਦੇ ਜੀ ਵਿਦਿਆਰਥੀਆਂ ਦਾ ਮਸਲਾ ਮੈਂ ਪੰਚਾਇਤ ਮਾਂ ਫੋਨ ਕੀਤਾ ਜੀ, ਉਹ ਚੱਕਿਆ ਨਹੀਂ ਉਹਨਾਂ ਨੇ ਫੋਨ, ਮੈਂ ਸ਼ਿਕਾਇਤ ਲਾਉਂਗਾ। ਕਿਤੇ ਇਦਾਂ ਕਹਿ ਹੋ ਗਿਆ। ਪੱਤਰਕਾਰ ਮੰਤਰੀ ਸਾਹਿਬ ਕੋਲ ਚਲ ਗਿਆ, ਧਾਲੀਵਾਲ ਸਾਹਿਬ ਦੱਸੋ। ਉਹ ਕਹਿੰਦੇ ਯਾਰ ਗੱਲ ਪਤਾ ਕੀ ਆ, 3000 ਟੈਲੀਫੋਨ ਆ ਜਾਂਦਾ ਰੋਜ਼, 2000 3000 2500।
ਕੋਸ਼ਿਸ਼ ਕਰੀਦੀ ਆ ਬੈਕ ਕਾਲ ਕਰ ਲਈਏ, ਨਹੀਂ ਕਈ ਵਾਰੀ ਪਤਾ ਲੱਗਾ ਹੋਣਾ ਵੀ ਪੰਜਾਬ ਦਾ ਹੀ ਕੰਮ ਕਰਦੇ ਆ। ਕਹਿੰਦੇ ਸਾਡੇ ਮਾਨਯੋਗ ਨੇ ਕਹਿੰਦੇ ਵਿਧਾਇਕ ਸਾਹਿਬ ਕੋਈ ਗੱਲ ਨਹੀਂ, ਮੈਂ ਉਹਨਾਂ ਨੂੰ ਪੁੱਛ ਲੈਣਾ ਪੱਤਰਿਆ, ਨਹੀਂ 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 ਉਹ ਕਹਿੰਦੇ ਸ਼ਿਕਾਇਤ ਲਾਉਣੀ ਆ। ਉਹ ਕਹਿੰਦੇ ਯਾਰ ਪੰਜਾਬ ਦਾ ਹੀ ਕੰਮ ਕਰਦੇ ਆ, ਸਾਡੇ ਆਪਣੇ ਬੰਦੇ ਆ, ਜੇ ਸ਼ਿਕਾਇਤ ਵੀ ਲਾਉਣੀ ਆ ਮੈਂ ਉੱਥੇ ਜਾ ਕੇ ਦੱਸ ਦੂੰ ਯਾਰ ਮੈਂ ਕੰਮ ਜਾਣੀ ਹੁਣ ਤੁਸੀਂ ਦੇਖੋ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਫੇਰ ਪੁੱਛ ਲਿਆ ਐਮਐਲਏ ਸਾਹਿਬ, ਉਹ ਕਹਿੰਦੇ ਯਾਰ ਪਹਿਲਾਂ ਮੈਂ ਮੰਤਰੀ ਸਾਹਿਬ ਕੋਲ ਹੀ ਚੱਲਾਂ, ਬੱਚਿਆਂ ਦਾ ਕੰਮ ਹੈ, ਮੈਨੂੰ ਵੀ ਆ ਕੰਮ ਛੇਤੀ ਹੋਵੇ, ਫੋਨ ਨਹੀਂ ਚੱਕਿਆ, ਜੇ ਨਹੀਂ ਸੁਣਨਗੇ ਫਿਰ ਮੈਂ ਮੁੱਖ ਮੰਤਰੀ ਕੋਲ ਵੀ ਚੱਲ ਜਾਊਂ। ਜਾਣੀ ਕਿਤੇ ਨਾ ਕਿਤੇ ਇਦਾਂ ਦੀ ਵੀ ਗੱਲ ਹੁੰਦੀ, ਗੱਲ ਥੋੜੀ ਹੁੰਦੀ ਆ। ਆਪਣੇ ਵਾਲਾ ਭਾਈਚਾਰਾ ਕਹਿੰਦਾ ਉਹ ਯਾਰ ਉਹ ਤੇਰੇ ਬਾਰੇ ਬੋਲਦਾ ਸੀ, ਉਹ ਗਲਤ ਬੋਲਦਾ ਨਾ, ਉਹ ਮਜ਼ਾ ਜਿਹਾ ਵੀ ਨਹੀਂ ਆਉਂਦਾ ਯਾਰ। ਰੋਜ਼ ਤੁਸੀਂ ਆਖੋ ਪਿਓ ਫਿਰ ਗਏ, ਫਿਰ ਉਹਨਾਂ ਨੇ ਆਹ ਕੰਮ ਕਰਤਾ, ਉਹ ਠੀਕ ਹੋ ਗਿਆ, ਫਿਰ ਅੱਜ ਉੱਥੇ ਉਦਘਾਟਨ ਕਰਨਗੇ, ਉਦਘਾਟਨ ਵੀ ਬੜੇ ਆਰਾਮ ਨਾਲ ਹੋ ਗਿਆ। ਫਿਰ ਉਹਨਾਂ ਨੇ ਅਗਲੇ ਦਿਨ ਆਖਿਆ ਵੀ ਆਹ ਕਾਰਜ ਅਸੀਂ ਵਿਕਾਸ ਦੇ ਕਰਨੇ ਆ, ਉਹ ਸੱਚੀ ਹੋ ਗਏ। ਯਾਰ ਇੱਦਾਂ ਕਿੱਦਾਂ, ਮਤਲਬ ਇਹ ਗੱਲ ਬਣੀ ਨਹੀਂ ਕੋਈ, ਹੈ ਨਾ। ਥੋੜ੍ਹਾ ਜਿਹਾ ਹੋਵੇ ਜੀ ਵਿਕਾਸ ਦੇ ਕਾਰਜ ਕਰਨ ਗਏ, ਕਹਿੰਦਾ ਉਹਦੇ ਫਿਰ ਰਾਹ ਡੱਕ ਲਿਆ ਉਹਨਾਂ ਨੇ, ਉਹ ਕਹਿੰਦਾ ਇੱਦਾਂ ਕਿੱਦਾਂ ਵਿਕਾਸ ਦੇ ਕਾਰਜ ਮੇਰੀ ਹਿੱਕ ਤੋਂ ਲੰਘ ਕੇ ਜਾਣਾ ਪਊਗਾ ਤੈਨੂੰ, ਫਿਰ ਗੱਲ ਬਣੀ, ਹੈ ਨਾ। ਉਹ ਮਜ਼ਾ ਜਿਹਾ ਤਾਂ ਫਿਰ ਆਉਂਦਾ ਉਹ, ਕਿਉਂਕਿ ਕਾਰਨ ਇੱਕ ਸ਼ਬਦ ਬਣ ਗਿਆ ਬ੍ਰੇਕਿੰਗ ਨਿਊਜ਼। ਫਿਰ ਉਹਦੇ ਵਿੱਚ ਥੋੜ੍ਹੀ ਜਿਹੀ ਅੱਗ ਵੀ ਪਾਉਣੀ ਦੀ ਗ੍ਰਾਫਿਕਸ ਦੇ ਨਾਲ, ਵੱਡੀ ਖਬਰ ਹੈ ਨਾ, ਵੱਡਾ ਖੁਲਾਸਾ, ਸੱਚ ਆਉਣਾ ਚਾਹੀਦਾ ਸਾਹਮਣੇ। ਫਿਰ ਥੋੜ੍ਹਾ ਜਿਹਾ ਟੈਲੀਵਿਜ਼ਨ ਵਾਲਿਆਂ ਨੂੰ ਲੱਗਦਾ ਵੀ ਹਾਂ ਯਾਰ ਕੁਝ ਕੰਮ ਚੱਲ, ਹੁਣ ਆਪਣਾ ਕੰਮ ਤਾਂ ਚਲੋ ਸੂਦ ਹੈ ਵੀ ਆਪਾਂ ਹਾਸੇ ਖੇੜੇ ਦੀ ਗੱਲਬਾਤ ਕਰਕੇ ਗਾਂਹ ਨਿਕਲ ਜਾਂਦੇ। ਹੁਣ ਕਿਸੇ ਵੇਲੇ ਨਹੀਂ ਵੀ ਸੂਦ ਆਉਂਦਾ, ਫਿਰ ਕਹਿੰਦਾ ਵੀ ਪਰਮਵੀਰ ਇੱਦਾਂ ਕਿੱਦਾਂ ਹੋ ਗਿਆ, ਥੋੜ੍ਹਾ ਜਿਹਾ ਕਿੱਲ ਕੇ ਜੇ ਬੋਲੇ ਕਹਿਣਾ ਯਾਰ ਆਹ ਤੇਰਾ ਭਲੇ ਖਬਰ ਤੇ ਆ ਭਰਾਵਾ, ਬਾਕੀ ਤਾਂ ਐਵੇਂ ਤੁਰੀ ਫਿਰਦੀ। ਆਹ ਬੰਦਾ ਬੋਲਦਾ ਖਿੱਚ ਕੇ ਯਾਰ, ਡੱਟ ਕੇ ਬੋਲਦਾ ਬੰਦਾ। ਅੱਛਾ ਚਲੋ ਪੂਰਾ ਕਰਕੇ ਚਲੀਏ ਸੰਧਾਲੀਆ ਸਾਹਿਬ ਤੇ ਪੂਰਾ ਕਰਕੇ 1 ਘੰਟਾ ਨਿਕਲ ਜਾਂਦਾ ਯਾਰ। ਵੈਸੇ ਕਹਦੇ ਬੰਦਾ ਵੀ 2 ਕਲਾਂਘਾਂ ਅੱਗੇ ਚੱਲਦੇ ਆ ਇਕੱਠੀਆਂ ਕੁਛ ਤੇ ਕਰੇ ਬੰਦਾ। ਮਾਰੇ ਮੈਂ ਕਿਹੜਾ ਜਿਹੜੀ ਫੜ ਕੇ ਤੁਰਿਆ ਆ, ਤੈਨੂੰ ਇੱਥੇ ਹੌਲੀ ਆ। ਅੱਛਾ ਗੱਲ ਸੰਧਾਲੀਆ ਸਾਹਿਬ ਇਹ ਆ ਕਿ ਪੰਜਾਬ ਦੇ ਵਿੱਚ ਨਾ ਮੂੰਗੀ ਦੀ ਬੜੀ ਚਰਚਾ ਸੀ, ਕਿਉਂਕਿ ਜਿੱਥੇ ਕਿਤੇ ਦੱਸਣ ਵਾਲੀ ਗੱਲ ਹੁੰਦੀ ਉੱਥੇ ਦੱਸਣੀ ਚਾਹੀਦੀ ਹੈ। ਫੋਟੋ ਲੱਗੀਆਂ ਮੁੱਖ ਮੰਤਰੀ ਸਾਹਿਬ ਦੀਆਂ ਕਿ ਅਸੀਂ ਮੂੰਗੀ MSP ਤੇ ਖਰੀਦਾਂਗੇ, ਸਰਕਾਰੀ ਖਰੀਦ ਹੋਊਗੀ, ਕੇਂਦਰ ਨੇ ਵੀ ਕਹਿਤਾ ਖਰੀਦਾਂਗੇ। ਅਸੀਂ ਦੋਨਾਂ ਸਰਕਾਰਾਂ ਦਾ ਧੰਨਵਾਦ ਕੀਤਾ ਸੀ। ਹੁਣ ਕਹਾਣੀ ਕਿੱਥੇ ਆ ਉਹਦੇ, ਕਿਉਂਕਿ ਪਹਿਲੀ ਵਾਰ ਖਰੀਦ ਹੋਣੀ ਆ ਸਰਕਾਰੀ ਤੌਰ ਤੇ, ਕੁਝ ਔਕੜਾਂ ਤਾਂ ਆਉਣਗੀਆਂ ਪਰ ਬਹੁਤੀਆਂ ਨਾ ਆਉਣ, ਔਕੜ ਆਵੇ ਉਹਨੂੰ ਦੂਰ ਕਰੋ। ਸੁਨਾਮ ਦੇ ਵਿੱਚ ਕੁਝ ਕਿਸਾਨਾਂ ਨੇ ਜਾ ਕੇ ਜਿਹੜੇ ਵਿਧਾਇਕ ਸਾਹਿਬ ਨੇ ਅਮਨ ਅਰੋੜਾ, ਉਹਦੇ ਘਰ ਦੇ ਮੂਹਰੇ ਜਾ ਕੇ ਪ੍ਰਦਰਸ਼ਨ ਕੀਤਾ ਕਿ 10-15 ਦਿਨ ਹੋ ਗਏ ਮੂੰਗੀ ਲੈ ਕੇ ਮੰਡੀ 'ਚ ਬੈਠੇ ਆ, ਭਾਈ ਖਰੀਦ ਲਓ। ਉਹ ਕਦੇ ਕਹਿੰਦੇ ਆ ਜੀ ਪੱਖਾ ਲਾਉਣਾ, ਕਦੇ ਆਹ ਕਹਿ ਦਿੰਦੇ, ਸ਼ਾਮ ਨੂੰ ਕਹਿੰਦੇ ਜੀ ਚੱਕ ਕੇ ਲੈ ਜਾਓ। ਕਹਿੰਦੇ ਅਜੇ ਤੱਕ ਵੀ ਉਹ ਮੂੰਗੀ ਖਰੀਦੀ ਨਹੀਂ, ਅਸੀਂ ਤੰਗ ਪਰੇਸ਼ਾਨ ਬਹੁਤ ਆ। ਕਿੱਥੇ ਘਾਟ ਹੈ, ਕਿੱਥੇ ਕਮਜ਼ੋਰੀ ਹੈ, ਕੀ ਕਰਨ ਦੀ ਲੋੜ ਹੈ। ਅਸੀਂ ਅਮਨ ਅਰੋੜਾ ਸਾਹਿਬ ਨੂੰ ਬੇਨਤੀ ਕਰਦੇ ਹਾਂ, ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹ ਇਕੱਲਾ ਮੂੰਗੀ ਦਾ ਮਸਲਾ ਨਹੀਂ, ਜਾਂ ਮੂੰਗੀ ਜਿਹੜੇ 1 ਲੱਖ ਜਾਂ ਥੋੜੇ ਕਿਸਾਨਾਂ ਨੇ ਬੀਜੀ ਉਹਨਾਂ ਦਾ ਵੀ ਰੌਲਾ ਨਹੀਂ ਹੈ। ਇਹ ਪੰਜਾਬ ਦੇ ਭਵਿੱਖ ਦਾ ਮਸਲਾ ਹੈ, ਕਿਉਂਕਿ ਮੂੰਗੀ ਇੱਕੋ ਇੱਕ ਐਸੀ ਫਸਲ ਹੈ ਜਿਹੜੀ ਕਣਕ ਝੋਨੇ ਤੋਂ ਬਾਅਦ ਪੂਰੇ ਮੁੱਲ ਤੇ ਵਿਕਣੀ ਹੈ। ਜੇ ਤਾਂ ਐਤਕੀ ਤੁਸੀਂ ਚੱਜ ਨਾਲ ਚੱਕ ਲਈ, ਡਾਇਰੈਕਟ ਪੈਸੇ ਮੁੱਖ ਮੰਤਰੀ ਨੇ ਕਿਹਾ ਅਸੀਂ ਖਾਤੇ 'ਚ ਪਾਵਾਂਗੇ, ਜੇ ਤਾਂ ਪੈਸੇ ਉਹਨਾਂ ਦੇ ਕੋਲੇ ਪਹੁੰਚ ਗਏ ਛੇਤੀ, ਜੇ ਮੂੰਗੀ ਮੰਡੀ 'ਚ ਨਾ ਰੁਲੀ, ਭੜਕ ਨੂੰ ਤੁਸੀਂ 20 ਫਸਲਾਂ ਦੀ ਅਨਾਉਂਸਮੈਂਟ ਕਰ ਦਿਓ, ਲੋਕੀ ਯਕੀਨ ਕਰਨਗੇ ਕਿ ਭਾਈ ਇਹ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ। ਜੇ ਮੂੰਗੀ ਰੁਲ ਗਈ, ਲੋਕਾਂ ਨੂੰ ਮੂੰਗੀ ਦਾ ਕੋਈ ਭਾਅ ਨਾ ਮਿਲਿਆ, ਕਦੇ ਨਵੀਂ ਕਹਿਤਾ, ਕਦੇ ਕੁਛ ਕਹਿਤਾ, ਕਦੇ ਕੁਛ ਕਹਿਤਾ, ਕਦੇ ਮਿਆਰ ਦੀ ਗੱਲ ਕਰਤੀ, ਕਿਉਂਕਿ ਮੂੰਗੀ ਬੀਜਣ ਵਾਲਿਆਂ ਨੇ ਵੀ ਆਪ ਜਾ ਕੇ ਛੋਟੀ ਵੱਡੀ ਜਾਂ ਉਹ ਗਿੱਲੀ ਨਹੀਂ ਕੀਤੀ। ਉਹਨਾਂ ਦੇ ਕੋਲ ਤਾਂ ਖੇਤ ਹੈ, ਖੇਤ ਦੇ ਵਿੱਚ ਉਹਨਾਂ ਨੇ ਤੁਹਾਡੇ ਕਹੇ ਤੇ ਮੂੰਗੀ ਬੀਜੀ ਆ, ਤੇ ਮੂੰਗੀ ਉਹ ਹੁਣ ਮੰਡੀ 'ਚ ਲੈ ਗਏ ਆ। ਕਿਸਾਨ ਨੂੰ ਘਾਟਾ ਨਾ ਪਵੇ, ਯਕੀਨ ਤੇ ਵਿਸ਼ਵਾਸ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਹ ਬੜਾ ਜ਼ਰੂਰੀ ਹੈ, ਕਿਉਂਕਿ ਠੀਕ ਹੈ ਆਪਾਂ ਇਹ ਵੀ ਮੰਨਦੇ ਹਾਂ ਵੀ ਉਧਰੋਂ ਐਲਾਨ ਹੋਇਆ, ਨਾਲ ਦੀ ਨਾਲ ਭਾਈਨਸ ਕਰਕੇ ਉਹ ਕਹਿੰਦੇ ਵੀ ਅਸੀਂ MSP ਦਵਾਈ। ਮੈਂ ਨਾ ਕੇਂਦਰ ਸਰਕਾਰ ਦਾ ਵੀ ਧੰਨਵਾਦ ਹੈ ਜੀ, BJP ਦਾ, ਜਿਨ੍ਹਾਂ ਨੇ ਗੱਲ ਮੰਨ ਲਈ ਵੀ ਠੀਕ ਹੈ ਯਾਰ ਕੋਈ ਗੱਲ ਨਹੀਂ, ਤੁਸੀਂ ਬੀਜੋ ਦਾਲ, ਆਪਾਂ ਖਰੀਦਾਂਗੇ। ਅਗਲਿਆਂ ਦੇ ਐਤਕੀ ਆਪਾਂ ਉਦੋਂ ਵੀ ਜ਼ਿਕਰ ਕੀਤਾ ਸੀ ਵੀ ਜੇ 7275 ਐਤਕੀ ਰੇਟ ਹੈ ਤੇ 480 ਹੋਰ ਪੈ ਗਏ, ਮੇਰਾ ਖਿਆਲ ਮੋਟਾ 7750 ਬਣ ਜਾਣੇ ਅਗਲੇ ਸਾਲ ਲਈ। ਹੁਣ 8000 ਦੇ ਲਾਗੇ ਬੰਨੇ ਕੁਆਂਟਲ ਰੇਟ ਹੋਵੇ ਮੂੰਗੀ ਦਾ, ਤੇ ਜੇ ਉਹ ਫਸਲ ਮੰਨ ਲਓ ਨਿਕਲਦੀ, ਚਲੋ ਥੋੜ੍ਹੀ, ਕੋਈ ਕਹਿੰਦਾ 3 ਨਿਕਲਦੀ, ਕੋਈ ਕਹਿੰਦਾ 4, ਕੋਈ ਕਹਿੰਦਾ 5 ਕੁਆਂਟਲ ਵੀ ਨਿਕਲ ਆਉਂਦੀ, ਜਿੰਨੀ ਵੀ ਨਿਕਲੇ ਹੈ ਤੇ ਲਾਹੇ ਦੀ ਹੈ ਨਾ। ਵੀ ਕਣਕ ਵੱਢੀ ਤੇ ਝੋਨਾ ਜਾਂ ਬਾਸਮਤੀ ਗਾਂ ਬਿਜਲੀ, ਉਹਦੇ ਵਿਚਾਲੇ ਮੂੰਗੀ, ਯਾਰ ਇੱਕ ਹੋਰ ਫਸਲ ਕਿੱਥੇ, ਤੇ ਵੈਸੇ ਵਾਹਣ ਅੱਪੜ ਪਿਆ ਰਹਿਣਾ। ਫਿਰ ਆਪਾਂ ਕਿ ਵੇਲੇ ਸੋਚਦੇ ਯਾਰ ਨਹਿਰ ਦੀ ਵਾਰੇ ਹੈਗੀ, ਹੋਰ ਕੁਛ ਨਹੀਂ, ਠੰਡਾ ਹੀ ਕਰ ਲਈਏ, ਘੱਟੋ ਘੱਟ ਉਹਦੇ ਤੋਂ ਤੇ ਆਪਾਂ ਬਚੇ ਹਾਂ। ਮੈਨੂੰ ਲੱਗਦਾ ਵੀ ਜੇ ਸਰਕਾਰ ਕਰ ਲੇ ਤੇ ਬਹੁਤ ਵਧੀਆ, ਚੰਗੀ ਗੱਲ ਹੈ। ਬਾਕੀ ਜਿੰਨਾ ਕੋ ਕਰ ਰਹੇ ਉਹ ਕਹਿੰਦੇ ਵੀ ਸਾਡੀ ਪਿੱਠ ਥਾਪੜੋ, ਅਸੀਂ ਉਹਨਾਂ ਦੀ ਵੀ ਥਾਪੜ ਦਿੰਦੇ ਹਾਂ। ਜਿਹੜੇ ਬੰਦੇ ਰੋਲ ਰਹੇ ਉਹ ਕਹਿੰਦੇ ਸਾਡੀ ਗੱਲ ਕਰ ਲਓ, ਆਪਾਂ ਉਹਨਾਂ ਦੇ ਵੀ ਕਰ ਲੈਂਦੇ ਯਾਰ, ਉਹਨਾਂ ਦੇ ਵੀ ਸੁਣ ਲਓ। ਸੋ ਮਸਲਾ ਹੱਲ ਹੋਣਾ ਚਾਹੀਦਾ। ਸੰਤੋਸ਼ ਯਾਦਵ ਨਾਂ ਦਾ ਇੱਕ ਬੰਦਾ ਗੁਜਰਾਤ ਤੋਂ ਫੜਿਆ, ਤੇ ਫੜਿਆ ਪੂਨੇ ਦੀ ਪੁਲਿਸ ਨੇ ਹੈ, ਤੇ ਉਹਨਾਂ ਨੇ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਵੀ ਇਹ ਬੰਦਾ ਜਿਹੜਾ ਲੋੜੀਂਦਾ ਹੈ। ਇੱਕ ਹੋਰ ਨਾਲ ਕਾਬੂ ਕੀਤਾ ਜਿਹਨੇ ਉਹਨੂੰ ਰੱਖਿਆ ਸੀ, ਆਪਣੇ ਨਾਂ ਤੇ ਸਿਮ ਲੈ ਕੇ ਦਿੱਤੀ ਸੀ, ਹੁਲੀਆ ਕਹਿੰਦੇ ਉਹਨੇ ਬਦਲ ਲਿਆ ਸੀ। ਕਿਹੜੇ ਗੈਂਗ ਨਾਲ ਸੰਬੰਧ ਹੈ, ਅੱਗੋਂ ਕਿਹੜੇ ਗੈਂਗ ਨੂੰ ਉਹ ਹੋਰ ਸੇਵਾਵਾਂ ਦਿੰਦਾ ਸੀ, ਇਸ ਕਤਲ ਕੇਸ ਦੇ ਵਿੱਚ ਉਹਦਾ ਕੀ ਲੈਣਾ ਦੇਣਾ ਹੈ, ਉਹ ਪਤਾ ਲੱਗਣਾ ਚਾਹੀਦਾ। ਇੱਕ ਇੱਕ ਕਰਕੇ ਜੇ ਬੰਦੇ ਫੜ ਹੁੰਦੇ। ਹਾਂ, ਇੱਕ ਚਰਚਾ ਚੱਲਦੀ ਸੀ
ਕਿ ਪੰਜਾਬ ਪੁਲਿਸ, ਦਿੱਲੀ ਪੁਲਿਸ, ਮੁੰਬਈ ਪੁਲਿਸ ਤੇ ਉਧਰ ਪੂਨੇ ਵਾਲੀ ਪੁਲਿਸ ਜਿਹੜੀ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਤਾਲਮੇਲ ਦੇ ਵਿੱਚ ਕਹਿੰਦੇ ਜੀ ਘਾਟ ਹੈ, ਕਿਉਂਕਿ ਪਹਿਲੀਆਂ ਜਿਹੜੀਆਂ 8 ਬੰਦਿਆਂ ਦੀਆਂ ਫੋਟੋ ਆਈਆਂ ਸੀ, ਹੁਣ ਉਹਦੇ ਤੋਂ ਇਲਾਵਾ ਬਹੁਤ ਸਾਰੇ ਬੰਦਿਆਂ ਦਾ ਪਤਾ ਲੱਗ ਰਿਹਾ। ਉਹ 8 ਬੰਦਿਆਂ ਦਾ ਕਿੰਨਾ ਕੁ ਵਿੱਚ ਲੈਣਾ ਦੇਣਾ ਉਹ ਵੀ ਪਤਾ ਹੋਣਾ ਚਾਹੀਦਾ, ਪਰ ਕਿਉਂਕਿ ਪਰਿਵਾਰ ਇਨਸਾਫ ਮੰਗਦਾ, ਰਾਜਨੀਤਿਕ ਪਾਰਟੀਆਂ ਨੇ ਤਾਂ ਰੋਟੀਆਂ ਆਪਣੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ, ਪਰ ਇਧਰਲੇ ਪਾਸੇ ਪਰਿਵਾਰ ਨੂੰ ਅਜੇ ਇਨਸਾਫ ਦੇ ਪੱਖ ਤੋਂ ਬਹੁਤਾ ਕੁਝ ਲੱਭਾ ਨਹੀਂ। ਭਰੋਸੇ ਜ਼ਰੂਰ ਲੱਭੇ, ਉਹ ਵੀ ਕਹਿੰਦੇ ਅਸੀਂ ਇੰਤਜ਼ਾਰ ਕਰਾਂਗੇ, ਪਰ ਦੂਸਰੇ ਪਾਸੇ ਅਸੀਂ ਇਹ ਜ਼ਰੂਰ ਉਮੀਦ ਕਰਦੇ ਹਾਂ ਕਿ ਭਾਰਤ ਦੇ ਵੱਖ-ਵੱਖ ਜਿਹੜੇ ਸੂਬੇ ਨੇ ਜਾਂ ਵੱਡੇ ਸ਼ਹਿਰ ਨੇ, ਉੱਥੋਂ ਦੀ ਪੁਲਿਸ ਰਲ ਮਿਲ ਕੇ ਕੰਮ ਕਰੇ ਤਾਂ ਸ਼ਾਇਦ ਛੇਤੀ ਪਤਾ ਲੱਗ ਜਾਊਗਾ, ਜਿਹਦੇ ਨਾਲ ਕਿ ਆਉਣ ਵਾਲੀ ਕਿਸੇ ਹੋਰ ਘਟਨਾ ਤੋਂ ਅਸੀਂ ਬਚਾਅ ਕਰ ਲਾਂਗੇ। ਨਹੀਂ, ਇਹ ਵੀ ਗੱਲ ਹੈਗੀ, ਕਿਉਂਕਿ ਕਾਰਨ ਹੈ ਵੀ ਕੇਸ ਆਪੋ ਆਪਣੀ ਥਾਂ ਤੇ ਚੱਲਦੇ ਸੀ, ਕੋਈ ਕਿਸੇ ਕੇਸ 'ਚ ਲੜੀਂਦਾ, ਕੋਈ ਕਿਸੇ ਕੇਸ 'ਚ ਲੜੀਂਦਾ, ਕਿਸੇ ਨੂੰ ਜੋੜ ਲੈਂਦੇ, ਉਹ ਕਹਿੰਦੇ ਵੀ ਧਮਕੀ ਦਿੱਤੀ ਸਲਮਾਨ ਖਾਨ ਸਾਹਿਬ ਨੂੰ, ਅਸੀਂ ਉਹਦਾ ਪਤਾ ਕਰਦੇ ਫਿਰਦੇ ਹਾਂ, ਕੋਈ ਕਹਿੰਦੇ ਫਲਾਨਾ ਕਤਲ ਹੋਇਆ ਸੀ ਉਹਦਾ ਪਤਾ ਕਰਦੇ ਹਾਂ। ਹੁਣ ਕਾਰਨ ਆ ਵੀ ਜੋ ਵੀ ਜਿੱਦਾਂ ਵੀ ਆ ਉਹ ਅਸਲੀਅਤ ਜ਼ਰੂਰ ਸਾਹਮਣੇ ਆਉਣੀ ਚਾਹੀਦੀ ਆ। ਹਾਂ, ਜੇ ਤੇ ਖਬਰ ਹੀ ਬਣਾਉਣੀ ਆ ਤੇ ਖਬਰ ਜਿਵੇਂ ਦੀ ਮਰਜ਼ੀ ਬਣ ਜਾਂਦੀ। ਹੁਣ ਖਬਰ ਵੀ ਤੇ ਸਿੱਧੂ ਮੂਸੇਵਾਲਾ ਹੋਰਾਂ ਦੇ ਉਹ ਜਿਹੜੇ ਉਹਨਾਂ ਦੇ ਕਲਿੱਪਿੰਗਸ, ਕਿਉਂਕਿ ਦਲਵੀਰ ਗੋਲਡੀ ਹੋਰੀ ਕਾਂਗਰਸ ਦੇ ਉੱਥੋਂ ਸੰਗਰੂਰ ਲੋਕ ਸਭਾ ਚੋਣ ਦੇ ਲਈ ਉਮੀਦਵਾਰ ਨੇ, ਉਹਨਾਂ ਨੇ ਇੱਕ ਕਹਿੰਦੇ ਕੈਂਪੇਨ ਸੌਂਗ ਬਣਾਇਆ, ਆਮ ਤੌਰ 'ਤੇ ਅੱਜ ਕੱਲ੍ਹ ਬਣਨ ਲੱਗ ਪਿਆ, ਉਹਦੇ 'ਚ ਉਹ ਜ਼ਿਕਰ ਪਾਇਆ ਚੰਦ ਲਾਈਨਾਂ ਪਲੱਸ ਉਹਨਾਂ ਦੇ ਉਹ ਸ਼ਾਰਟਸ, ਕੁਛ ਇੱਕ ਜਿਹੜੀਆਂ ਕਲਿੱਪਿੰਗਸ ਨੇ ਮੂਸੇਵਾਲਾ ਹੋਰਾਂ ਦੀਆਂ, ਉਹਨਾਂ ਦੀ ਖਾਸ ਕਰਕੇ ਜਦੋਂ ਮੌਤ ਹੁੰਦੀ ਹੈ ਮ੍ਰਿਤਕ ਦੇਹ ਦੀਆਂ, ਉਹਦੇ 'ਤੇ ਕਾਫੀ ਉਜਰ ਇਤਰਾਜ਼ ਹੋ ਰਿਹਾ ਕਿ ਵੀ ਇਹਨੂੰ ਕਿਵੇਂ ਇਸ ਤਰੀਕੇ ਨਾਲ ਵਰਤਿਆ ਗਿਆ। ਆਮ ਆਦਮੀ ਪਾਰਟੀ ਨੂੰ ਇਤਰਾਜ਼ ਕੀਤਾ, ਕੁਛ ਲੋਕ ਕਹਿੰਦੇ ਨੇ ਵੀ ਹਾਂਜੀ ਅਸੀਂ ਕਿਉਂਕਿ ਕਾਂਗਰਸ ਦਾ ਪੱਖ ਹੈ ਜੀ, ਵੀ ਅਸੀਂ ਤਾਂ ਸੱਚ ਵਿਖਾਇਆ ਜੀ, ਅਸੀਂ ਬਦਲਾਅ ਦੀ ਗੱਲ ਕਰਦੇ ਸੀ, ਬਦਲਾਅ ਸਾਨੂੰ ਆਹ ਮਿਲਿਆ। ਉੱਧਰੋਂ ਇਤਰਾਜ਼ ਇਹ ਕੀਤਾ ਜਾ ਰਿਹਾ ਵੀ ਇੱਕ ਇਮੋਸ਼ਨਲ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਗੱਲ ਉੱਥੇ ਹੀ ਆ ਗਈ ਵੀ ਸਿਆਸਤ ਉੱਧਰਲੇ ਪਾਸਿਓਂ ਤੁਰ ਪਈ ਹੈ, ਅਜੇ ਉਹਦਾ ਸਿਵਾ ਠੰਡਾ ਨਹੀਂ ਹੋਇਆ। ਜੇ ਆਪਾਂ ਕੱਲ੍ਹ ਦੀ ਗੱਲ ਕਰਦੇ ਹਾਂ ਵੀ ਅਜੇ ਉਹਦੀ ਅੰਤਿਮ ਅਰਦਾਸ ਹੋਈ ਹੈ ਅਤੇ ਜੇ 70 ਘਰੇ ਵਿਛਿਆ ਅਤੇ ਸਿਆਸਤ ਉੱਧਰਲੇ ਪਾਸਿਓਂ ਤੁਰ ਪਈ ਹੈ ਵੀ ਹਾਂ ਚਲੋ ਕਿਸੇ ਤਰ੍ਹਾਂ ਸਹੀ ਡੱਬੇ 'ਚ ਵੋਟਾਂ ਪੈ ਜਾਣ। ਸੰਧਾਲੀਆ ਸਾਹਿਬ, ਵਿਦੇਸ਼ਾਂ ਦੇ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਤੇ ਲੋਕ ਇਕੱਠੇ ਹੋ ਕੇ ਮੋਮਬੱਤੀਆਂ ਜਗਾ ਰਹੇ, ਛੋਟੇ-ਛੋਟੇ ਬੱਚੇ ਵੀ ਉੱਥੇ ਜਾ ਰਹੇ। ਸਾਰਿਆਂ ਨੂੰ ਇਸ ਗੱਲ ਦਾ ਬਹੁਤ ਵੱਡਾ ਦੁੱਖ ਹੈ ਕਿ ਉਹ ਹਮਲਾ ਜਿਹੜਾ ਖਤਰਨਾਕ, ਦਰਦਨਾਕ, ਵਹਿਸ਼ੀਆਨਾ ਹਮਲਾ ਸੀ, ਉਹ ਨਹੀਂ ਸੀ ਹੋਣਾ ਚਾਹੀਦਾ। ਉਹ ਮਾਪਿਆਂ ਦਾ ਪੁੱਤ ਜਿਹੜਾ ਜਿਉਂਦਾ ਹੋਣਾ ਚਾਹੀਦਾ ਸੀ। ਕਿਸੇ ਨੂੰ ਕੋਈ ਇਤਰਾਜ਼ ਹੈ, ਕੋਈ ਗਿਲਾ ਸ਼ਿਕਵਾ, ਬੜੇ ਢੰਗ ਤਰੀਕੇ ਹੁੰਦੇ ਆ ਸਾਵਧਾਨ ਕਰਨ ਦੇ, ਉਹ ਚੇਤਾਵਨੀ ਦੇਣ ਦੇ 100 ਤਰੀਕੇ ਨੇ, ਕਿਉਂਕਿ ਜੇ ਐਡੇ ਵੱਡੇ ਤੁਸੀਂ ਹਥਿਆਰ ਲਿਆ ਸਕਦੇ ਹੋ, ਬੰਦੇ ਨੂੰ ਕਤਲ ਕਰਨ ਦਾ ਤੁਹਾਡੇ ਕੋਲ ਢੰਗ ਤਰੀਕਾ, ਰੇਖੀਆਂ ਕਰਾ ਸਕਦੇ ਹੋ, ਤੁਸੀਂ ਚੇਤਾਵਨੀਆਂ ਨਹੀਂ ਦੇ ਸਕਦੇ, ਤੁਸੀਂ ਹੋਰ ਕੋਈ ਢੰਗ ਤਰੀਕਾ ਨਹੀਂ ਵਰਤ ਸਕਦੇ। ਉਧਰਲੇ ਪਾਸੇ ਉਹ ਪੰਜਾਬ ਨੂੰ ਬਚਾਉਣਾ ਕਿੱਦਾਂ, ਉਹ ਹਥਿਆਰ ਪੰਜਾਬ 'ਚ ਆਏ ਕਿੱਦਾਂ, ਜਾਂਚ ਪੜਤਾਲ ਕਿੱਦਾਂ ਕਰਨੀ ਹੈ, ਉਹ ਮਾਪਿਆਂ ਨੂੰ ਇਨਸਾਫ ਕਿੱਦਾਂ ਦਿਵਾਉਣਾ ਹੈ। ਜਿਹੜੇ ਲੋਕ ਉਹਦੇ ਤੋਂ ਪਿੱਛੇ ਕੋਈ ਖੁਦਕੁਸ਼ੀਆਂ ਕਰੀ ਜਾਂਦਾ, ਕੋਈ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਬਿਮਾਰ ਹੋਈ ਜਾਂਦਾ, ਉਧਰਲੇ ਪਾਸੇ ਧਿਆਨ ਨਹੀਂ ਹੈ। ਅਸੀਂ ਨਹੀਂ ਕਹਿੰਦੇ ਕਾਂਗਰਸ ਸਿਆਸਤ ਕਰਦੀ ਜਾਂ ਕੋਈ, ਅਸੀਂ ਸਾਰਿਆਂ ਮੂਹਰੇ ਹੱਥ ਜੋੜਦੇ ਕਿ ਭਾਈ ਇਹ ਮੁੱਦਾ ਸਿਆਸਤ ਦਾ ਨਹੀਂ ਹੈ, ਇਹ ਮੁੱਦਾ ਪੰਜਾਬ ਦੀ ਅਮਨ ਤੇ ਕਾਨੂੰਨ ਦਾ, ਇਹ ਪੰਜਾਬ ਦੀ ਕਾਨੂੰਨ ਵਿਵਸਥਾ ਦਾ, ਪੰਜਾਬ ਦੇ ਭਵਿੱਖ ਦਾ, ਇਹਨੂੰ ਉਸੇ ਤਰੀਕੇ ਲਾਉਂ ਤਾਂ ਚੰਗਾ। ਹਾਂ, ਨਹੀਂ ਵਧੀਆ ਗੱਲ। ਬਾਕੀ ਚਲੋ ਕਿਉਂਕਿ ਹੁਣ ਸੰਗਰੂਰ ਦੇ ਵਿੱਚ ਇਸ ਵਕਤ ਚੋਣ ਜ਼ਾਬਤਾ ਵੀ ਲੱਗਾ, ਉੱਥੇ ਬਹੁਤ ਸਾਰੀਆਂ ਬੰਦਿਸ਼ਾਂ ਨੇ, ਬਹੁਤ ਸਾਰੀਆਂ ਰੋਕਾਂ ਨੇ, ਹਰੇਕ ਨੂੰ ਉਹਨਾਂ ਬੰਦਿਸ਼ਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ। ਇਹ ਨਾ ਹੋਵੇ ਕੱਲ੍ਹ ਨੂੰ ਕੋਈ ਕਿਸੇ ਦੀ ਸ਼ਿਕਾਇਤ ਹੁੰਦੀ ਹੈ ਤੇ ਉਦੋਂ ਬਾਅਦ ਆਖੇ ਯਾਰ ਇੱਦਾਂ ਕਿੱਦਾਂ ਹੋ ਗਿਆ, ਕਿਉਂਕਿ ਜਿੱਥੇ ਇਲੈਕਸ਼ਨ ਹੈ ਉੱਥੇ ਤਾਂ ਚੋਣ ਜ਼ਾਬਤਾ ਹੈਗਾ ਹੀ ਹੈ। ਬਾਕੀ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਵੱਲੋਂ ਆਪਣੇ ਆਪਣੇ ਕੈਂਡੀਡੇਟ ਦੇ ਹੱਕ 'ਚ ਕੰਪੇਨ ਕੀਤੀ ਜਾ ਰਹੀ ਹੈ। ਅਕਾਲੀ ਦਲ ਆਪਣੇ ਤੌਰ 'ਤੇ ਕਰ ਰਿਹਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਦੀ ਪਾਰਟੀ ਉਹ ਆਪਣੇ ਤੌਰ 'ਤੇ ਕਰ ਰਹੀ ਹੈ, ਆਮ ਆਦਮੀ ਪਾਰਟੀ ਦੇ ਸਰਪੰਚ ਘਰਾਚੋਂ ਹੋਰੀ ਵੀ ਤੁਰ ਪਏ ਆ, ਇੱਧਰੋਂ ਦਲਵੀਰ ਗੋਲਡੀ ਹੋਰੀ ਤੇ ਹੈਗੇ ਅਤੇ ਕੇਵਲ ਸਿੰਘ ਢਿੱਲੋਂ ਹੋਰਾਂ ਨੂੰ ਤਾਂ ਲੱਗਦਾ ਵੀ ਸਾਡੀ ਕੇਂਦਰ 'ਚ ਸਰਕਾਰ ਆ, ਕੇਂਦਰ ਦੇ ਲਈ ਇਹ ਲੋਕ ਸਭਾ ਦੀ ਇਲੈਕਸ਼ਨ ਹੈ ਅਤੇ ਇਸ ਕਰਕੇ ਲੋਕਾਂ ਨੇ ਸਾਡਾ ਸਾਥ ਦੇਣਾ। ਹੁਣ ਦੇਖੋ ਕੌਣ ਕਿਹਦੀ ਮੰਨਦਾ। ਦੇਖੋ ਲੀਡਰਾਂ ਨੂੰ ਔਖਾ ਬਹੁਤ ਹੋਇਆ ਪਿਆ, ਗਰਮੀ ਬੜੀ ਆ, ਉਹ ਏਸੀ ਕਮਰਿਆਂ ਦੇ ਵਿੱਚ ਬਹਿਣਾ ਸੀ, ਘਰਾਂ 'ਚ ਆਰਾਮ ਕਰਨਾ ਸੀ, ਕਹਿਣਾ ਹੁਣ ਇਹ ਤਾਂ ਚੋਣ ਹੋ ਕੇ ਹਟੀ ਆ। ਬਾਕੀ ਸਾਰੇ ਲੀਡਰ ਤਾਂ ਘਰੋਂ ਘਰੀ ਬੈਠੇ ਹੋਣੇ ਆ। ਸੰਗਰੂਰ ਵਾਲੇ ਥੋੜ੍ਹੇ ਜਿਹੇ ਔਖੇ ਜ਼ਰੂਰ ਆ। ਹਾਂ, ਉਹਨਾਂ ਨੂੰ ਇਸ ਗੱਲ ਦਾ ਚੇਤਾ ਜ਼ਰੂਰ ਭੁੱਲ ਜਾਂਦਾ ਕਿ ਆਮ ਬੰਦੇ ਤੇ ਤਾਂ ਭਾਈ ਧੁੱਪ ਹਮੇਸ਼ਾ ਸਿਰ ਤੇ ਹੀ ਪੈਂਦੀ ਹੈ, ਉਹਨਾਂ ਦਾ ਪਸੀਨਾ ਨਿਕਲਦਾ, ਲੀਡਰਾਂ ਦਾ ਹੁਣ ਨਿਕਲਣ ਲੱਗਾ। ਆਮ ਲੋਕਾਂ ਦੀ ਹਾਲਤ ਦੇਖ ਲੈਣ ਤਾਂ ਚੰਗਾ, ਨਹੀਂ ਤਾਂ ਫਿਰ ਪਾਕਿਸਤਾਨ 'ਚ ਜੋ ਕੁਛ ਹੈਗਾ ਆਪਣੇ ਸਾਹਮਣੇ ਹੀ ਆ। ਲੀਡਰਸ਼ਿਪ ਚੱਜ ਦੀ ਹੋਣੀ ਚਾਹੀਦੀ, ਨਹੀਂ ਤਾਂ ਹਾਲਾਤ ਮਾੜੇ ਹੋ ਜਾਂਦੇ, ਚਾਹੇ ਸ਼੍ਰੀਲੰਕਾ ਦੇ ਦੇਖ ਲਓ। ਬਹੁਤ ਸ਼ੁਕਰੀਆ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ, ਬਹੁਤ ਪਿਆਰ ਦਿੰਦੇ ਹੋ। ਅਤੇ ਇੱਥੇ ਟੋਰਾਂਟੋ ਆਏ ਸੀ, ਇੱਥੇ ਵੀ ਬਹੁਤ ਪਿਆਰ ਮਿਲਿਆ, ਉਹਦੇ ਲਈ ਵੀ ਬੜੇ ਧੰਨਵਾਦੀ ਰਹਿਣੀ ਆ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।